ਅਜਨਬੀ ਨਾਵਲ ਦਾ ਦੂਸਰਾ ਭਾਗ ਪਹਿਲਾ ਅੰਗ। ਗ੍ਰਿਫਤਾਰੀ ਤੋਂ ਪਿੱਛੋਂ ਇਸ ਸੰਬੰਧੀ ਮੇਰੇ ਕੋਲੋਂ ਕਈ ਵਾਰ ਪੁੱਛ-ਗਿੱਛ ਹੋਈ, ਪਰ ਇਹ ਪੁੱਛ-ਗਿੱਛ ਐਵੇਂ ਖਾਨਾ ਪੂਰਤੀ ਜਿਹੀ ਹੀ ਲੱਗ ਰਹੀ ਸੀ। ਕਦੇ ਉਹ ਮੇਰਾ ਨਾਮ ਪੁੱਛਦੇ, ਕਦੇ ਪਿਤਾ ਦਾ ਨਾਂ, ਕਦੇ ਰਹਿਣ ਦਾ ਪਤਾ। ਪਹਿਲਾਂ ਪੁੱਛ-ਗਿੱਛ ਲਈ ਜਦੋਂ ਮੈਨੂੰ ਥਾਣੇ ਸੱਦਿਆ ਗਿਆ ਤਾਂ ਮੈਨੂੰ ਲੱਗਿਆ ਉਹਨਾਂ ਦੀ ਇਸ ਮਾਮਲੇ 'ਚ ਮਾੜੀ ਮੋਟੀ ਵੀ ਦਿਲਚਸਪੀ ਨਹੀਂ ਸੀ। ਤਕਰੀਬਨ ਹਫ਼ਤੇ ਕੁ ਬਾਅਦ ਜਦੋਂ ਮੈਨੂੰ ਜੱਜ ਦੇ ਸਾਹਮਣੇ ਪੇਸ਼ ਕੀਤਾ ਗਿਆ ਤਾਂ ਉਹਨੇ ਗੰਭੀਰਤਾ ਨਾਲ ਮੈਨੂੰ ਸਵਾਲ ਜਵਾਬ ਕੀਤੇ। ਦੂਜਿਆਂ ਵਾਂਗ ਹੀ ਉਹਨਾਂ ਨੇ ਵੀ ਸਭ ਤੋਂ ਪਹਿਲਾਂ ਮੇਰਾ ਨਾਮ, ਪਤਾ, ਪਿਤਾ ਦਾ ਨਾਮ, ਕੰਮ ਧੰਦਾ, ਜਨਮ ਤਾਰੀਖ, ਜਨਮ ਸਥਾਨ ਆਦਿ ਬਾਰੇ ਸਵਾਲ ਕੀਤੇ। ਫਿਰ ਮੈਨੂੰ ਪੁੱਛਿਆ ਕਿ ਤੂੰ ਆਪਣੇ ਮੁਕੱਦਮੇ ਦੀ ਪੈਰਵੀ ਲਈ ਕੋਈ ਵਕੀਲ ਕੀਤਾ? ਮੈਂ ਕਿਹਾ ਜੀ ਨਹੀਂ, ਅਸਲ 'ਚ ਮੇਰਾ ਇਸ ਪਾਸੇ ਧਿਆਨ ਹੀ ਨਹੀਂ ਗਿਆ। ਮੈਂ ਉਹਨੂੰ ਪੁੱਛਿਆ ਕਿ ਕੀ ਮੈਨੂੰ ਸੱਚਮੁੱਚ ਹੀ ਵਕੀਲ ਕਰਨਾ ਚਾਹੀਦਾ ਹੈ? ਤਾਂ ਉਹ ਬੋਲੇ, ਇਹ ਵੀ ਕੋਈ ਪੁੱਛਣ ਦੀ ਗੱਲ ਹੈ? ਮੈਂ ਤਾਂ ਇਸ ਲਈ ਪੁੱਛ ਰਿਹਾ ਕਿ ਉਹ ਜੋ ਮੈਨੂੰ ਆਪਣਾ ਕੇਸ ਬੜਾ ਸਿੱਧਾ ਸਾਦਾ ਲੱਗਦਾ ਹੈ। ਮੈਂ ਦੁਬਾਰਾ ਬੋਲਿਆ। ਜੱਜ ਸਾਹਿਬ ਥੋੜਾ ਮੁਸਕਰਾ ਕੇ ਬੋਲੇ, ਹੋ ਸਕਦਾ ਹੈ ਤੈਨੂੰ ਇਹ ਮੁਕੱਦਮਾ ਬੜਾ ਸਿੱਧਾ ਦਿਖਾਈ ਦਿੰਦਾ ਹੋਵੇ, ਪਰ ਸਾਨੂੰ ਕਾਨੂੰਨ ਮੁਤਾਬਕ ਚੱਲਣਾ ਪੈਂਦਾ ਹੈ ਤੇ ਜੇ ਤੂੰ ਵਕੀਲ ਨਹੀਂ ਕਰੇਗਾ ਤਾਂ ਅਦਾਲਤ ਨੂੰ ਤੇਰੇ ਲਈ ਵਕੀਲ ਦਾ ਪ੍ਰਬੰਧ ਕਰਨਾ ਪਏਗਾ। ਵਾਹ, ਇਹ ਹੋਈ ਨਾ ਗੱਲ। ਮੈਂ ਸੋਚਿਆ ਅਦਾਲਤ ਹਰ ਗੱਲ ਦਾ ਕਿੰਨਾ ਖਿਆਲ ਰੱਖਦੀ ਹੈ। ਮੈਨੂੰ ਵਕੀਲ ਕਰਨ ਦੀ ਸਿਰਦਰਦੀ ਨਹੀਂ ਹੋਏਗੀ ਤੇ ਅਦਾਲਤ ਮੇਰੇ ਲਈ ਵਕੀਲ ਕਰ ਲਏਗੀ। ਮੈਂ ਜੱਜ ਸਾਹਿਬ ਨੂੰ ਇਹ ਗੱਲ ਦੱਸੀ ਤਾਂ ਉਹਨਾਂ ਕਿਹਾ ਕਿ ਕਾਨੂੰਨ ਸਾਰਿਆਂ ਲਈ ਇੱਕੋ ਜਿਹਾ, ਤੇਰੇ ਲਈ ਵਕੀਲ ਦਾ ਪ੍ਰਬੰਧ ਹੋ ਜਾਏਗਾ। ਸ਼ੁਰੂ 'ਚ ਮੈਂ ਜੱਜ ਸਾਹਿਬ ਦੀਆਂ ਗੱਲਾਂ ਵੱਲ ਖਾਸ ਧਿਆਨ ਨਹੀਂ ਦਿੱਤਾ। ਜਿਸ ਕਮਰੇ 'ਚ ਮੇਰੇ ਕੋਲੋਂ ਪੁੱਛ-ਗਿੱਛ ਕੀਤੀ ਸੀ ਉਹ ਇੱਕ ਸਧਾਰਨ ਬੈਠਕ ਵਰਗਾ ਸੀ ਜਿਹਦੀਆਂ ਖਿੜਕੀਆਂ ਉੱਪਰ ਪਰਦੇ ਲਟਕ ਰਹੇ ਸਨ। ਕਮਰੇ ਅੰਦਰ ਰੱਖੇ ਇੱਕ ਮੇਜ਼ ਉੱਪਰ ਇੱਕ ਲੈਂਪ ਪਿਆ ਸੀ। ਜੱਜ ਸਾਹਿਬ ਨੇ ਮੈਨੂੰ ਬੈਠਣ ਲਈ ਜਿਹੜੀ ਕੁਰਸੀ ਦਿੱਤੀ ਸੀ ਉਸ ਉੱਪਰ ਲੈਂਪ ਦੀ ਰੋਸ਼ਨੀ ਪੈ ਰਹੀ ਸੀ। ਜੱਜ ਦਾ ਆਪਣਾ ਚਿਹਰਾ ਹਨੇਰੇ 'ਚ ਰਹਿੰਦਾ ਸੀ। ਮੈਂ ਇਸ ਤਰ੍ਹਾਂ ਦੇ ਅਨੇਕਾਂ ਦ੍ਰਿਸ਼ ਬਾਰੇ ਕਿਤਾਬਾਂ 'ਚ ਪੜ੍ਹ ਚੁੱਕਾ ਸੀ, ਇਸ ਲਈ ਸ਼ੁਰੂ 'ਚ ਮੈਨੂੰ ਇਹ ਸਭ ਕੁਝ ਇੱਕ ਨਾਟਕ ਜਿਹਾ ਹੀ ਜਾਪਦਾ ਸੀ। ਪਰੰਤੂ ਪੁੱਛ-ਗਿੱਛ ਤੋਂ ਬਾਅਦ ਮੈਂ ਜੱਜ ਨੂੰ ਬੜੇ ਧਿਆਨ ਨਾਲ ਵੇਖਿਆ। ਉਹਦਾ ਕੱਦ ਲੰਮਾ, ਨੈਣ ਨਕਸ਼ ਤਿੱਖੇ, ਨੀਲੀਆਂ ਅੱਖਾਂ ਤੇ ਵੱਡੀਆਂ ਮੁੱਛਾਂ ਸਨ। ਉਹਦੇ ਸਿਰ ਦੇ ਵਾਲ ਸੰਘਣੇ ਪਰ ਬਿਲਕੁਲ ਸਫੈਦ ਸਨ। ਸ਼ਕਲ ਸੂਰਤ ਪੱਖੋਂ ਉਹ ਸਿਆਣਾ ਭੱਦਰ ਪੁਰਸ਼ ਜਾਪਦਾ ਸੀ। ਸਿਰਫ ਇੱਕੋ ਚੀਜ਼ ਸੀ ਜਿਹੜੀ ਮੇਰਾ ਮਨ ਖਰਾਬ ਕਰ ਜਾਂਦੀ ਸੀ। ਥੋੜੀ ਦੇਰ ਬਾਅਦ ਉਹਦੇ ਬੁੱਲ੍ਹ ਫਰਕ ਕੇ ਬੜੀ ਅਜੀਬ ਜਿਹੀ ਸ਼ਕਲ ਬਣਾ ਲੈਂਦੇ ਸਨ। ਪਰ ਇਹ ਮੁਦਰਾ ਕੋਈ ਖਾਸ ਸ਼ਬਦ ਬੋਲਦਿਆਂ ਆਮ ਕਰਕੇ ਕਈ ਲੋਕਾਂ ਦੇ ਮੂੰਹਾਂ ਤੇ ਆ ਜਾਂਦੀ ਹੈ। ਕੁੱਲ ਮਿਲਾ ਕੇ ਮੈਂ ਉਹ ਤੋਂ ਪ੍ਰਭਾਵਿਤ ਹੋਇਆ ਤੇ ਤੁਰਨ ਵੇਲੇ ਮੇਰਾ ਦਿਲ ਕੀਤਾ ਮੈਂ ਉਸ ਨਾਲ ਹੱਥ ਮਿਲਾਵਾਂ, ਪਰ ਫਿਰ ਮੈਨੂੰ ਚੇਤੇ ਆਇਆ ਕਿ ਮੈਂ ਤਾਂ ਇੱਕ ਕਾਤਲ ਹਾਂ ਤੇ ਕਿਸੇ ਕਾਤਲ ਦੇ ਜੁਰਮ ਅਧੀਨ ਇੱਥੇ ਲਿਆਂਦਾ ਗਿਆ ਹਾਂ। ਇਹ ਚੇਤੇ ਕਰਕੇ ਮੈਂ ਉਹਨੂੰ ਨਮਸਤੇ ਵੀ ਨਾ ਕਹਿ ਸਕਿਆ। ਅਗਲੇ ਦਿਨ ਮੇਰੀ ਕੋਠੜੀ 'ਚ ਇੱਕ ਵਕੀਲ ਆ ਪਧਾਰਿਆ। ਉਹ ਮਧਰੇ ਕੱਦ ਦਾ ਗੋਲ ਮਟੋਲ ਜਿਹਾ ਆਦਮੀ ਸੀ। ਉਹਦੇ ਸਿਰ ਦੇ ਕਾਲੇ ਵਾਲ ਤੇਲ ਨਾਲ ਚੁੱਪੜੇ ਪਏ ਸਨ। ਮੈਂ ਪੂਰੀਆਂ ਬਾਹਾਂ ਦੀ ਕਮੀਜ਼ ਪਾਈ ਹੋਈ ਸੀ, ਪਰ ਉਹਨੇ ਇੰਨੀ ਸਖਤ ਗਰਮੀ ਦੇ ਬਾਵਜੂਦ ਮੋਟਾ ਕਾਲਾ ਸੂਟ ਤੇ ਕਾਲੇ ਚਿੱਟੇ ਰੰਗ ਦੀ ਚੌੜੀ ਧਾਰੀ ਵਾਲੀ ਟਾਈ ਕੱਸੀ ਹੋਈ ਸੀ। ਉਹਨੇ ਆਪਣਾ ਬੈਗ ਮੇਰੇ ਮੰਜੇ ਉੱਪਰ ਰੱਖ ਕੇ ਆਪਣੀ ਜਾਣ ਪਛਾਣ ਕਰਾਈ। ਫਿਰ ਉਹਨੇ ਦੱਸਿਆ, ਤੇਰੇ ਮੁਕੱਦਮੇ ਦੇ ਸਾਰੇ ਕਾਗਜ਼ਾਤ ਮੈਂ ਬੜੇ ਧਿਆਨ ਨਾਲ ਪੜ੍ਹੇ ਹਨ। ਪੂਰੀ ਸਿਆਣਪ ਤੇ ਮਿਹਨਤ ਨਾਲ ਪੈਰਵੀ ਕਰਨ ਦੀ ਲੋੜ ਹੈ। ਹਾਂ, ਜੇਕਰ ਤੂੰ ਮੇਰੀ ਸਲਾਹ ਮੰਨ ਕੇ ਚੱਲੇ ਤਾਂ ਸਾਫ਼ ਬਰੀ ਹੋ ਸਕਦਾ ਹੈ। ਮੈਂ ਉਹਦਾ ਧੰਨਵਾਦ ਕੀਤਾ। ਉਹ ਫਿਰ ਬੋਲਿਆ, ਠੀਕ ਹੈ, ਆਓ ਹੁਣ ਕੰਮ ਦੀ ਗੱਲ ਕਰੀਏ। ਮੇਰੇ ਮੰਜੇ ਉੱਪਰ ਬੈਠ ਕੇ ਉਹਨੇ ਦੱਸਿਆ ਕਿ ਅਦਾਲਤ ਵੱਲੋਂ ਮੇਰੀ ਨਿੱਜੀ ਜ਼ਿੰਦਗੀ ਬਾਰੇ ਡੂੰਘੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਉਹਨੂੰ ਇਹ ਵੀ ਪਤਾ ਸੀ ਕਿ ਪਿੱਛੇ ਜਿਹੇ ਇੱਕ ਬਿਰਧ ਆਸ਼ਰਮ 'ਚ ਮੇਰੀ ਮਾਤਾ ਅਕਾਲ ਚਲਾਣਾ ਕਰ ਗਈ ਹੈ। ਇਸੇ ਤਫਤੀਸ਼ ਦੌਰਾਨ ਪੁਲਿਸ ਨੂੰ ਇਹ ਵੀ ਪਤਾ ਲੱਗਿਆ ਕਿ ਤੁਸੀਂ ਆਪਣੇ ਮਾਤਾ ਦੇ ਅੰਤਿਮ ਸੰਸਕਾਰਾਂ ਵੇਲੇ ਬੜੇ ਕਠੋਰ ਦਿਲੀ ਵਿਖਾਈ ਸੀ। ਇੱਕ ਗੱਲ ਤੁਸੀਂ ਪੱਲੇ ਬੰਨ੍ਹ ਲਓ, ਵਕੀਲ ਬੋਲਿਆ, ਤੁਹਾਡੇ ਨਿੱਜੀ ਮਾਮਲਿਆਂ ਬਾਰੇ ਪੁੱਛ-ਗਿੱਛ ਕਰਨੀ ਮੈਨੂੰ ਬਿਲਕੁਲ ਪਸੰਦ ਨਹੀਂ, ਪਰ ਇਹ ਤੋਂ ਬਿਨਾਂ ਸਰਦਾ ਵੀ ਨਹੀਂ। ਇਹਨਾਂ ਸਵਾਲਾਂ ਦਾ ਕਾਫੀ ਮਹੱਤਵਪੂਰਨ ਨਿਕਲ ਆਉਂਦਾ ਹੈ। ਤੁਹਾਡੇ ਉੱਪਰ ਕਠੋਰ ਦਿਲ ਤੇ ਅਨੈਤਿਕ ਹੋਣ ਦਾ ਮੁੱਢਲਾ ਇਲਜ਼ਾਮ ਹੈ। ਜਦੋਂ ਤੱਕ ਮੈਂ ਇਹਨਾਂ ਇਲਜ਼ਾਮਾਂ ਨੂੰ ਗਲਤ ਸਿੱਧ ਨਹੀਂ ਕਰ ਦਿੰਦਾ, ਤੁਹਾਡੇ ਬਰੀ ਹੋਣ 'ਚ ਇਹ ਰਾਹ ਦਾ ਰੋੜਾ ਬਣੇ ਰਹਿਣਗੇ। ਇਸ ਲਈ ਤੁਹਾਡੀ ਮਦਦ ਤੇ ਸਹਿਯੋਗ ਦੀ ਬਹੁਤ ਲੋੜ ਹੈ। ਇੰਨੀ ਭੂਮਿਕਾ ਬੰਨਣ ਤੋਂ ਬਾਅਦ ਉਹਨੇ ਸਵਾਲ ਕਰਨੇ ਸ਼ੁਰੂ ਕਰ ਦਿੱਤੇ। ਉਹਦਾ ਪਹਿਲਾ ਸਵਾਲ ਸੀ ਕਿ ਕੀ ਮੈਨੂੰ ਆਪਣੀ ਮਾਂ ਦੀ ਮੌਤ ਦਾ ਦੁੱਖ ਨਹੀਂ ਸੀ ਹੋਇਆ। ਮੈਨੂੰ ਇਹ ਸਵਾਲ ਬੜਾ ਪੁੱਠਾ ਜਿਹਾ ਲੱਗਾ। ਜੇ ਮੇਰੀ ਥਾਂ ਕੋਈ ਹੋਰ ਹੁੰਦਾ ਤਾਂ ਮੈਂ ਅਜਿਹਾ ਸਵਾਲ ਕਿਸੇ ਨੂੰ ਪੁੱਛਣ ਤੋਂ ਪਹਿਲਾਂ ਸੈਂਕੜੇ ਵਾਰ ਸੋਚਦਾ। ਫਿਰ ਜਵਾਬ 'ਚ ਮੈਂ ਦੱਸਿਆ ਕਿ ਕੁਝ ਸਾਲਾਂ ਤੋਂ ਮੈਂ ਆਪਣੇ ਦਿਲ ਦੀਆਂ ਭਾਵਨਾਵਾਂ ਬਾਰੇ ਸੋਚ ਵਿਚਾਰ ਕਰਨਾ ਛੱਡ ਦਿੱਤਾ ਹੈ। ਇਸ ਲਈ ਉਹਦੇ ਇਸ ਸਵਾਲ ਦਾ ਜਵਾਬ ਦੇਣਾ ਔਖਾ ਸੀ
ਤਾਂ ਵੀ ਇਹ ਗੱਲ ਆਪਣੇ ਧਰਮ ਈਮਾਨ ਨਾਲ ਕਹਿ ਸਕਦਾ ਕਿ ਮੈਨੂੰ ਆਪਣੀ ਮਾਂ ਨਾਲ ਬਹੁਤ ਜ਼ਿਆਦਾ ਪਿਆਰ ਸੀ। ਫਿਰ ਮੈਨੂੰ ਲੱਗਿਆ ਕਿ ਮੇਰਾ ਜਵਾਬ ਅਧੂਰਾ ਰਹਿ ਗਿਆ। ਉਸੇ ਵੇਲੇ ਮੈਂ ਖੁੱਲ੍ਹ ਕੇ ਬੋਲਿਆ, ਅਸਲੀ ਗੱਲ ਤਾਂ ਇਹ ਹੈ ਕਿ ਜਿਹੜੇ ਲੋਕ ਆਪਣੇ ਕਿਸੇ ਮਿੱਤਰ ਪਿਆਰੇ ਜਾਂ ਸਕੇ ਸੰਬੰਧੀ ਨੂੰ ਪਿਆਰ ਕਰਦੇ ਹਨ, ਉਹ ਗਾਹੇ ਬਗਾਏ ਉਸ ਪਿਆਰੇ ਦੀ ਮੌਤ ਹੋ ਜਾਣ ਬਾਰੇ ਵੀ ਸੁਚੇਤ ਰਹਿੰਦੇ ਹਨ। ਇਹ ਸੁਣ ਕੇ ਵਕੀਲ ਬੁਖਲਾ ਉੱਠਿਆ। ਮੈਨੂੰ ਇੱਕਦਮ ਟੋਕ ਕੇ ਬੋਲਿਆ, ਤੁਸੀਂ ਮੇਰੇ ਨਾਲ ਵਾਅਦਾ ਕਰੋ ਕਿ ਇਸ ਕਿਸਮ ਦੀ ਕੋਈ ਵੀ ਗੱਲ ਨਾ ਤੁਸੀਂ ਮੁਕੱਦਮੇ ਦੀ ਜਾਂਚ ਪੜਤਾਲ 'ਚ ਤੇ ਨਾ ਹੀ ਜੱਜ ਸਾਹਿਬ ਦੇ ਸਾਹਮਣੇ ਕਹੋਗੇ। ਵਕੀਲ ਨੂੰ ਸੰਤੁਸ਼ਟ ਕਰਨ ਲਈ ਮੈਂ ਉਹਦੇ ਨਾਲ ਇਹ ਵਾਅਦਾ ਕਰ ਲਿਆ, ਪਰ ਨਾਲ ਹੀ ਮੈਂ ਇਹ ਵੀ ਦੱਸ ਦਿੱਤਾ ਕਿ ਕਦੇ-ਕਦੇ ਕਿਸੇ ਖਾਸ ਮੌਕਿਆਂ ਤੇ ਮੇਰੀਆਂ ਭਾਵਨਾਵਾਂ ਮੇਰੇ ਸਰੀਰਕ ਅਵਸਥਾ ਤੋਂ ਸਿੱਧੀਆਂ ਪ੍ਰਭਾਵਿਤ ਹੋਣ ਲੱਗਦੀਆਂ ਹਨ। ਮਿਸਾਲ ਦੇ ਤੌਰ ਤੇ ਜਿਸ ਦਿਨ ਮੈਂ ਮਾਂ ਦੇ ਅੰਤਿਮ ਸੰਸਕਾਰ 'ਚ ਸ਼ਾਮਲ ਹੋਇਆ ਸੀ, ਉਸ ਦਿਨ ਮੈਂ ਜ਼ਿਆਦਾ ਸਮਾਂ ਸੁੱਤ ਨਿੰਦੇ 'ਚ ਹੀ ਘੁੰਮਦਾ ਰਿਹਾ। ਇਸ ਲਈ ਮੈਨੂੰ ਕੁਝ ਨਹੀਂ ਸੀ ਪਤਾ ਕਿ ਮੇਰੇ ਆਲੇ ਦੁਆਲੇ ਕੀ ਹੋ ਰਿਹਾ। ਖੈਰ, ਇਹ ਵੀ ਇੱਕ ਗੱਲ ਦਾ ਯਕੀਨ ਹੈ, ਮੈਂ ਆਪਣੇ ਵਕੀਲ ਨੂੰ ਦਿਵਾਉਣ 'ਚ ਸਫਲ ਰਿਹਾ ਕਿ ਮੇਰੀ ਦਿਲੀ ਇੱਛਾ ਇਹ ਸੀ ਕਿ ਮੇਰੀ ਮਾਂ ਦੀ ਮੌਤ ਕਦੇ ਨਾ ਹੁੰਦੀ। ਪਰ ਅਜੇ ਵੀ ਵਕੀਲ ਮੈਨੂੰ ਨਾਰਾਜ਼ ਹੀ ਲੱਗਿਆ। ਮੈਨੂੰ ਹਲਕਾ ਝਿੜਕ ਕੇ ਬੋਲਿਆ, ਸਿਰਫ ਇੰਨਾ ਕਹਿਣਾ ਹੀ ਕਾਫੀ ਨਹੀਂ ਹੈ। ਉਹ ਕੁਝ ਦੇਰ ਸੋਚ ਵਿਚਾਰ ਕੇ ਬੋਲਿਆ, ਕੀ ਮੈਂ ਇਸ ਗੱਲ ਦਾ ਇਹ ਅਰਥ ਲਵਾਂ ਕਿ ਉਸ ਦਿਨ ਤੁਹਾਡਾ ਆਪਣੀਆਂ ਭਾਵਨਾਵਾਂ ਤੇ ਪੂਰਾ ਕਾਬੂ ਸੀ? ਨਹੀਂ, ਇਹ ਗੱਲ ਸੱਚ ਨਹੀਂ, ਮੈਂ ਆਖਿਆ। ਵਕੀਲ ਨੇ ਮੇਰੇ ਵੱਲ ਕੌੜੀ ਜਿਹੀ ਨਿਗਾਹ ਮਾਰੀ, ਜਿਵੇਂ ਮੇਰੇ ਨਾਲ ਸਖਤ ਨਫ਼ਰਤ ਕਰਦਾ ਹੋਵੇ। ਫਿਰ ਬੜੀ ਬੇਰੁਖੀ ਜਿਹੀ ਨਾਲ ਬੋਲਿਆ, ਖੈਰ ਛੱਡੋ, ਇਸ ਤਗਾਸੇ ਪੱਖ ਵੱਲੋਂ ਬਿਰਧ ਆਸ਼ਰਮ ਦੇ ਵਾਰਡਨ ਤੇ ਕੁਝ ਕਰਮਚਾਰੀਆਂ ਦੀ ਗਵਾਹੀ ਤਾਂ ਲੈਣੀ ਪਏਗੀ ਤੇ ਹੋ ਸਕਦਾ ਤੇਰੇ ਮੁਕੱਦਮੇ ਦੀ ਬੇੜੀ 'ਚ ਗਵਾਹ ਪੱਥਰ ਪਾ ਦੇਣ। ਅੰਤ 'ਚ ਵਕੀਲ ਬੋਲਿਆ, ਜਦੋਂ ਮੈਂ ਪੁੱਛਿਆ ਕਿ ਮੇਰੀ ਮਾਂ ਦੀ ਮੌਤ ਦਾ ਇਸ ਮੁਕੱਦਮੇ ਨਾਲ ਕੀ ਸੰਬੰਧ ਹੈ, ਤਾਂ ਜਵਾਬ 'ਚੋਂ ਬੋਲਿਆ, ਸ਼ਾਇਦ ਤੁਹਾਡਾ ਪਹਿਲਾਂ ਕਦੇ ਕਾਨੂੰਨ ਨਾਲ ਵਾਹ ਨਹੀਂ ਪਿਆ। ਇੰਨਾ ਕਹਿ ਕੇ ਉਹ ਬੇਚੈਨੀ ਜਿਹੀ 'ਚ ਕਮਰੇ 'ਚੋਂ ਬਾਹਰ ਨਿਕਲ ਗਿਆ। ਮੈਂ ਸੋਚਿਆ ਜੇ ਉਹ ਕੁਝ ਦੇਰ ਹੋਰ ਰੁਕ ਜਾਂਦਾ ਤਾਂ ਮੈਂ ਉਹਨਾਂ ਨੂੰ ਸਪਸ਼ਟ ਦੱਸ ਦਿੰਦਾ ਕਿ ਮੈਨੂੰ ਤੇਰੀ ਹਮਦਰਦੀ ਦੀ ਲੋੜ ਹੈ, ਇਸ ਲਈ ਨਹੀਂ ਕਿ ਮੈਂ ਬਰੀ ਹੋ ਜਾਵਾਂ, ਬਲਕਿ ਉਂਝ ਹੀ ਦਿਲ ਕਰਦਾ ਸੀ ਮੈਨੂੰ ਉਹਦੀ ਹਮਦਰਦੀ ਮਿਲੇ। ਮੈਂ ਮਹਿਸੂਸ ਕੀਤਾ ਕਿ ਮੇਰੀ ਬੋਲਚਾਲ ਵਰਤ ਵਿਹਾਰ ਉਸ ਲਈ ਵੱਡੀ ਮੁਸੀਬਤ ਬਣ ਗਿਆ ਸੀ। ਉਹਦੀ ਸਮਝ 'ਚ ਨਹੀਂ ਸੀ ਆ ਰਿਹਾ ਕਿ ਆਖਰ ਮੈਂ ਕਿਸ ਕਿਸਮ ਦਾ ਆਦਮੀ ਹਾਂ। ਇੱਕ ਦੋ ਵਾਰ ਮੈਨੂੰ ਖਿਆਲ ਆਇਆ ਕਿ ਮੈਂ ਉਹਨੂੰ ਦੱਸਾਂ ਕਿ ਮੈਂ ਵੀ ਬਾਕੀ ਇਨਸਾਨਾਂ ਵਾਂਗ ਹੀ ਹਾਂ, ਪਰ ਇਹਦੇ ਨਾਲ ਵਕੀਲ ਨੂੰ ਕੋਈ ਫਰਕ ਨਹੀਂ ਸੀ ਪੈਣਾ, ਸੋ ਮੈਂ ਕੁਝ ਨਾ ਬੋਲਿਆ। ਫਿਰ ਮੈਨੂੰ ਕੁਝ ਸੁਸਤੀ ਵੀ ਸੀ ਤੇ ਕੁਝ ਬਿਨਾਂ ਕਿਸੇ ਕਾਰਨ ਮੈਂ ਇਸ ਸੰਬੰਧੀ ਸੋਚਣਾ ਹੀ ਛੱਡ ਦਿੱਤਾ। ਉਸੇ ਦਿਨ ਦੁਪਹਿਰ ਤੋਂ ਬਾਅਦ ਮੈਨੂੰ ਫਿਰ ਜੱਜ ਸਾਹਿਬ ਦੇ ਸਾਹਮਣੇ ਪੇਸ਼ ਕੀਤਾ ਗਿਆ। ਗਰਮੀ ਕਹਿਰ ਦੀ ਸੀ ਤੇ ਕਮਰੇ ਅੰਦਰ ਕਾਫੀ ਰੌਸ਼ਨੀ ਫੈਲੀ ਸੀ। ਖਿੜਕੀ ਉੱਪਰ ਪਤਲਾ ਜਿਹਾ ਪਰਦਾ ਲਟਕ ਰਿਹਾ ਸੀ। ਜੱਜ ਸਾਹਿਬ ਨੇ ਮੈਨੂੰ ਬੈਠਣ ਲਈ ਕਿਹਾ, ਫਿਰ ਬੜੇ ਨਰਮ ਲਹਿਜ਼ੇ 'ਚ ਦੱਸਿਆ ਕਿ ਕੁਝ ਖਾਸ ਕਾਰਨਾਂ ਕਰਕੇ ਮੇਰਾ ਵਕੀਲ ਉੱਥੇ ਹਾਜ਼ਰ ਨਹੀਂ ਹੋ ਸਕੇਗਾ। ਉਹਨਾਂ ਇਹ ਵੀ ਕਹਿ ਦਿੱਤਾ ਕਿ ਜੇ ਮੈਂ ਚਾਹਾਂ ਤਾਂ ਉਹਨਾਂ ਦੇ ਸਵਾਲਾਂ ਦੇ ਜਵਾਬ ਆਪਣੇ ਵਕੀਲ ਦੇ ਆਉਣ ਤੋਂ ਬਾਅਦ ਹੀ ਦੇਵਾਂ। ਇਸ ਗੱਲ ਦੇ ਜਵਾਬ 'ਚ ਮੈਂ ਬੋਲਿਆ ਕਿ ਮੈਂ ਹਰ ਪ੍ਰਸ਼ਨ ਦਾ ਉੱਤਰ ਇਕੱਲਾ ਹੀ ਦੇ ਸਕਦਾ। ਇਹ ਸੁਣ ਕੇ ਉਹਨਾਂ ਨੇ ਸਾਹਮਣੇ ਮੇਜ਼ ਉੱਪਰ ਰੱਖੀ ਘੰਟੀ ਵਜਾਈ ਤਾਂ ਇੱਕ ਨੌਜਵਾਨ ਕਲਰਕ ਮੇਰੇ ਕਮਰੇ ਅੰਦਰ ਦਾਖਲ ਹੋਇਆ ਤੇ ਮੇਰੇ ਪਿੱਛੇ ਪਈ ਕੁਰਸੀ ਤੇ ਬੈਠ ਗਿਆ। ਮੈਂ ਤੇ ਜੱਜ ਸਾਹਿਬ ਵੀ ਆਪਣੀ ਥਾਂ ਬੈਠੇ ਸੀ। ਜਾਂਚ ਦੀ ਕਾਰਵਾਈ ਸ਼ੁਰੂ ਹੋਈ। ਜੱਜ ਸਾਹਿਬ ਨੇ ਗੱਲ ਸ਼ੁਰੂ ਕੀਤੀ, ਤੇਰੇ ਬਾਰੇ ਲੋਕ ਕਹਿੰਦੇ ਹਨ ਕਿ ਤੇਰਾ ਸਮਾਜ 'ਚ ਕਿਸੇ ਨਾਲ ਕੋਈ ਵਾਹ ਵਾਸਤਾ ਨਹੀਂ, ਤੂੰ ਆਪਣੇ ਆਪ 'ਚ ਮਸਤ ਰਹਿਣਾ, ਤੇਰਾ ਇਸ ਬਾਰੇ ਕੀ ਵਿਚਾਰ ਹੈ? ਮੈਂ ਜਵਾਬ ਦਿੱਤਾ, ਜੀ ਅਸਲ 'ਚ ਮੈਨੂੰ ਕਿਸੇ ਨਾਲ ਖੁੱਲ੍ਹ ਕੇ ਗੱਲਬਾਤ ਕਰਨੀ ਆਉਂਦੀ ਨਹੀਂ, ਇਸ ਲਈ ਆਮ ਤੌਰ ਤੇ ਮੂੰਹ ਨੂੰ ਤਾਲਾ ਲਾ ਕੇ ਰੱਖਦਾ। ਉਹ ਥੋੜਾ ਮੁਸਕਰਾਏ, ਫਿਰ ਬੋਲੇ, ਘੱਟ ਬੋਲਣ ਦਾ ਤੁਹਾਡਾ ਦੱਸਿਆ ਕਾਰਨ ਬੜਾ ਢੁਕਵਾਂ ਹੈ। ਖੈਰ ਛੱਡੋ, ਇਹ ਸਵਾਲ ਹੀ ਕੋਈ ਬਹੁਤਾ ਦਿਲਚਸਪ ਨਹੀਂ ਸੀ। ਕੁਝ ਦੇਰ ਚੁੱਪ ਰਹਿਣ ਪਿੱਛੋਂ ਉਹ ਥੋੜਾ ਅੱਗੇ ਵੱਧ ਕੇ ਮੇਰੇ ਵੱਲ ਝੁਕੇ ਤੇ ਮੇਰੀਆਂ ਅੱਖਾਂ ਪਾ ਕੇ ਥੋੜੀ ਉੱਚੀ ਆਵਾਜ਼ 'ਚ ਬੋਲੇ, ਮੈਨੂੰ ਤਾਂ ਜੇਕਰ ਦਿਲਚਸਪੀ ਹੈ ਤਾਂ ਉਹ ਤੇਰੇ 'ਚ ਹੈ। ਉਹਨਾਂ ਦੀ ਗੱਲ ਮੇਰੇ ਪੱਲੇ ਨਹੀਂ ਪਈ, ਇਸ ਲਈ ਮੈਂ ਚੁੱਪ ਬੈਠਾ ਰਿਹਾ। ਉਹਨਾਂ ਨੇ ਫਿਰ ਆਖਿਆ, ਤੇਰੇ ਮੁਕੱਦਮੇ ਦੀਆਂ ਕਈ ਗੁੰਝਲਾਂ ਹਨ ਜਿਨ੍ਹਾਂ ਨੇ ਮੈਨੂੰ ਭੰਬਲ ਭੂਸੇ 'ਚ ਪਾਇਆ ਹੋਇਆ ਤੇ ਮੈਨੂੰ ਯਕੀਨ ਹੈ ਕਿ ਇਹਨਾਂ ਗੁੰਝਲਾਂ ਨੂੰ ਖੋਲ੍ਹਣ 'ਚ ਤੂੰ ਮੇਰੀ ਮਦਦ ਕਰੇਂਗਾ। ਫਿਰ ਮੈਨੂੰ ਉਹਨਾਂ ਨੇ ਇਹ ਸਭ ਕੁਝ ਮੁੜ ਦੱਸਣ ਲਈ ਕਿਹਾ ਜੋ ਮੈਂ ਘਟਨਾ ਵਾਲੇ ਦਿਨ ਕੀਤਾ ਸੀ। ਮੈਂ ਜਵਾਬ ਦਿੱਤਾ ਕਿ ਗੱਲ ਤਾਂ ਸਾਰੀ ਚਿੱਟੇ ਦਿਨ ਵਾਂਗ ਸਾਫ਼ ਤੇ ਸਪਸ਼ਟ ਹੈ। ਮੈਂ ਘਟਨਾ ਵਾਲੇ ਦਿਨ ਦੀਆਂ ਸਾਰੀਆਂ ਗੱਲਾਂ ਸੰਖੇਪ 'ਚ ਉਹਨਾਂ ਨੂੰ ਪਹਿਲਾਂ ਹੀ ਦੱਸ ਚੁੱਕਾ। ਕਿਵੇਂ ਮੈਂ ਰੇਮੰਡ ਨੂੰ ਮਿਲਿਆ ਸੀ, ਸਮੁੰਦਰ ਕਿਨਾਰੇ ਗਏ, ਰਲ ਕੇ ਨਹਾਤੇ, ਖਾਣੇ ਪਿੱਛੋਂ ਰੇਮੰਡ ਦੀ ਅਰਬਾਂ ਨਾਲ ਲੜਾਈ, ਫਿਰ ਮੈਂ ਦੁਬਾਰਾ ਇਕੱਲਾ ਹੀ ਸਮੁੰਦਰੀ ਕਿਨਾਰੇ ਵੱਲ ਗਿਆ, ਕਿਵੇਂ ਮੈਂ ਉਸ ਅਰਬ ਦੇ ਸਰੀਰ ਨੂੰ ਪਿਸਤੌਲ ਦੀਆਂ 5 ਗੋਲੀਆਂ ਨਾਲ ਠੰਡਾ ਕਰ ਦਿੱਤਾ। ਇਹ ਸਭ ਕੁਝ ਮੈਨੂੰ ਦੁਬਾਰਾ ਦੱਸਣਾ ਪਿਆ। ਮੇਰੇ ਹਰ ਵਾਕ ਬੋਲਣ ਪਿੱਛੇ ਉਹ ਸਿਰ ਹਿਲਾ ਕੇ ਆਖਦੇ, ਠੀਕ ਹੈ, ਠੀਕ ਹੈ। ਤੇ ਜਦੋਂ ਮੈਂ ਰੇਤ ਉੱਪਰ ਪਈ ਅਰਬੀ ਦੇ ਸਰੀਰ ਦਾ ਵਰਣਨ ਕੀਤਾ ਤਾਂ ਉਹ ਖਾਸ ਦਿਲਚਸਪੀ ਲੈ ਕੇ ਆਖਦੇ, ਠੀਕ ਹੈ, ਬਿਲਕੁਲ ਠੀਕ। ਇਸ ਕਿੱਸੇ ਨੂੰ ਦੁਹਰਾ ਕੇ ਮੈਂ ਅੱਕ ਗਿਆ ਸੀ। ਹੁਣ ਤਾਂ ਇੰਝ ਜਾਪਦਾ ਸੀ ਕਿ ਇਹ ਤੋਂ ਪਹਿਲਾਂ ਮੈਂ ਆਪਣੀ ਜ਼ਿੰਦਗੀ 'ਚ ਕਦੇ ਵੀ ਇੰਨਾ ਨਹੀਂ ਸੀ ਬੋਲਿਆ।
ਕੁਝ ਦੇਰ ਚੁੱਪ ਰਹਿਣ ਪਿੱਛੋਂ ਖੜੇ ਹੋਏ ਤੇ ਬੋਲੇ, ਮੈਨੂੰ ਤੇਰੇ ਨਾਲ ਹਮਦਰਦੀ ਹੈ ਤੇ ਮੈਂ ਤੇਰੀ ਮਦਦ ਵੀ ਕਰਨੀ ਚਾਹੁੰਦਾ। ਮੈਂ ਜਿੰਨਾ ਵੀ ਤੇਰੇ ਲਈ ਕਰ ਸਕਿਆ ਜ਼ਰੂਰ ਕਰਾਂਗਾ। ਫਿਰ ਰੱਬ ਨੇ ਚਾਹਿਆ ਤਾਂ ਸਭ ਕੁਝ ਠੀਕ ਹੋ ਜਾਏਗਾ, ਪਰ ਇਹਦੇ ਲਈ ਤੈਨੂੰ ਅਜੇ ਹੋਰ ਸਵਾਲਾਂ ਦੇ ਜਵਾਬ ਦੇਣੇ ਪੈਣਗੇ। ਫਿਰ ਇੱਕਦਮ ਮੈਨੂੰ ਪੁੱਛਿਆ ਕਿ ਕੀ ਮੈਂ ਆਪਣੀ ਮਾਂ ਨੂੰ ਪਿਆਰ ਕਰਦਾ ਸੀ। ਮੈਂ ਜਵਾਬ ਦਿੱਤਾ, ਹਾਂ, ਜਿਵੇਂ ਹਰ ਕੋਈ ਆਪਣੀ ਮਾਂ ਨੂੰ ਪਿਆਰ ਕਰਦਾ ਮੈਂ ਵੀ ਕਰਦਾ ਸੀ। ਮੇਰੇ ਪਿੱਛੇ ਬੈਠਾ ਕਲਰਕ ਜੋ ਲਗਾਤਾਰ ਮੇਰੇ ਜਵਾਬ ਟਾਈਪ ਕਰੀ ਜਾ ਰਿਹਾ ਸੀ, ਇੱਕਦਮ ਰੁਕ ਗਿਆ। ਸ਼ਾਇਦ ਉਹ ਕੁਝ ਗਲਤ ਟਾਈਪ ਕਰ ਗਿਆ ਸੀ। ਫਿਰ ਟਾਈਪ ਮਸ਼ੀਨ ਦੀ ਆਵਾਜ਼ ਤੋਂ ਲੱਗਿਆ ਉਹ ਗਲਤ ਲਿਖੇ ਵਾਕ ਨੂੰ ਕੱਟ ਰਿਹਾ ਸੀ। ਇਹ ਤੋਂ ਬਾਅਦ ਜੱਜ ਸਾਹਿਬ ਨੇ ਦੂਜਾ ਪ੍ਰਸ਼ਨ ਪੁੱਛਿਆ ਕਿ ਮੈਂ ਇੱਕ ਤੋਂ ਬਾਅਦ ਇੱਕ 5 ਗੋਲੀਆਂ ਇਕੱਠੀਆਂ ਕਿਉਂ ਚਲਾਤੀਆਂ। ਸਿੱਧੇ ਜਾਂ ਸਿੱਧੇ ਤੌਰ ਤੇ ਵੀ ਮੈਨੂੰ ਇਸ ਸਵਾਲ ਦਾ ਸੰਬੰਧ ਪਹਿਲੇ ਸਵਾਲ ਨਾਲ ਨਾ ਲੱਗਿਆ। ਮੈਂ ਕੁਝ ਦੇਰ ਸੋਚਿਆ, ਫਿਰ ਦੱਸਿਆ ਕਿ ਮੈਂ 5 ਗੋਲੀਆਂ ਇਕੱਠੀਆਂ ਨਹੀਂ ਸਨ ਚਲਾਈਆਂ। ਸਭ ਤੋਂ ਪਹਿਲਾਂ ਇੱਕ ਚਲਾਈ, ਫਿਰ ਕੁਝ ਦੇਰ ਰੁਕ ਕੇ ਬਾਕੀ 4 ਚਲਾਈਆਂ। ਤੂੰ ਪਹਿਲੀ ਗੋਲੀ ਚਲਾ ਕੇ ਥੋੜੀ ਦੇਰ ਰੁਕ ਕਿਉਂ ਗਿਆ ਸੀ? ਇਹ ਪ੍ਰਸ਼ਨ ਸੁਣ ਕੇ ਮੇਰੀਆਂ ਅੱਖਾਂ ਅੱਗੇ ਉਹ ਸਾਰਾ ਭਿਆਨਕ ਦ੍ਰਿਸ਼ ਫਿਲਮ ਵਾਂਗ ਘੁੰਮਣ ਲੱਗਾ। ਤੰਦੂਰ ਦੀ ਅੱਗ ਵਾਂਗ ਤਪਦਾ ਉਹ ਸਮੁੰਦਰੀ ਕਿਨਾਰਾ, ਅੰਗਾਰਿਆਂ ਵਾਂਗ ਬਰਸਦੀ ਗਰਮੀ। ਮੈਨੂੰ ਆਪਣੇ ਚਿਹਰੇ ਉੱਪਰ ਤਪਦੀ ਲੋਅ ਦਾ ਸੇਕ ਮਹਿਸੂਸ ਹੋਇਆ। ਮੈਂ ਕੋਈ ਜਵਾਬ ਨਾ ਦੇ ਸਕਿਆ। ਉਹ ਬੜੀ ਬੇਚੈਨੀ ਨਾਲ ਮੇਰੇ ਉੱਤਰ ਦੀ ਉਡੀਕ ਕਰ ਰਹੇ ਸਨ। ਉਹ ਕਦੇ ਕੁਰਸੀ ਤੇ ਬੈਠੇ ਹਿਲਜੁਲ ਕਰਦੇ, ਕਦੇ ਵਾਲਾਂ 'ਚ ਉਂਗਲੀਆਂ ਫੇਰਦੇ। ਆਖਿਰ ਮੇਜ਼ ਤੇ ਕੂਹਣੀਆਂ ਟਿਕਾ ਕੇ ਉਹ ਭਾਵਪੂਰਨ ਅੰਦਾਜ਼ 'ਚ ਮੇਰੇ ਵੱਲ ਝੁਕ ਗਏ। ਫਿਰ ਬੋਲੇ, ਪਰ ਕਿਉਂ? ਆਖਿਰ ਕਿਉਂ ਤੂੰ ਇੱਕ ਮੁਰਦਾ ਸਰੀਰ ਉੱਪਰ ਗੋਲੀਆਂ ਚਲਾਉਂਦਾ ਰਿਹਾ? ਉਹਨੇ ਆਪਣੀ ਕਿਉਂ ਤੇ ਆਖਿਰ ਕਿਉਂ ਸ਼ਬਦਾਂ ਉੱਤੇ ਜ਼ਿਆਦਾ ਜ਼ੋਰ ਦੇ ਕੇ ਕਿਹਾ। ਇਸ ਵਾਰ ਵੀ ਮੈਂ ਕੋਈ ਜਵਾਬ ਨਹੀਂ ਦਿੱਤਾ। ਮੈਜਿਸਟ੍ਰੇਟ ਨੇ ਮੱਥੇ ਉੱਪਰ ਹੱਥ ਫੇਰਿਆ ਤੇ ਫਿਰ ਥੋੜੇ ਬਦਲੇ ਅੰਦਾਜ਼ 'ਚ ਬੋਲੇ, ਮੈਂ ਜਾਣਨਾ ਚਾਹੁੰਦਾ ਤੂੰ ਅਜਿਹਾ ਕਿਉਂ ਕੀਤਾ। ਤੈਨੂੰ ਦੱਸਣਾ ਪਏਗਾ। ਮੈਂ ਹੁਣ ਵੀ ਕੁਝ ਨਹੀਂ ਬੋਲਿਆ। ਅਚਾਨਕ ਉਹ ਕੁਰਸੀ ਤੋਂ ਉੱਠੇ ਤੇ ਸਾਹਮਣੇ ਦੀ ਕੰਧ ਦੇ ਸਹਾਰੇ ਖੜੀ ਫਾਈਲਾਂ ਵਾਲੀ ਅਲਮਾਰੀ ਦਾ ਇੱਕ ਦਰਾਜ ਖੋਲ੍ਹਿਆ। ਉਸ 'ਚੋਂ ਸੂਲੀ ਤੇ ਲਟਕੇ ਈਸਾ ਮਸੀਹ ਦੀ ਚਾਂਦੀ ਦੀ ਮੂਰਤੀ ਕੱਢ ਕੇ ਹੱਥ 'ਚ ਲਹਿਰਾਉਂਦੇ ਵਾਪਸ ਆ ਬੈਠੇ। ਜਾਣਦੇ ਹੋ ਇਹ ਕੌਣ ਹੈ? ਉਹਨਾਂ ਦੀ ਆਵਾਜ਼ ਇੱਕਦਮ ਬਦਲੀ ਜਾਪਦੀ ਸੀ। ਭਾਵਨਾਵਾਂ ਦੇ ਵਹਾਅ 'ਚ ਹੀ ਆਵਾਜ਼ ਕੰਬਦੀ ਪਈ ਸੀ। ਜੀ ਹਾਂ, ਮੈਂ ਜਾਣਦਾ, ਮੈਂ ਜਵਾਬ ਦਿੱਤਾ। ਹੁਣ ਤਾਂ ਮੈਨੂੰ ਇੰਜ ਜਾਪਿਆ ਜਿਵੇਂ ਉਹਦੇ ਸਬਰ ਦਾ ਬੰਨ੍ਹ ਟੁੱਟ ਗਿਆ। ਉਹ ਬਿਨਾਂ ਸਾਹ ਲਏ ਅੰਨ੍ਹੇਵਾਹ ਬੋਲਣ ਲੱਗੇ, ਮੈਂ ਰੱਬ ਵਿੱਚ ਬਹੁਤ ਯਕੀਨ ਰੱਖਦਾ ਤੇ ਮੈਨੂੰ ਯਕੀਨ ਹੈ ਕਿ ਭੈੜੇ ਤੋਂ ਭੈੜਾ ਗੁਨਾਹਗਾਰ ਵੀ ਪਰਮਾਤਮਾ ਦੀ ਮਿਹਰ ਪ੍ਰਾਪਤ ਕਰ ਸਕਦਾ ਹੈ, ਬਸ਼ਰਤੇ ਉਹਨੂੰ ਭੈੜੇ ਕੰਮਾਂ ਤੋਂ ਤੋਬਾ ਕਰਨੀ ਪਏਗੀ, ਸੱਚੇ ਦਿਲੋਂ ਪਛਤਾਤਾਪ ਕਰਨਾ ਪਏਗਾ। ਉਹਨੂੰ ਕਿਸੇ ਮਾਸੂਮ ਬੱਚੇ ਵਾਂਗ ਆਪਣਾ ਦਿਲ ਸਾਫ਼ ਰੱਖਣਾ ਪਏਗਾ, ਨਿਰਸਵਾਰਥ ਹੋ ਕੇ ਰੱਬ ਉੱਪਰ, ਉਹਦੇ ਨਿਆਂ ਉੱਪਰ ਵਿਸ਼ਵਾਸ ਰੱਖਣਾ ਪਏਗਾ। ਉਹ ਮੇਜ਼ ਦੇ ਉੱਪਰ ਝੁਕੇ ਸਨ ਤੇ ਹੱਥ 'ਚ ਫੜੀ ਸਲੀਵ ਨੂੰ ਮੇਰੀਆਂ ਅੱਖਾਂ ਸਾਹਮਣੇ ਪੈਂਡੂਲਮ ਵਾਂਗ ਘੁਮਾ ਰਹੇ ਸਨ। ਪਰ ਉਹਨਾਂ ਦੇ ਪ੍ਰਵਚਨ ਮੇਰੇ ਇੱਕ ਕੰਨ ਪੈ ਕੇ ਦੂਜੇ ਤੋਂ ਬਾਹਰ ਨਿਕਲ ਰਹੇ ਸਨ। ਇਹਦਾ ਇੱਕ ਕਾਰਨ ਇਹ ਸੀ ਕਿ ਕਮਰੇ 'ਚ ਗਰਮੀ ਕਾਰਨ ਹੁਮਸ ਭਰੀ ਸੀ। ਵੱਡੀਆਂ ਵੱਡੀਆਂ ਮੱਖੀਆਂ ਮੇਰੇ ਸਿਰ ਦੁਆਲੇ ਭੀਂ ਭੀਂ ਕਰੀ ਜਾ ਰਹੀਆਂ ਸਨ। ਦੂਜਾ, ਉਹਨਾਂ ਦੀਆਂ ਗੱਲਾਂ ਨੇ ਮੇਰੇ ਮਨ 'ਚ ਦਹਿਸ਼ਤ ਤੇ ਡਰ ਬਿਠਾ ਦਿੱਤਾ ਸੀ। ਫਿਰ ਮੈਨੂੰ ਮਹਿਸੂਸ ਹੋਇਆ ਕਿ ਕਿਸੇ ਵੀ ਮੁਜਰਮ ਤੋਂ ਸਾਨੂੰ ਡਰਨਾ ਨਹੀਂ ਚਾਹੀਦਾ, ਕਿਉਂਕਿ ਜੋ ਵੀ ਹੋਵੇ ਆਖਿਰ ਮੈਂ ਇੱਕ ਮੁਜਰਮ ਹਾਂ। ਖੈਰ, ਉਹ ਲਗਾਤਾਰ ਬੋਲਦੇ ਰਹੇ ਤੇ ਮੈਂ ਉਹਦੀਆਂ ਗੱਲਾਂ ਨੂੰ ਹੁਣ ਧਿਆਨ ਨਾਲ ਸੁਣਨਾ ਸ਼ੁਰੂ ਕਰ ਦਿੱਤਾ। ਇੱਕ ਗੱਲ ਮੇਰੀ ਸਮਝ 'ਚ ਆ ਚੁੱਕੀ ਸੀ ਕਿ ਮੇਰੇ ਇਕਬਾਲੀਆ ਬਿਆਨ ਵਿਚਲੀ ਇੱਕ ਗੱਲ ਦੀ ਵਿਆਖਿਆ ਬਾਕੀ ਰਹਿ ਗਈ ਕਿ ਮੈਂ ਇੱਕ ਗੋਲੀ ਚਲਾਉਣ ਪਿੱਛੋਂ ਕੁਝ ਦੇਰ ਰੁਕਿਆ ਕਿਉਂ ਸੀ। ਬਾਕੀ ਸਾਰੀਆਂ ਗੱਲਾਂ ਤਾਂ ਠੀਕ ਸੀ, ਪਰ ਮੈਜਿਸਟ੍ਰੇਟ ਸਾਹਿਬ ਨੂੰ ਇਸ ਗੱਲ ਨੇ ਭੰਬਲ ਭੂਸੇ 'ਚ ਪਾ ਰੱਖਿਆ। ਮੈਂ ਉਹਨਾਂ ਨੂੰ ਕਿਹਾ ਕਿ ਇਸ ਇੱਕ ਗੱਲ ਉੱਪਰ ਬੇਵਜ੍ਹਾ ਜ਼ੋਰ ਦੇਣਾ ਗਲਤ ਹੈ। ਇਹ ਇੰਨੀ ਮਹੱਤਵਪੂਰਨ ਨਹੀਂ ਹੈ। ਅਜੇ ਅੱਧੀ ਗੱਲ ਮੇਰੇ ਮੂੰਹ 'ਚ ਹੀ ਸੀ ਕਿ ਉਹ ਇੱਕਦਮ ਉੱਠ ਕੇ ਖੜੇ ਹੋ ਗਏ ਤੇ ਭਾਵਪੂਰਨ ਤਰੀਕੇ ਨਾਲ ਪੁੱਛਣ ਲੱਗੇ ਕਿ ਤੂੰ ਰੱਬ ਨੂੰ ਮੰਨਦਾ ਜਾਂ ਨਹੀਂ। ਫਿਰ ਜਦੋਂ ਮੈਂ ਕਿਹਾ ਕਿ ਨਹੀਂ, ਤਾਂ ਅੱਗ ਬਬੂਲਾ ਹੋ ਉੱਠੇ, ਧੜਮ ਕਰਕੇ ਕੁਰਸੀ ਤੇ ਬੈਠ ਗਏ। ਫਿਰ ਬੋਲੇ, ਮੈਂ ਇਸ ਗੱਲ ਦੀ 7 ਜਨਮਾਂ 'ਚ ਵੀ ਕਲਪਨਾ ਨਹੀਂ ਕਰ ਸਕਦਾ ਕਿ ਰੱਬ 'ਚ ਵਿਸ਼ਵਾਸ ਨਾ ਰੱਖਾਂ। ਹਰ ਆਦਮੀ ਪਰਮਾਤਮਾ ਨੂੰ ਮੰਨਦਾ ਹੈ। ਜਿਹੜੇ ਰੱਬ ਨੂੰ ਗਾਲਾਂ ਕੱਢਦੇ ਹਨ, ਉਸ ਨਾਲ ਨਾਰਾਜ਼ ਰਹਿੰਦੇ ਹਨ, ਉਹ ਵੀ ਰੱਬ ਦੀ ਹੋਂਦ ਤੋਂ ਮੁਨਕਰ ਨਹੀਂ ਹਨ। ਜਿਸ ਦਿਨ ਰੱਬ ਪ੍ਰਤੀ ਤੇਰਾ ਵਿਸ਼ਵਾਸ 'ਚ ਥੋੜੀ ਵੀ ਕਮੀ ਆਈ, ਉਸ ਦਿਨ ਤੋਂ ਹੀ ਤੇਰਾ ਜੀਣਾ ਵਿਅਰਥ ਹੋ ਜਾਏਗਾ। ਜ਼ਿੰਦਗੀ ਦਾ ਕੋਈ ਨਿਸ਼ਾਨਾ ਨਹੀਂ ਰਹੇਗਾ। ਉਹ ਤੈਸ਼ ਚਾਏ ਬੋਲੀ ਗਏ ਕਿ ਤੂੰ ਚਾਹੁੰਦਾ ਤੇਰਾ ਜੀਵਨ ਇਸ ਤਰ੍ਹਾਂ ਦਾ ਨਿਰਾਰਥ ਹੋ ਜਾਏ। ਮੇਰੀ ਖੋਪੜੀ 'ਚ ਕੁਝ ਨਹੀਂ ਸੀ ਪੈ ਰਿਹਾ। ਮੇਰੇ ਚਾਹੁਣ ਜਾਂ ਨਾ ਚਾਹੁਣ ਦਾ ਉਹਦੇ ਜੀਵਨ ਨਾਲ ਕੀ ਸੰਬੰਧ ਹੈ। ਇਹ ਗੱਲ ਮੈਂ ਉਹਨਾਂ ਨੂੰ ਕਹਿ ਵੀ ਦਿੱਤੀ। ਮੈਂ ਅਜੇ ਬੋਲ ਹੀ ਰਿਹਾ ਸੀ ਕਿ ਉਹਨਾਂ ਨੇ ਸਲੀਬ ਨੂੰ ਫਿਰ ਮੇਰੇ ਚਿਹਰੇ ਦੇ ਨੇੜੇ ਕਰਦਿਆਂ ਕਿਹਾ, ਤੂੰ ਕੁਝ ਵੀ ਬੋਲ, ਮੈਂ ਤਾਂ ਇੱਕ ਈਸਾਈ ਹਾਂ ਤੇ ਪਰਮਾਤਮਾ ਅੱਗੇ ਸੱਚੇ ਦਿਲੋਂ ਬੇਨਤੀ ਕਰਾਂਗਾ ਕਿ ਉਹ ਤੇਰੇ ਗੁਨਾਹ ਮਾਫ਼ ਕਰ ਦੇਣ। ਫਿਰ ਭਰਾ ਮੇਰਿਆ, ਤੂੰ ਰੱਬ ਉੱਤੇ ਯਕੀਨ ਕਿਉਂ ਨਹੀਂ ਕਰਦਾ? ਦੇਖ, ਯਿਸੂ ਮਸੀਹ ਨੇ ਸਾਡੇ ਲਈ ਕਿੰਨੀਆਂ ਤਕਲੀਫਾਂ ਕੱਟੀਆਂ।
ਮੈਨੂੰ ਉਹਨਾਂ ਦੇ ਇਹਨਾਂ ਸ਼ਬਦਾਂ 'ਚ ਡੂੰਘਾ ਤਰਲਾ ਜਾਪਿਆ। ਉਹ ਬੋਲੀ ਜਾ ਰਹੇ ਸਨ, ਪਰ ਮੈਨੂੰ ਇਹ ਸਭ ਕੁਝ ਬਕਵਾਸ ਜਾਪਦਾ ਸੀ, ਜਿਸ ਤੋਂ ਮੇਰਾ ਮਨ ਅੱਕ ਗਿਆ ਸੀ। ਦੂਜੇ ਪਾਸੇ ਗਰਮੀ ਕਰਕੇ ਕਮਰਾ ਹੋਰ ਤਪਣ ਲੱਗ ਪਿਆ ਸੀ। ਮੇਰੀ ਆਦਤ ਹੈ ਕਿ ਜਦੋਂ ਗੱਲਬਾਤ ਕਰਦਾ ਅੱਕ ਜਾਵਾਂ ਤਾਂ ਮੈਂ ਦੂਜੇ ਆਦਮੀ ਨਾਲ ਸਹਿਮਤ ਹੋ ਜਾਂਦਾ, ਉਹਨਾਂ ਦੀ ਹਾਂ ਛਾਂ ਮਿਲਾਉਣ ਲੱਗ ਪੈਣਾ। ਹੁਣ ਵੀ ਜਦੋਂ ਮੈਂ ਇਸ ਤਰ੍ਹਾਂ ਕੀਤਾ ਤਾਂ ਮੈਨੂੰ ਇਹ ਦੇਖ ਕੇ ਹੈਰਾਨੀ ਹੋਈ ਕਿ ਮੈਜਿਸਟ੍ਰੇਟ ਸਾਹਿਬ ਦਾ ਚਿਹਰਾ ਖਿੜ ਉੱਠਿਆ। ਮੰਨ ਗਿਆ ਨਾ? ਅੱਛਾ, ਹੁਣ ਤਾਂ ਤੂੰ ਇਹ ਸਵੀਕਾਰ ਕਰਦਾ ਹੈ ਕਿ ਰੱਬ ਦੀ ਹੋਂਦ ਹੈ ਤੇ ਤੇਰਾ ਰੱਬ ਤੇ ਯਕੀਨ ਹੈ? ਉਹਨਾਂ ਨੇ ਫੇਰ ਪੁੱਛਿਆ। ਉਹਨਾਂ ਦੀ ਇਹ ਗੱਲ ਸੁਣ ਕੇ ਮੈਨੂੰ ਪਤਾ ਹੀ ਨਹੀਂ ਲੱਗਿਆ ਕਿ ਜਦੋਂ ਮੈਂ ਜਵਾਬ ਦਿੰਦਿਆਂ ਇਨਕਾਰ 'ਚ ਸਿਰ ਹਿਲਾਤਾ। ਉਹਨਾਂ ਦੀ ਖੁਸ਼ੀ ਇੱਕਦਮ ਖਿੰਡ ਭੁੰਨ ਗਈ ਤੇ ਉਹ ਨਿਰਾਸ਼ ਹੋ ਕੇ ਕੁਰਸੀ ਤੇ ਬੈਠ ਗਏ। ਕੁਝ ਸਮਾਂ ਕਮਰੇ 'ਚ ਸ਼ਾਂਤੀ ਰਹੀ। ਫਿਰ ਇਸ ਖਾਮੋਸ਼ੀ ਦੌਰਾਨ ਟਾਈਪਰਾਈਟਰ ਨੇ ਸਾਡੇ ਵਿਚਕਾਰ ਹੋਈ ਆਖਰੀ ਗੱਲ ਹੂਬਹੂ ਟਾਈਪ ਕਰ ਦਿੱਤੀ। ਟਾਈਪਰਾਈਟਰ ਦੀ ਟਿਕ ਟਿਕ ਨੇ ਕਮਰੇ ਦੀ ਖਾਮੋਸ਼ੀ ਨੂੰ ਤੋੜ ਦਿੱਤਾ। ਫਿਰ ਮੈਜਿਸਟ੍ਰੇਟ ਸਾਹਿਬ ਅੱਖਾਂ ਪਾੜ ਮੈਨੂੰ ਵੇਖਦੇ ਤੇ ਦੁਖੀ ਹੋ ਕੇ ਬੋਲੇ, ਆਪਣੇ ਸਾਰੇ ਜੀਵਨ ਦੌਰਾਨ ਮੈਂ ਤੇਰੇ ਵਰਗਾ ਅੜਬ ਤੇ ਨਿਰਦਈ ਬੰਦਾ ਨਹੀਂ ਵੇਖਿਆ। ਹੁਣ ਤੱਕ ਜਿੰਨੇ ਵੀ ਮੁਜਰਮ ਇੱਥੇ ਆਏ ਉਹ ਸਾਰੇ ਯਿਸੂ ਮਸੀਹ ਦੀ ਇਹ ਸਲੀਬ ਦੇਖ ਕੇ ਫੁੱਟ ਕੇ ਰੋਏ ਸਨ। ਮੈਂ ਉਹਨਾਂ ਨੂੰ ਕਹਿਣ ਹੀ ਲੱਗਾ ਸੀ ਕਿ ਰੋਏ ਹੋਣਗੇ ਕਿਉਂਕਿ ਮੁਜਰਮ ਸਨ। ਫਿਰ ਉਸੇ ਵੇਲੇ ਖਿਆਲ ਆਇਆ ਕਿ ਮੈਨੂੰ ਵੀ ਤਾਂ ਮੁਜਰਮਾਂ ਦੀ ਸ਼੍ਰੇਣੀ ਸਮਝਿਆ ਜਾ ਰਿਹਾ। ਫਿਰ ਪਤਾ ਨਹੀਂ ਕਿਉਂ ਮੈਂ ਆਪਣੇ ਆਪ ਨੂੰ ਮੁਜਰਮ ਮੰਨਣ ਲਈ ਤਿਆਰ ਹੀ ਨਹੀਂ ਸੀ। ਮੈਨੂੰ ਇਹ ਦੱਸਣ ਲੱਗੇ ਕਿ ਵਾਰਤਾਲਾਪ ਖਤਮ ਹੋ ਗਈ। ਉਹ ਖੜੇ ਹੋ ਗਏ। ਫਿਰ ਥੱਕੇ ਹਾਰੇ ਅੰਦਾਜ਼ 'ਚ ਉਹਨਾਂ ਨੇ ਮੈਨੂੰ ਆਖਰੀ ਸਵਾਲ ਪੁੱਛਿਆ ਕਿ ਕੀ ਮੈਨੂੰ ਆਪਣੇ ਕੀਤੇ ਕਿਰਾਏ ਉੱਪਰ ਪਛਤਾਵਾ ਹੈ। ਕੁਝ ਦੇਰ ਸੋਚਣ ਬਾਅਦ ਮੈਂ ਜਵਾਬ ਦਿੱਤਾ ਕਿ ਮੈਨੂੰ ਪਛਤਾਵਾ ਘੱਟ ਪਰ ਪਰੇਸ਼ਾਨੀ ਜ਼ਿਆਦਾ ਹੋ ਰਹੀ ਹੈ। ਮੈਨੂੰ ਇਹ ਜਵਾਬ ਦਿੰਦਿਆਂ ਪਰੇਸ਼ਾਨੀ ਤੋਂ ਜ਼ਿਆਦਾ ਢੁਕਵਾਂ ਸ਼ਬਦ ਕੋਈ ਨਹੀਂ ਲੱਭਿਆ, ਪਰ ਮੈਨੂੰ ਜਾਪਿਆ ਉਹ ਮੇਰੀ ਗੱਲ ਸਮਝ ਹੀ ਨਹੀਂ। ਉਸ ਦਿਨ ਦੀ ਕਾਰਵਾਈ ਇੱਥੇ ਖਤਮ ਹੋ ਗਈ। ਇਸ ਤੋਂ ਪਿੱਛੋਂ ਮੈਨੂੰ ਕਈ ਵਾਰ ਮੈਜਿਸਟ੍ਰੇਟ ਸਾਹਮਣੇ ਪੇਸ਼ ਹੋਣਾ ਪਿਆ, ਪਰ ਮੇਰਾ ਵਕੀਲ ਹਮੇਸ਼ਾ ਮੇਰੇ ਨਾਲ ਹੁੰਦਾ ਸੀ। ਇਹਨਾਂ ਸਾਰੀਆਂ ਬਹਿਸਾਂ ਦੌਰਾਨ ਮੇਰੇ ਵੱਲੋਂ ਪਹਿਲਾਂ ਹੀ ਦਿੱਤੇ ਬਿਆਨਾਂ ਦੀ ਖੱਲ ਉਤਾਰੀ ਜਾਂਦੀ ਰਹੀ, ਜਾਂ ਫਿਰ ਵਕੀਲ ਤੇ ਮੈਜਿਸਟ੍ਰੇਟ ਸਾਹਿਬ ਆਪਸ 'ਚ ਕਾਨੂੰਨੀ ਗੁੰਝਲਾਂ ਨਾਲ ਮੱਥਾ ਮਾਰਦੇ ਰਹੇ। ਪੂਰੀ ਕਾਰਵਾਈ ਦੌਰਾਨ ਕਈ ਵਾਰ ਉਹਨਾਂ ਨੂੰ ਖਿਆਲ ਹੀ ਨਾ ਰਹਿੰਦਾ ਕਿ ਮੈਂ ਵੀ ਕਮਰੇ 'ਚ ਬੈਠਾ। ਜਿਵੇਂ ਜਿਵੇਂ ਸਮਾਂ ਬੀਤਦਾ ਗਿਆ ਮੇਰੇ ਮੁਕੱਦਮੇ 'ਚ ਕਈ ਮੋੜ ਆਉਂਦੇ ਰਹੇ। ਮੈਨੂੰ ਇੰਝ ਲੱਗਦਾ ਸੀ ਕਿ ਮੈਜਿਸਟ੍ਰੇਟ ਸਾਹਿਬ ਨੂੰ ਹੁਣ ਮੇਰੇ 'ਚ ਕੋਈ ਦਿਲਚਸਪੀ ਨਹੀਂ ਸੀ ਤੇ ਮਨ ਹੀ ਮਨ ਉਹ ਮੇਰੇ ਬਾਰੇ ਆਪਣਾ ਫੈਸਲਾ ਤਿਆਰ ਕਰੀ ਬੈਠੇ ਸਨ। ਇਸ ਤੋਂ ਬਾਅਦ ਉਹਨਾਂ ਨੇ ਕਦੇ ਪਰਮਾਤਮਾ ਦਾ ਜ਼ਿਕਰ ਕੀਤਾ ਤੇ ਨਾ ਹੀ ਕਦੇ ਧਾਰਮਿਕ ਸਿੱਖਿਆ ਦੇਣ ਦਾ ਜੋਸ਼ ਵਿਖਾਇਆ, ਜਿਹਦੇ ਕਰਕੇ ਮੈਂ ਪਹਿਲੀ ਮੁਲਾਕਾਤ ਵਿੱਚ ਹੀ ਡੂੰਘੀ ਪਰੇਸ਼ਾਨੀ ਹੰਢਾ ਚੁੱਕਾ ਸੀ। ਜਿਵੇਂ ਮੈਂ ਪਹਿਲਾਂ ਦੱਸਿਆ ਕਿ ਮੈਜਿਸਟ੍ਰੇਟ ਸਾਹਿਬ ਤੇ ਵਕੀਲ ਵਿੱਚ ਹੀ ਬਹਿਸ ਹੁੰਦੀ ਸੀ। ਕਦੇ ਉਹ ਮੁਕੱਦਮੇ ਤੋਂ ਇਲਾਵਾ ਕਿਸੇ ਸਧਾਰਨ ਵਿਸ਼ੇ ਤੇ ਵੀ ਗੱਲਬਾਤ ਕਰ ਲੈਂਦੇ, ਜਿਸ 'ਚ ਮੈਨੂੰ ਵੀ ਹਿੱਸਾ ਲੈਣ ਲਈ ਕਹਿੰਦੇ। ਇੱਕ ਅੱਧ ਵਾਰੀ ਵਕੀਲ ਮੈਨੂੰ ਦੱਸ ਚੁੱਕਿਆ ਸੀ ਕਿ ਮੇਰੇ ਮੁਕੱਦਮੇ ਦੀ ਢੁਕਵੀਂ ਸੁਣਵਾਈ ਹੋ ਰਹੀ ਹੈ। ਹੁਣ ਮੈਂ ਪਹਿਲਾਂ ਨਾਲੋਂ ਵੀ ਜ਼ਿਆਦਾ ਨਿਸ਼ਚਿੰਤ ਹੋ ਗਿਆ। ਇਹਨਾਂ ਦਿਨਾਂ ਦੌਰਾਨ ਕਿਸੇ ਨੇ ਵੀ ਮੇਰੇ ਪ੍ਰਤੀ ਬੇਰੁਖੀ ਦੀ ਨਫ਼ਰਤ ਨਹੀਂ ਦਿਖਾਈ। ਸਾਰਾ ਕੁਝ ਬੜੇ ਪ੍ਰਸੰਨਚਿਤ ਮਾਹੌਲ ਵਿੱਚ ਚੱਲਦਾ ਰਿਹਾ ਤਾਂ ਮੈਨੂੰ ਅਹਿਸਾਸ ਹੁੰਦਾ ਕਿ ਮੇਰੀ ਇਹਨਾਂ ਨਾਲ ਕਾਫੀ ਪੁਰਾਣੀ ਜਾਣ ਪਛਾਣ ਹੈ। 11 ਮਹੀਨੇ ਮੇਰੀਆਂ ਪੇਸ਼ੀਆਂ ਹੁੰਦੀਆਂ ਰਹੀਆਂ, ਜਿਨ੍ਹਾਂ ਦਾ ਮੈਂ ਆਦੀ ਹੋ ਗਿਆ ਸੀ। ਹਰ ਰੋਜ਼ ਪੇਸ਼ੀ ਖਤਮ ਹੋਣ ਤੋਂ ਬਾਅਦ ਮੈਜਿਸਟ੍ਰੇਟ ਸਾਹਿਬ ਬੜੇ ਦੋਸਤਾਨਾ ਅੰਦਾਜ਼ 'ਚ ਮੇਰੇ ਮੋਢੇ ਥਪਥਪਾ ਕੇ ਆਖਦੇ, ਅੱਛਾ ਫਿਰ ਰੱਬ ਦੇ ਦੁਸ਼ਮਣ ਬੰਦਿਆ, ਅੱਜ ਲਈ ਇੰਨਾ ਕਾਫੀ ਹੈ। ਮੈਨੂੰ ਇਹ ਗੱਲ ਸੁਣ ਕੇ ਬੜਾ ਆਨੰਦ ਮਿਲਦਾ। ਫਿਰ ਮੈਨੂੰ ਪੁਲਿਸ ਵਾਲਿਆਂ ਦੇ ਹਵਾਲੇ ਕਰ ਦਿੱਤਾ ਜਾਂਦਾ। ਧੰਨਵਾਦ। ਅੰਗ ਦੂਸਰਾ। ਕੁਝ ਅਜਿਹੀਆਂ ਵੀ ਗੱਲਾਂ ਹਨ ਜਿਨ੍ਹਾਂ ਦੀ ਚਰਚਾ ਕਰਨਾ ਮੈਨੂੰ ਚੰਗਾ ਨਹੀਂ ਲੱਗਦਾ। ਜੇਲ੍ਹ 'ਚ ਕੁਝ ਦਿਨ ਗੁਜ਼ਾਰਨ ਪਿੱਛੋਂ ਮੈਂ ਫੈਸਲਾ ਕੀਤਾ ਕਿ ਜ਼ਿੰਦਗੀ ਦੇ ਇਹਨਾਂ ਕਾਲੇ ਦਿਨਾਂ ਬਾਰੇ ਵੀ ਕਿਸੇ ਨਾਲ ਚਰਚਾ ਨਹੀਂ ਕਰਾਂਗਾ। ਫਿਰ ਜਿਵੇਂ ਜਿਵੇਂ ਸਮਾਂ ਬੀਤਦਾ ਗਿਆ ਤਿਵੇਂ ਮੈਨੂੰ ਮਹਿਸੂਸ ਹੋਇਆ ਕਿ ਮੇਰਾ ਇਹ ਫੈਸਲਾ ਕਿਸੇ ਮਜ਼ਬੂਤ ਦਲੀਲ ਜਾਂ ਤਰਕ ਉੱਤੇ ਆਧਾਰਿਤ ਨਹੀਂ ਹੈ। ਅਸਲ 'ਚ ਇਸ ਫੈਸਲੇ ਦਾ ਕਾਰਨ ਇਹ ਸੀ ਕਿ ਜੇਲ੍ਹ 'ਚ ਪਹਿਲਾਂ ਤਾਂ ਮੈਨੂੰ ਮਹਿਸੂਸ ਹੀ ਨਹੀਂ ਹੋਇਆ ਸੀ ਕਿ ਮੈਂ ਜੇਲ੍ਹ 'ਚ ਹਾਂ। ਦੂਜਾ, ਹਰ ਵੇਲੇ ਮੇਰੇ ਮਨ 'ਚ ਛੋਟੀ ਜਿਹੀ ਆਸ ਬਣੀ ਰਹਿੰਦੀ ਸੀ ਕਿ ਕਿਸੇ ਨਾ ਕਿਸੇ ਦਿਨ ਮੈਂ ਇੱਥੋਂ ਰਿਹਾ ਹੋ ਜਾਵਾਂਗਾ। ਪਰ ਮੈਰੀ ਦੇ ਨਾਲ ਹੋਈ ਸਿਰਫ ਪਹਿਲੀ ਮੁਲਾਕਾਤ ਤੋਂ ਬਾਅਦ ਹੀ ਮੇਰੇ ਮਨ ਅੰਦਰ ਬਦਲਾਅ ਆ ਗਿਆ। ਜਿਸ ਦਿਨ ਮੈਨੂੰ ਮੈਰੀ ਦਾ ਖੱਤ ਮਿਲਿਆ ਕਿ ਜੇਲ੍ਹ ਵਾਲੇ ਹੁਣ ਮੈਨੂੰ ਦੁਬਾਰਾ ਤੇਰੇ ਨਾਲ ਮਿਲਣ ਨਹੀਂ ਦੇਣਗੇ ਕਿਉਂ ਜੋ ਮੈਂ ਤੇਰੀ ਪਤਨੀ ਨਹੀਂ ਹਾਂ, ਬਸ ਉਸੇ ਦਿਨ ਮੈਨੂੰ ਮਹਿਸੂਸ ਹੋ ਗਿਆ ਕਿ ਹੁਣ ਜੇਲ੍ਹ ਦੀ ਇਹ ਕਾਲ ਕੋਠੜੀ ਮੇਰੀ ਆਖਰੀ ਮੰਜ਼ਿਲ ਹੈ। ਜਿਸ ਦਿਨ ਮੈਨੂੰ ਗ੍ਰਿਫਤਾਰ ਕੀਤਾ ਗਿਆ ਉਸ ਦਿਨ ਮੈਨੂੰ ਬਾਕੀ ਕੈਦੀਆਂ ਦੇ ਨਾਲ ਇੱਕ ਵੱਡੇ ਸਾਰੇ ਕਮਰੇ 'ਚ ਰੱਖਿਆ ਗਿਆ। ਬਾਕੀ ਕੈਦੀਆਂ 'ਚੋਂ ਜ਼ਿਆਦਾਤਰ ਅਰਬੀ ਸਨ। ਦੇਖਦੇ ਹੀ ਕੁਝ ਕੈਦੀ ਹਿੜ ਕਰਦੇ ਬੋਲੇ, ਕੀ ਕਰ ਆਇਆ ਹੈ?
ਮੈਂ ਦੱਸ ਦਿੱਤਾ ਕਿ ਇੱਕ ਅਰਬੀ ਨੂੰ ਯਮਰਾਜ ਦਾ ਪ੍ਰਾਹੁਣਾ ਬਣਾ ਕੇ ਆਇਆ। ਇਹ ਸੁਣ ਕੇ ਉਹ ਕੁਝ ਦੇਰ ਖਾਮੋਸ਼ ਹੋ ਗਏ। ਮੈਨੂੰ ਲੱਗਿਆ ਉਹਨਾਂ ਮੇਰੇ ਵੱਲੋਂ ਮੂੰਹ ਫੇਰ ਲਿਆ। ਹੁਣ ਰਾਤ ਹੋਣ ਵਾਲੀ ਸੀ। ਇੱਕ ਅਰਬੀ ਕੈਦੀ ਨੇ ਮੈਨੂੰ ਸੌਣ ਵਾਲਾ ਗੱਦਾ ਵਿਛਾਉਣ ਦਾ ਤਰੀਕਾ ਦੱਸਿਆ। ਉਸ ਅਨੁਸਾਰ ਮੈਂ ਆਪਣਾ ਗੱਦਾ ਵਿਛਾਉਣ ਲੱਗਿਆ। ਇਹਦਾ ਇੱਕ ਲੜ ਥੋੜਾ ਜਿਹਾ ਲਪੇਟਿਆ ਹੀ ਰਹਿਣ ਦੇਵਾਂ। ਇਹ ਲੜ ਮੈਨੂੰ ਸਰਾਣੇ ਦਾ ਕੰਮ ਦੇਏਗਾ। ਫਿਰ ਵੀ ਸਾਰੀ ਰਾਤ ਮੈਂ ਸੌ ਨਾ ਸਕਿਆ ਤੇ ਖਟਮਲ ਮੈਨੂੰ ਪਰੇਸ਼ਾਨ ਕਰਦੇ ਰਹੇ। ਕੁਝ ਦਿਨਾਂ ਪਿੱਛੋਂ ਮੈਨੂੰ ਇਕੱਲੇ ਨੂੰ ਇੱਕ ਕੋਠੜੀ 'ਚ ਰੱਖਿਆ ਗਿਆ। ਇੱਥੇ ਕਬਜ਼ਿਆਂ ਦੇ ਸਹਾਰੇ ਕੰਧ ਨਾਲ ਝੂਲਦੇ ਇੱਕ ਫੱਟੇ ਉੱਪਰ ਸੌਣ ਦਾ ਪ੍ਰਬੰਧ ਸੀ। ਇਸੇ ਕੋਠੜੀ ਅੰਦਰ ਪਖਾਨੇ ਦੀ ਬਾਲਟੀ ਤੇ ਟੀਨ ਦੇ ਲੋਟੇ ਤੋਂ ਸਿਵਾ ਕੁਝ ਵੀ ਨਹੀਂ ਸੀ। ਹਾਂ, ਕੰਧ 'ਚ ਇੱਕ ਛੋਟੀ ਜਿਹੀ ਖਿੜਕੀ ਰੱਖੀ ਹੋਈ ਸੀ ਜਿੱਥੋਂ ਸਮੁੰਦਰ ਦਾ ਹਲਕਾ ਜਿਹਾ ਦ੍ਰਿਸ਼ ਦੇਖਿਆ ਜਾ ਸਕਦਾ ਸੀ। ਇੱਕ ਦਿਨ ਮੈਂ ਤਾਕੀ ਦੀਆਂ ਸੀਖਾਂ ਫੜ ਕੇ ਬਾਹਰੀ ਸਮੁੰਦਰੀ ਲਹਿਰਾਂ ਉੱਪਰ ਪੈਂਦੀਆਂ ਸੂਰਜ ਦੀਆਂ ਕਿਰਨਾਂ ਨੂੰ ਬੜੇ ਗੌਰ ਨਾਲ ਦੇਖ ਰਿਹਾ ਸੀ ਤਾਂ ਇੱਕ ਸਿਪਾਹੀ ਨੇ ਆ ਕੇ ਦੱਸਿਆ, ਕੋਈ ਔਰਤ ਬਾਹਰ ਤੁਹਾਨੂੰ ਮਿਲਣ ਆਈ ਹੈ। ਮੈਂ ਸੋਚਿਆ ਮੈਰੀ ਹੋਣੀ ਹੈ ਤੇ ਉਹ ਸੀ। ਮੁਲਾਕਾਤੀ ਕਮਰਾ ਬਹੁਤ ਵੱਡਾ ਸੀ ਜਿਸ ਅੰਦਰ ਕਾਫੀ ਰੌਸ਼ਨੀ ਫੈਲੀ ਸੀ। ਕਮਰੇ ਅੰਦਰ ਉੱਚੀਆਂ ਉੱਚੀਆਂ ਲੋਹੇ ਦੀਆਂ ਸੀਖਾਂ ਗੱਡੀਆਂ ਹੋਈਆਂ ਸਨ ਜਿਸ ਤੋਂ ਅੱਗੇ ਕਟਹਿਰੇ ਵਰਗਾ ਖਾਲੀ ਵਿਹੜਾ ਬਣਿਆ ਸੀ। ਇਹ ਵਿਹੜਾ ਕੋਈ 30 ਫੁੱਟ ਜਗ੍ਹਾ ਦੇ ਕਰੀਬ ਸੀ। ਇਸ ਤੋਂ ਅੱਗੇ ਫੇਰ ਲੋਹੇ ਦੀਆਂ ਸੀਖਾਂ ਗੱਡੀਆਂ ਸਨ। ਕੈਦੀ ਨੂੰ ਵਿਹੜੇ ਦੀਆਂ ਅੰਦਰਲੀਆਂ ਸੀਖਾਂ ਦੇ ਇੱਕ ਪਾਸੇ ਤੋਂ ਮੁਲਾਕਾਤੀ ਨੂੰ ਵਿਹੜੇ ਦੀਆਂ ਬਾਹਰਲੀਆਂ ਸੀਖਾਂ ਦੇ ਦੂਜੇ ਪਾਸੇ ਖੜੇ ਹੋਣਾ ਪੈਂਦਾ ਸੀ। ਵਿਚਕਾਰਲੀ ਜਗ੍ਹਾ ਬਿਲਕੁਲ ਖਾਲੀ ਸੀ ਤੇ ਜਦੋਂ ਮੈਂ ਉੱਥੇ ਪਹੁੰਚਿਆ ਤਾਂ ਕਈ ਹੋਰ ਕੈਦੀ ਆਪਣੇ ਮੁਲਾਕਾਤੀਆਂ ਨਾਲ ਗੱਲਾਂ ਕਰ ਰਹੇ ਸਨ। ਸੀਖਾਂ ਦੀ ਦੋਹਰੀ ਦੀਵਾਰ ਵਿਚਾਲੇ ਵੱਡਾ ਫਰਕ ਹੋਣ ਕਰਕੇ ਕੈਦੀ ਆਪਣੇ ਮਿਲਣ ਵਾਲਿਆਂ ਤੋਂ ਘੱਟੋ ਘੱਟ 30 ਫੁੱਟ ਦੀ ਵਿੱਥ ਤੇ ਸਨ, ਜਿਸ ਕਰਕੇ ਸਾਰਿਆਂ ਨੂੰ ਆਪਣੀ ਆਪਣੀ ਗੱਲ ਕਹਿਣ ਲਈ ਕਾਫੀ ਉੱਚੀ ਬੋਲਣਾ ਪੈਂਦਾ ਸੀ। ਮੈਰੀ ਵੀ ਦੂਜੇ ਪਾਸੇ ਸੀਖਾਂ ਦੀ ਦੀਵਾਰ ਪਿੱਛੇ ਖੜੀ ਸੀ ਤੇ ਮੈਂ ਉਹਦੇ ਬਿਲਕੁਲ ਸਾਹਮਣੇ ਖੜਾ ਸੀ। ਉਹਨੇ ਧਾਰੀਆਂ ਵਾਲੇ ਕੱਪੜੇ ਪਾਏ ਸਨ। ਉਹਦੇ ਵੱਲ ਕੁਝ ਹਬਸ਼ੀ ਔਰਤਾਂ ਆਪਣੇ ਸੰਬੰਧੀਆਂ ਨੂੰ ਮਿਲਣ ਲਈ ਖੜੀਆਂ ਸਨ। ਮੈਰੀ ਲੋਹੇ ਦੀਆਂ ਸੀਖਾਂ ਨਾਲ ਚਿਹਰਾ ਗੱਡੀ ਮੁਲਾਕਾਤੀਆਂ 'ਚ ਫਸੀ ਖੜੀ ਸੀ। ਮੈਨੂੰ ਕਮਰੇ ਅੰਦਰ ਪੈਂਦੀ ਕਾਵਾਂ ਰੌਲੀ ਬੜੀ ਅਜੀਬ ਲੱਗੀ। ਖਿੜਕੀ ਰਸਤੇ ਆਉਂਦੀ ਕੜਾਕੇਦਾਰ ਧੁੱਪ ਨੇ ਕਮਰਾ ਰੌਸ਼ਨ ਕੀਤਾ ਹੋਇਆ ਸੀ। ਮੇਰਾ ਸਿਰ ਚਕਰਾਉਣ ਲੱਗਾ ਕਿਉਂਕਿ ਕੋਠੜੀ ਦੇ ਹਨੇਰੇ 'ਚੋਂ ਨਿਕਲ ਮੈਂ ਇੱਥੇ ਦੇ ਰੌਲੇ ਰੱਪੇ 'ਚ ਇੱਕਦਮ ਆ ਗਿਆ ਸੀ। ਫਿਰ ਮੈਂ ਦੇਖਿਆ ਦੋਨਾਂ ਪਾਸਿਆਂ ਦੀਆਂ ਸੀਖਾਂ ਦੇ ਨਾਲ ਵਿਚਕਾਰ ਦੀ ਖਾਲੀ ਜਗ੍ਹਾ 'ਚ ਇੱਕ ਹੌਲਦਾਰ ਬੈਠਾ ਹੈ। ਕੁਝ ਤਜਰਬੇਕਾਰ ਮੁਲਾਕਾਤੀ ਤੇ ਕੈਦੀ ਸੀਖਾਂ ਨਾਲ ਲੱਗ ਕੇ ਆਮੋ ਸਾਹਮਣੇ ਬੈਠ ਗਏ ਸਨ। ਉਹ ਬਿਨਾਂ ਉੱਚੀ ਬੋਲੇ ਆਰਾਮ ਨਾਲ ਗੱਲਾਂ ਬਾਤਾਂ ਕਰਦੇ ਜਾ ਰਹੇ ਸਨ। ਮੈਂ ਮੈਰੀ ਵੱਲ ਦੁਬਾਰਾ ਨਿਗਾਹ ਮਾਰੀ। ਉਹ ਸੀਖਾਂ 'ਚ ਚਿਹਰਾ ਫਸਾਈ ਹਲਕਾ ਹਲਕਾ ਮੁਸਕਰਾ ਰਹੀ ਸੀ। ਉਹ ਮੈਨੂੰ ਇੰਜ ਖੜੀ ਬਹੁਤ ਸੁੰਦਰ ਲੱਗ ਰਹੀ ਸੀ, ਪਰ ਮੇਰੇ ਕੋਲੋਂ ਉਹਦੀ ਤਾਰੀਫ ਨਹੀਂ ਹੋ ਸਕੀ। ਸੁਣਾਓ, ਕੀ ਹਾਲ ਚਾਲ ਹੈ? ਉਹਨੇ ਉੱਚੀ ਆਵਾਜ਼ 'ਚ ਪੁੱਛਿਆ। ਸਿਹਤ ਤਾਂ ਠੀਕ ਹੈ ਨਾ? ਤੇ ਜ਼ਰੂਰਤ ਦੀਆਂ ਸਾਰੀਆਂ ਚੀਜ਼ਾਂ ਹਨ ਤੁਹਾਡੇ ਕੋਲ? ਹਾਂ, ਮੈਂ ਠੀਕ ਹਾਂ, ਮੇਰੇ ਕੋਲ ਸਾਰੀਆਂ ਲੋੜੀਂਦੀਆਂ ਚੀਜ਼ਾਂ ਹਨ, ਮੈਂ ਵੀ ਉੱਚੀ ਬੋਲ ਕੇ ਜਵਾਬ ਦਿੱਤਾ। ਫਿਰ ਕੁਝ ਦੇਰ ਅਸੀਂ ਚੁੱਪ ਰਹੇ। ਉਹ ਹਲਕਾ ਹਲਕਾ ਮੁਸਕਰਾ ਰਹੀ ਸੀ। ਆਲੇ ਦੁਆਲੇ ਪੂਰਾ ਸ਼ੋਰ ਸ਼ਰਾਬਾ ਸੀ। ਕੈਦੀ ਤੇ ਮੁਲਾਕਾਤੀ ਉੱਚੀ ਉੱਚੀ ਗੱਲਾਂ ਕਰ ਰਹੇ ਸਨ। ਮੇਰੇ ਇੱਕ ਪਾਸੇ ਖੜੀ ਕਾਲੀ ਹਬਸ਼ਨ ਔਰਤ ਦੂਜੇ ਪਾਸੇ ਖੜੇ ਇੱਕ ਵਿਅਕਤੀ ਨੂੰ ਉੱਚੀ ਉੱਚੀ ਬੋਲ ਕੇ ਕੁਝ ਸਮਝਾ ਰਹੀ ਸੀ। ਆਦਮੀ ਲੰਮਾ ਤੇ ਗੋਰਾ ਚਿੱਟਾ ਸੀ, ਸ਼ਾਇਦ ਉਹਦਾ ਪਤੀ ਹੋਵੇ। ਉਹ ਚੀਕ ਕੇ ਕਹਿ ਰਹੀ ਸੀ, ਜੈਨੀ ਉਹਨੂੰ ਆਪਣੇ ਕੋਲ ਰੱਖਣ ਲਈ ਤਿਆਰ ਨਹੀਂ ਹੈ। ਦੇਖੋ ਇਹ ਕਿੰਨੀ ਮਾੜੀ ਗੱਲ ਹੈ। ਆਦਮੀ ਨੇ ਕਿਹਾ, ਹਾਂ ਤੇ ਦੇਖ, ਮੈਂ ਉਹਨੂੰ ਇਹ ਵੀ ਕਿਹਾ ਕਿ ਤੂੰ ਜੇਲ੍ਹ ਤੋਂ ਬਾਹਰ ਆ ਕੇ ਉਹਨੂੰ ਲੈ ਲਵੀਂ, ਪਰ ਉਹ ਟਸ ਤੋਂ ਮਸ ਨਹੀਂ ਹੋਈ। ਇੰਨੇ ਨੂੰ ਮੈਰੀ ਦੀ ਆਵਾਜ਼ ਮੇਰੇ ਕੰਨੀ ਪਈ। ਰੇਮੰਡ ਨੇ ਤੁਹਾਨੂੰ ਸ਼ੁਭ ਕਾਮਨਾਵਾਂ ਭੇਜੀਆਂ ਹਨ। ਮੈਂ ਕਿਹਾ ਧੰਨਵਾਦ, ਪਰ ਸਾਡੀ ਆਵਾਜ਼ ਇੱਕ ਹੋਰ ਗੁਆਂਢੀ ਦੀ ਆਵਾਜ਼ ਹੇਠਾਂ ਦੱਬੀ ਗਈ। ਉਹਦੀ ਸਿਹਤ ਤਾਂ ਚੰਗੀ ਹੈ ਨਾ? ਮੋਟੀ ਹਬਸ਼ਨ ਹੱਸ ਕੇ ਬੋਲੀ। ਸਿਹਤ? ਉਹਨੂੰ ਕੀ ਸੱਪ ਲੜਿਆ? ਝੋਟੇ ਵਰਗਾ ਤਾਂ ਹੈ। ਇਸ ਸਮੇਂ ਦੌਰਾਨ ਮੇਰੇ ਸੱਜੇ ਪਾਸੇ ਖੜਾ ਇੱਕ ਅਲੂਆਂ ਜਿਹਾ ਮੁੰਡਾ ਮੂੰਹੋਂ ਕੁਝ ਨਾ ਬੋਲਿਆ। ਮੈਂ ਦੇਖਿਆ ਉਹਦੀਆਂ ਮਾਸੂਮ ਨਜ਼ਰਾਂ ਸਾਹਮਣੇ ਖੜੀ ਇੱਕ ਬੁੱਢੀ ਔਰਤ ਤੇ ਟਿਕੀਆਂ ਪਈਆਂ ਸਨ ਤੇ ਉਧਰ ਸੀਖਾਂ ਪਿੱਛੇ ਖੜੀ ਇੱਕ ਬੁੱਢੀ ਔਰਤ ਵੀ ਬੜੀ ਭਾਵੁਕ ਹੋ ਕੇ ਉਹਨੂੰ ਦੇਖ ਰਹੀ ਸੀ। ਫਿਰ ਛੇਤੀ ਮੇਰਾ ਧਿਆਨ ਉਹਨਾਂ ਵੱਲੋਂ ਹਟ ਗਿਆ। ਮੈਰੀ ਦੀ ਚੀਕ-ਨੁਮਾ ਆਵਾਜ਼ ਫੇਰ ਆਈ, ਸਾਨੂੰ ਆਸ ਦਾ ਪੱਲਾ ਨਹੀਂ ਛੱਡਣਾ ਚਾਹੀਦਾ। ਮੈਂ ਜਵਾਬ ਦਿੱਤਾ, ਬਿਲਕੁਲ ਨਹੀਂ। ਮੇਰੀਆਂ ਨਜ਼ਰਾਂ ਉਹਦੇ ਮੋਢਿਆਂ ਉੱਤੇ ਜਾ ਪਈਆਂ ਤੇ ਅਚਾਨਕ ਮੇਰਾ ਦਿਲ ਕੀਤਾ ਮੈਂ ਉਹਨੂੰ ਜੱਫੀ ਪਾ ਲਵਾਂ। ਉਹਦੇ ਪਤਲੇ ਰੇਸ਼ਮੀ ਕੱਪੜਿਆਂ ਵਿਚਲਾ ਸੋਨੇ ਵਰਗਾ ਜਿਸਮ ਮੈਨੂੰ ਧੂ ਪਾ ਰਿਹਾ ਸੀ। ਮੈਨੂੰ ਲੱਗ ਰਿਹਾ ਸੀ ਕਿ ਮੈਰੀ ਮੈਨੂੰ ਜਿਸ ਆਸ ਦਾ ਪੱਲਾ ਨਾ ਛੱਡਣ ਦੀ ਗੱਲ ਕਹਿ ਰਹੀ ਹੈ, ਉਸ ਆਸ ਦੀਆਂ ਤੰਦਾਂ ਉਹਦੇ ਜੀਵਨ ਨਾਲ ਵੀ ਜੁੜੀਆਂ ਹੋਈਆਂ ਹਨ ਤੇ ਉਹ ਵੀ ਮੇਰੇ ਨਾਲ ਉਮਰਾਂ ਦੀ ਸਾਂਝ ਪਾਉਣ ਦੇ ਵਲਵਲੇ ਸਾਂਭੀ ਫਿਰਦੀ ਹੈ। ਉਹਦੀਆਂ ਅੱਖਾਂ ਜੇ ਵੀ ਮੇਰੇ ਚਿਹਰੇ ਉੱਪਰ ਟਿਕੀਆਂ ਪਈਆਂ ਸਨ ਤੇ ਬੁੱਲਾਂ ਤੇ ਮੰਦ ਮੁਸਕਰਾਹਟ ਨੱਚਦੀ ਪਈ ਸੀ। ਕੁਝ ਦੇਰ ਬਾਅਦ ਉਹ ਫਿਰ ਉੱਚੀ ਆਵਾਜ਼ 'ਚ ਬੋਲੀ, ਘਬਰਾਈ ਨਾ, ਤੂੰ ਦੇਖੀ ਸਭ ਕੁਝ ਠੀਕ ਹੋ ਜਾਏਗਾ ਤੇ ਫਿਰ ਅਸੀਂ ਵਿਆਹ ਵੀ ਕਰ ਲਵਾਂਗੇ। ਮੈਨੂੰ ਉਹਦੇ ਮੋਤੀਆਂ ਵਾਂਗ ਚਮਕਦੇ ਦੰਦ ਤੇ ਹੱਸਣ ਸਮੇਂ ਗੱਲਾਂ 'ਚ ਪੈਂਦੇ ਟੋਏ ਸਾਫ਼ ਦਿਸਦੇ ਸਨ। ਮੈਂ ਉਹਨੂੰ ਪੁੱਛਿਆ ਕਿ ਤੂੰ ਸੱਚਮੁੱਚ ਇਸੇ ਤਰ੍ਹਾਂ ਸੋਚਦੀ ਹੈ? ਮੈਂ ਜਾਣਬੁੱਝ ਕੇ ਇੰਜ ਪੁੱਛਿਆ ਸੀ। ਅਸਲ 'ਚ ਮੈਂ ਦੁਬਾਰਾ ਮੈਰੀ ਦੇ ਮੂੰਹੋਂ ਇਹੀ ਗੱਲ ਸੁਣਨਾ ਚਾਹੁੰਦਾ ਸੀ।
ਉਸੇ ਉੱਚੀ ਆਵਾਜ਼ 'ਚੋਂ ਦੁਬਾਰਾ ਕਾਹਲੀ ਕਾਹਲੀ ਬੋਲੀ, ਹਾਂ ਹਾਂ ਤੂੰ ਬਰੀ ਹੋ ਜਾਏਗਾ। ਫਿਰ ਅਸੀਂ ਹਰ ਐਤਵਾਰ ਪਹਿਲਾਂ ਵਾਂਗ ਸਮੁੰਦਰ ਵੱਲ ਮੌਜ ਮਸਤੀ ਕਰਨ ਜਾਇਆ ਕਰਾਂਗੇ। ਮੈਰੀ ਦੇ ਕੋਲ ਖੜੀ ਇੱਕ ਮੁਲਾਕਾਤੀ ਤੀਵੀਂ ਨਿਰਾਸ਼ਾ 'ਚ ਡੁੱਬੇ ਆਪਣੇ ਪਤੀ ਨੂੰ ਦੱਸ ਰਹੀ ਸੀ ਕਿ ਉਹਦੇ ਲਈ ਇੱਕ ਟੋਕਰੀ ਸਮਾਨ ਦੀ ਲੈ ਕੇ ਆਈ ਹੈ ਜੋ ਕਿ ਜੇਲਰ ਦੇ ਦਫ਼ਤਰ 'ਚ ਪਈ ਹੈ। ਫਿਰ ਕਹਿਣ ਲੱਗੀ ਕਿ ਉਹ ਖੁਦ ਸਾਰੀਆਂ ਚੀਜ਼ਾਂ ਦੇਖ ਪਰਖ ਲਵੇ। ਮੇਰੇ ਨਾਲ ਖੜਾ ਕੈਦੀ ਮੁੰਡਾ ਅਜੇ ਵੀ ਆਪਣੀ ਮਾਂ ਵੱਲ ਉਦਾਸ ਅੱਖਾਂ ਨਾਲ ਦੇਖੀ ਜਾ ਰਿਹਾ ਸੀ ਤੇ ਸਾਡੇ ਪੈਰਾਂ 'ਚ ਬੈਠੇ ਅਰਬੀ ਲੋਕਾਂ ਦੀਆਂ ਗੱਲਾਂ ਅਜੇ ਵੀ ਬੇਰੋਕ ਚੱਲਦੀਆਂ ਜਾ ਰਹੀਆਂ ਸਨ। ਇੰਜ ਜਾਪਦਾ ਸੀ ਖਿੜਕੀ ਦੇ ਰਸਤਿਓਂ ਧੁੱਪ ਦਾ ਹੜ ਆ ਵਗਿਆ ਸੀ ਤੇ ਜਿਹਦੇ ਚਿਹਰੇ ਉੱਪਰ ਵੀ ਰੌਸ਼ਨੀ ਪੈਂਦੀ ਸੀ ਉਹਦਾ ਚਿਹਰਾ ਪੀਲਾ ਭੂਖ ਹੋ ਗਿਆ ਲੱਗਦਾ ਸੀ। ਮੇਰਾ ਦਿਲ ਮਚਲਾਉਣ ਲੱਗਾ ਤੇ ਦਿਲ ਕੀਤਾ ਕਮਰੇ ਦੇ ਬਾਹਰ ਨਿਕਲ ਜਾਵਾਂ। ਆਲੇ ਦੁਆਲੇ ਦੀਆਂ ਚੀਕਾਂ ਭਰੀਆਂ ਆਵਾਜ਼ਾਂ ਕੰਨਾਂ ਦੇ ਪਰਦੇ ਪਾੜਦੀਆਂ ਜਾਪਦੀਆਂ ਸਨ, ਪਰ ਨਾਲ ਹੀ ਮੈਂ ਮੈਰੀ ਨੂੰ ਅੱਖੋਂ ਓਝਲ ਨਹੀਂ ਸੀ ਕਰਨਾ ਚਾਹੁੰਦਾ। ਪੂਰੀ ਕਾਵਾਂ ਰੌਲੀ 'ਚ ਇੱਕ ਸਕਿੰਟ ਦੀ ਵੀ ਖਾਮੋਸ਼ੀ ਨਹੀਂ ਸੀ ਹੁੰਦੀ। ਉਹੀ ਲਗਾਤਾਰ ਚੀਕ ਪੁਕਾਰ, ਉੱਚੀ ਉੱਚੀ ਵਾਰਤਾਲਾਪ। ਇਸ ਸਾਰੇ ਸਮੇਂ ਦੌਰਾਨ ਜੇਕਰ ਕਿਧਰੇ ਚੁੱਪ ਸੀ ਤਾਂ ਉਸ ਮੁਲਾਕਾਤੀ ਬੁੱਢੀ ਔਰਤ ਤੇ ਕੈਦੀ ਮੁੰਡੇ ਵਿਚਕਾਰ ਸੀ, ਜੋ ਕਿ ਬਿਨਾਂ ਕੁਝ ਬੋਲੇ ਇੱਕ ਦੂਜੇ ਨੂੰ ਦੇਖੀ ਜਾ ਰਹੇ ਸਨ। ਇਸ ਤੋਂ ਬਾਅਦ ਇੱਕ ਇੱਕ ਕਰਕੇ ਅਰਬੀ ਕੈਦੀ ਉੱਥੋਂ ਚਲੇ ਗਏ। ਹੌਲੀ ਹੌਲੀ ਚੁੱਪ ਦਾ ਆਲਮ ਛਾ ਗਿਆ। ਬੁੱਢੀ ਔਰਤ ਲੋਹੇ ਦੀ ਸੀਖ ਦਾ ਆਸਰਾ ਲਈ ਉਵੇਂ ਹੀ ਖੜੀ ਸੀ ਕਿ ਸਿਪਾਹੀ ਨੇ ਉਹਦੇ ਮੁੰਡੇ ਦਾ ਮੋਢਾ ਹਿਲਾ ਕੇ ਉਹਨੂੰ ਜਾਣ ਦਾ ਇਸ਼ਾਰਾ ਕੀਤਾ। ਲੜਕੇ ਨੇ ਚੀਕ ਕੇ ਕਿਹਾ, ਫਿਰ ਮਿਲਾਂਗੇ ਮਾਂ। ਬੁੱਢੀ ਨੇ ਸੀਖ ਤੋਂ ਹੱਥ ਚੁੱਕਿਆ ਤੇ ਹਲਕਾ ਜਿਹਾ ਹਿਲਾ ਕੇ ਵਿਦਾਇਗੀ ਦੇ ਦਿੱਤੀ। ਉਹਦੇ ਹਟਣ ਸਾਰ ਹੀ ਹੱਥ ਵਿੱਚ ਟੋਪੀ ਫੜੀ ਦੂਸਰਾ ਆਦਮੀ ਉਹਦੀ ਜਗ੍ਹਾ ਆ ਖੜਾ ਹੋਇਆ। ਮੇਰੇ ਨੇੜੇ ਵਾਲੀ ਖਾਲੀ ਜਗ੍ਹਾ ਉੱਪਰ ਵੀ ਦੂਜਾ ਕੈਦੀ ਆ ਗਿਆ ਤੇ ਦੋਵਾਂ ਨੇ ਅੰਨ੍ਹੇਵਾਹ ਵਾਰਤਾਲਾਪ ਕਰਨੀ ਸ਼ੁਰੂ ਕਰ ਦਿੱਤੀ, ਕਿਉਂਕਿ ਹੁਣ ਕਾਫੀ ਕੈਦੀ ਪਿਛਾਂਹ ਮੁੜ ਗਏ ਸਨ। ਇਸ ਲਈ ਕਮਰਾ ਕਾਫੀ ਸ਼ਾਂਤ ਦਿਸਦਾ ਸੀ। ਮੇਰੇ ਖੱਬੇ ਪਾਸੇ ਵਾਲਾ ਕੈਦੀ ਵੀ ਪਿਛਾਂਹ ਮੁੜਨ ਲੱਗਾ ਤਾਂ ਉਹਦੀ ਮੁਲਾਕਾਤੀ ਪਤਨੀ ਚੀਕ ਕੇ ਬੋਲੀ, ਦੇਖੋ ਆਪਣਾ ਖਿਆਲ ਰੱਖਣਾ, ਕੋਈ ਪੁੱਠਾ ਕੰਮ ਨਹੀਂ ਕਰਨਾ। ਮੈਨੂੰ ਲੱਗਿਆ ਕਿ ਹੁਣ ਉੱਚੀ ਬੋਲਣ ਦੀ ਸਾਰੇ ਮੁਲਾਕਾਤੀਆਂ ਨੂੰ ਆਦਤ ਜੀ ਪੈ ਗਈ ਸੀ। ਹੁਣ ਮੇਰੇ ਜਾਣ ਦਾ ਵੀ ਸਮਾਂ ਹੋ ਗਿਆ। ਮੈਰੀ ਨੇ ਆਪਣੀਆਂ ਉਂਗਲਾਂ ਚੁੰਮ ਕੇ ਮੇਰੇ ਵੱਲ ਚੁੰਮਣ ਸੁੱਟਿਆ ਤੇ ਮੈਨੂੰ ਵਿਦਾ ਕੀਤਾ। ਵਾਪਸ ਜਾਂਦਿਆਂ ਮੈਂ ਘੜੀ ਮੁੜੀ ਪਿੱਛੇ ਮੁੜ ਕੇ ਉਹਨੂੰ ਵੇਖਦਾ ਰਿਹਾ। ਉਹ ਵੀ ਸੇਖਾਂ 'ਚ ਆਪਣਾ ਚਿਹਰਾ ਫਸਾਈ ਮੈਨੂੰ ਦੇਖਦੀ ਰਹੀ। ਉਹਦੇ ਬੁੱਲ੍ਹਾਂ ਤੇ ਬੇਚੈਨ ਜਿਹੀ ਮੁਸਕਰਾਹਟ ਤੈਰਦੀ ਰਹੀ। ਫਿਰ ਕੁਝ ਦਿਨਾਂ ਪਿੱਛੋਂ ਮੈਨੂੰ ਮੈਰੀ ਦਾ ਖੱਤ ਆਇਆ। ਫਿਰ ਉਹੀ ਗੱਲਾਂ ਸ਼ੁਰੂ ਹੋ ਗਈਆਂ ਜਿਨ੍ਹਾਂ ਦੀ ਚਰਚਾ ਕਰਨੀ ਮੈਨੂੰ ਚੰਗੀ ਨਹੀਂ ਲੱਗਦੀ। ਇਸ ਲਈ ਨਹੀਂ ਕਿ ਇਹ ਗੱਲਾਂ ਕਸ਼ਟ ਦਿੰਦੀਆਂ ਜਾਂ ਦਿਲ ਦੁਖਾਉਂਦੀਆਂ, ਬਲਕਿ ਮੈਂ ਆਪਣੇ ਆਪ ਨੂੰ ਬੜਾ ਨਾਢੂ ਖਾਂ ਸਿੱਧ ਨਹੀਂ ਸੀ ਕਰਨਾ ਚਾਹੁੰਦਾ। ਨਾਲੇ ਮੈਨੂੰ ਦੂਜੇ ਲੋਕਾਂ ਨਾਲੋਂ ਘੱਟ ਹੀ ਦੁੱਖ ਦੇਖਣ ਸਹਿਣ ਨੂੰ ਮਿਲੇ ਹਨ। ਪਰ ਇੱਕ ਗੱਲ ਸੀ ਜਿਹੜੀ ਮੇਰਾ ਹਿਰਦਾ ਵਲੂੰਦਰ ਕੇ ਰੱਖ ਦਿੰਦੀ ਸੀ, ਉਹ ਸੀ ਜੇਲ੍ਹ ਅੰਦਰ ਆਜ਼ਾਦ ਮਨੁੱਖ ਵਾਂਗ ਵਿਚਰਨ ਦੀ ਸੋਚ। ਜਿਵੇਂ ਅਚਾਨਕ ਦਿਲ 'ਚ ਖਿਆਲ ਆਉਂਦਾ ਕਿ ਸਮੁੰਦਰੀ ਕਿਨਾਰੇ ਤੇ ਚਲਾ ਜਾਵਾਂ, ਪਾਣੀ 'ਚ ਤਾਰੀਆਂ ਲਾਵਾਂ, ਪਾਣੀ ਦੀਆਂ ਲਹਿਰਾਂ ਨਾਲ ਖੇਡਾਂ, ਛਲਾਂਗਾ ਲਾਵਾਂ। ਫਿਰ ਇੱਕਦਮ ਖਿਆਲ ਆਉਂਦਾ ਕਿ ਮੈਂ ਆਜ਼ਾਦ ਨਹੀਂ ਹਾਂ। ਖਾਲ ਕੋਠੜੀ ਦਾ ਹਨੇਰਾ ਤੇ ਇਕਲਾਪਾ ਹੰਡਾਉਂਦਾ ਇੱਕ ਕੈਦੀਆਂ ਤੇ ਮੇਰਾ ਹਿਰਦਾ ਵਲੂੰਦਰਿਆ ਜਾਂਦਾ। ਖੈਰ ਇਹ ਹਾਲਤ ਕੁਝ ਮਹੀਨੇ ਹੀ ਰਹੀ। ਫਿਰ ਮੇਰਾ ਸੋਚਣ ਸਮਝਣ ਦਾ ਤਰੀਕਾ ਵੀ ਬਾਕੀ ਕੈਦੀਆਂ ਵਰਗਾ ਹੋ ਗਿਆ। ਮੈਂ ਉਹਨਾਂ ਵਾਂਗ ਹੀ ਜਾਂ ਤਾਂ ਸਿਪਾਹੀਆਂ ਵੱਲੋਂ ਜੇਲ੍ਹ ਦੇ ਵਿਹੜੇ 'ਚ ਸੈਰ ਕਰਾਉਣ ਦਾ ਸਮਾਂ ਉਡੀਕਦਾ ਜਾਂ ਆਪਣੇ ਵਕੀਲ ਦੇ ਆਉਣ ਦਾ ਇੰਤਜ਼ਾਰ ਕਰਦਾ। ਬਾਕੀ ਦਾ ਸਮਾਂ ਕੱਟਣ ਲਈ ਵੀ ਮੈਂ ਇੱਕ ਤਰੀਕਾ ਲੱਭਿਆ ਹੋਇਆ ਸੀ ਜੋ ਬੜਾ ਕਾਰਗਰ ਸਿੱਧ ਹੋ ਰਿਹਾ ਸੀ। ਮੈਂ ਅਕਸਰ ਸੋਚਦਾ ਕਿ ਜੇ ਕਿਤੇ ਮੈਨੂੰ ਸੁੱਕੇ ਦਰਖਤ ਦੇ ਖੋਖਲੇ ਮੁੱਢ ਵਿੱਚ ਵੀ ਕੈਦ ਕਰਤਾ ਜਾਂਦਾ ਤੇ ਮੈਂ ਉੱਪਰ ਵੱਲ ਛੋਟਾ ਜਿਹਾ ਆਕਾਸ਼ ਦਾ ਟੁਕੜਾ ਹੀ ਦੇਖ ਸਕਦਾ, ਤਾਂ ਵੀ ਸ਼ਾਇਦ ਮੈਂ ਹੌਲੀ ਹੌਲੀ ਇਹਦਾ ਆਦੀ ਹੋ ਜਾਣਾ ਸੀ ਤੇ ਦਰਖਤ ਦੇ ਉੱਪਰੋਂ ਉੱਡਣ ਵਾਲੇ ਬੱਦਲਾਂ ਦਾ ਰਾਹ ਦੇਖਦਾ ਰਹਿਣਾ ਸੀ, ਜਿਵੇਂ ਹੁਣ ਮੈਂ ਇੱਥੇ ਬੈਠਾ ਵਕੀਲ ਦੇ ਆਉਣ ਦਾ ਰਾਹ ਦੇਖਦਾ। ਮੈਨੂੰ ਯਾਦ ਆਉਂਦਾ ਹੈ ਕਿ ਮਾਂ ਅਕਸਰ ਕਿਹਾ ਕਰਦੀ ਸੀ ਕਿ ਹੌਲੀ ਹੌਲੀ ਆਦਮੀ ਹਰ ਮਾੜੀ ਤੋਂ ਮਾੜੀ ਹਾਲਤ ਕੱਟਣ ਦਾ ਆਦੀ ਹੋ ਜਾਂਦਾ ਹੈ। ਬੰਦਾ ਆਦਤ ਦਾ ਗੁਲਾਮ ਹੈ। ਖੈਰ ਅੱਗੇ ਜਾ ਕੇ ਕਦੇ ਇੰਨੀ ਡੂੰਘਾਈ 'ਚ ਨਹੀਂ ਸੋਚਿਆ। ਪਹਿਲੇ 1-2 ਮਹੀਨੇ ਜੇਲ੍ਹ ਨੇ ਮੈਨੂੰ ਜ਼ਰੂਰ ਨਾਨੀ ਚੇਤੇ ਕਰਵਾਈ ਤੇ ਇਹਨਾਂ ਦਿਨਾਂ ਨੂੰ ਕੱਟਣ ਲਈ ਮੈਂ ਆਪਣਾ ਦਿਲ ਵੀ ਤਕੜਾ ਕੀਤਾ ਹੋਇਆ ਸੀ। ਮਿਸਾਲ ਦੇ ਤੌਰ ਤੇ ਉਨੀ ਦਿਨੀ ਕਿਸੇ ਔਰਤ ਨਾਲ ਸਮਾਂ ਬਿਤਾਉਣ ਦੀ ਮੈਨੂੰ ਬੜੀ ਤਮੰਨਾ ਨਹੀਂ ਸੀ ਤੇ ਮੇਰੀ ਜਵਾਨ ਉਮਰ ਕਰਕੇ ਤਮੰਨਾ ਸੁਭਾਵਿਕ ਸੀ। ਇਹਨਾਂ ਦਿਨਾਂ 'ਚ ਇੰਜ ਨਹੀਂ ਸੀ ਕਿ ਮੈਰੀ ਦੀ ਤਸਵੀਰ ਹੀ ਮੇਰੀਆਂ ਅੱਖਾਂ ਅੱਗੇ ਘੁੰਮਦੀ ਹੋਵੇ, ਸਗੋਂ ਹਰ ਉਹ ਔਰਤ ਮੈਨੂੰ ਯਾਦ ਆਉਂਦੀ ਜਿਸ ਨਾਲ ਥੋੜ੍ਹੀ ਬਹੁਤ ਵੀ ਸੰਗਤ ਕੀਤੀ ਹੋਵੇ। ਕਦੇ ਉਹ ਸਾਰੀਆਂ ਔਰਤਾਂ ਇਕੱਠੀਆਂ ਹੀ ਦਿਮਾਗ 'ਚ ਘੁੰਮਦੀਆਂ ਰਹਿੰਦੀਆਂ, ਕਦੇ ਤਾਂ ਉਹ ਹਾਲਾਤ ਵੀ ਮੇਰੇ ਦਿਲੋਂ ਦਿਮਾਗ 'ਚ ਖੌਰੂ ਪਾਈ ਰੱਖਦੇ ਜਿਸ 'ਚ ਮੈਂ ਔਰਤਾਂ ਨਾਲ ਪਿਆਰ ਕੀਤਾ ਸੀ। ਅਜਿਹੀ ਸੋਚ ਵਿਚਾਰ ਦੀਆਂ ਘੁੰਮਣ ਘੇਰੀਆਂ 'ਚ ਮੈਂ ਇੰਨਾ ਉਲਝ ਜਾਂਦਾ ਕਿ ਉਹਨਾਂ ਔਰਤਾਂ ਦੇ ਚਿਹਰੇ ਭੂਤ ਬਣ ਕੇ ਮੇਰੀਆਂ ਅੱਖਾਂ ਅੱਗੇ ਨੱਚਦੇ ਤੇ ਮੈਂ ਡਾਢਾ ਬੇਚੈਨ ਹੋ ਜਾਂਦਾ। ਮੇਰੇ ਲਈ ਵੱਡੀ ਮਾਨਸਿਕ ਉਥਲ-ਪੁਥਲ ਤਾਂ ਜ਼ਰੂਰ ਹੁੰਦੀ ਸੀ, ਪਰ ਮੇਰਾ ਸਮਾਂ ਜ਼ਰੂਰ ਕੱਟ ਜਾਂਦਾ ਸੀ। ਜੇਲ੍ਹ ਅੰਦਰ ਰੋਟੀ ਖਾਣ ਵੇਲੇ ਜੇਲਰ ਕੈਦੀਆਂ ਦਾ ਮੁਆਇਨਾ ਕਰਿਆ ਕਰਦਾ ਸੀ। ਮੇਰੀ ਉਸ ਨਾਲ ਕਾਫੀ ਨੇੜਤਾ ਹੋ ਗਈ। ਔਰਤਾਂ ਵਾਲੀ ਗੱਲ ਉਹਨੇ ਵੀ ਇੱਕ ਦਿਨ ਮੇਰੇ ਨਾਲ ਛੇੜੀ ਸੀ। ਕਹਿੰਦਾ ਸੀ ਇੱਥੋਂ ਕੈਦੀਆਂ ਕੋਲ ਔਰਤਾਂ ਦਾ ਸੰਗ ਨਹੀਂ ਹੈ, ਇਸ ਲਈ ਔਰਤਾਂ ਪਿੱਛੇ ਉਹ ਜ਼ਿਆਦਾ ਝੂਰਦੇ ਹਨ। ਮੈਂ ਖੁਦ ਵੀ ਜੇਲਰ ਨੂੰ ਕਿਹਾ ਕਿ ਮੇਰੀ ਵੀ ਹਾਲਤ
ਉਹਨਾਂ ਬਾਕੀ ਕੈਦੀਆਂ ਵਰਗੀ ਹੀ ਹੈ। ਇਹ ਸਰਾਸਰ ਜ਼ੁਲਮ ਹੈ। ਇੱਕ ਤਾਂ ਮੁਕੱਦਮੇ ਦੀ ਮਾਰ, ਦੂਜਾ ਔਰਤਾਂ ਦਾ ਵਿਛੋੜਾ। ਜੇਲਰ ਬੋਲਿਆ, ਕੈਦੀਆਂ ਨੂੰ ਜੇਲ੍ਹ 'ਚ ਰੱਖਿਆ ਕਿਉਂ ਜਾਂਦਾ? ਇਹੀ ਤਾਂ ਸਾਰਾ ਨਿਚੋੜ ਹੈ। ਮੈਨੂੰ ਤੁਹਾਡੀ ਗੱਲ ਸਮਝ ਨਹੀਂ ਲੱਗੀ, ਮੈਂ ਬੋਲਿਆ। ਫਿਰ ਜੇਲਰ ਬੋਲਿਆ, ਕੈਦੀਆਂ ਦੀ ਆਜ਼ਾਦੀ ਇੱਥੇ ਖੋਹ ਲਈ ਜਾਂਦੀ ਹੈ। ਜੇਲ੍ਹ ਤੋਂ ਬਾਹਰ ਆਜ਼ਾਦੀ ਦੇ ਨਜ਼ਾਰੇ ਹਨ, ਇੱਥੇ ਆਜ਼ਾਦੀ ਖਤਮ ਕੀਤੀ ਜਾਂਦੀ ਹੈ। ਇਸੇ ਨੂੰ ਸਜ਼ਾ ਆਖਦੇ ਹਨ। ਹੁਣ ਮੇਰੀ ਗੱਲ ਪੱਲੇ ਪੈ ਗਈ। ਅਸਲ 'ਚ ਮੈਂ ਕਦੇ ਇਸ ਗੱਲ ਨੂੰ ਅਜਿਹੇ ਨਜ਼ਰੀਏ ਤੋਂ ਨਹੀਂ ਸੀ ਦੇਖਿਆ। ਮੈਂ ਕਿਹਾ, ਤੁਹਾਡੀ ਗੱਲ ਮੇਰੇ ਖਾਨੇ 'ਚ ਪੈ ਗਈ। ਆਖਰ ਸਜ਼ਾ ਸਕੇ ਸੰਬੰਧੀਆਂ ਤੋਂ ਦੂਰ ਰੱਖਣ ਦੀ ਹੀ ਤਾਂ ਹੁੰਦੀ ਹੈ। ਜੇਲਰ ਨੇ ਸਹਿਮਤੀ ਨਾਲ ਸਿਰ ਹਿਲਾਇਆ। ਫਿਰ ਬੋਲਿਆ, ਤੂੰ ਤਾਂ ਸਮਝਦਾਰ ਹੈ, ਪਰ ਸਮੱਸਿਆ ਇਹ ਹੈ ਕਿ ਬਾਕੀ ਲੋਕ ਨਹੀਂ ਸਮਝਦੇ। ਫਿਰ ਵੀ ਇਹਨਾਂ ਲੋਕਾਂ ਨੇ ਜੇਲ੍ਹ ਅੰਦਰ ਹੀ ਕਾਮ ਪੂਰਤੀ ਕਰਨ ਲਈ ਗੈਰ ਕੁਦਰਤੀ ਤਰੀਕੇ ਅਪਣਾਏ ਹੋਏ ਹਨ। ਇਹ ਆਖ ਕੇ ਜੇਲਰ ਚਲਾ ਗਿਆ। ਫਿਰ ਦੂਜੇ ਦਿਨ ਮੈਂ ਵੀ ਐਵੇਂ ਹੀ ਕੀਤਾ। ਇਨੀ ਦਿਨ ਇੱਕ ਹੋਰ ਸਿਆਪਾ ਖੜਾ ਸੀ। ਸਿਗਰਟ ਪੀਣ ਦੀ ਤਲਬ ਲੱਗੀ ਰਹਿੰਦੀ ਸੀ। ਜੇਲ੍ਹ ਭੇਜਣ ਤੋਂ ਪਹਿਲਾਂ ਮੇਰੀ ਪੈਂਟ ਦੀ ਬੈਲਟ, ਬੂਟਾਂ ਦੇ ਤਸਮੇ, ਜੇਬ ਅੰਦਰਲਾ ਨਿੱਕਾ ਮੋਟਾ ਸਮਾਨ ਆਦਿ ਸਭ ਕੁਝ ਬਾਹਰ ਹੀ ਰਖਵਾ ਲਿਆ ਗਿਆ। ਇੱਥੋਂ ਤੱਕ ਕਿ ਸਿਗਰਟਾਂ ਵੀ ਨਹੀਂ ਛੱਡੀਆਂ। ਉਸ ਸਮੇਂ ਮੈਂ ਕਿਹਾ ਵੀ ਸੀ ਕਿ ਘੱਟੋ ਘੱਟ ਮੈਨੂੰ ਸਿਗਰਟਾਂ ਤਾਂ ਵਾਪਸ ਕਰ ਦਿਓ, ਪਰ ਉਹਨਾਂ ਕਿਹਾ ਕਿ ਜੇਲ੍ਹ ਅੰਦਰ ਸਿਗਰਟ, ਬੀੜੀ ਪੀਣਾ ਸਖਤ ਮਨਾ ਹੈ। ਮੈਨੂੰ ਸਿਗਰਟਾਂ ਨਾ ਮਿਲਣ ਦੀ ਜਿੰਨੀ ਤੰਗੀ ਹੋਈ, ਉਨੀ ਕਿਸੇ ਹੋਰ ਚੀਜ਼ ਦੇ ਨਾ ਮਿਲਣ ਦੀ ਨਹੀਂ ਹੋਈ। ਪਹਿਲਾਂ ਕੁਝ ਦਿਨ ਤਾਂ ਸੱਚਮੁੱਚ ਮੇਰਾ ਮੰਦਾ ਹਾਲ ਹੋਇਆ। ਮੈਂ ਸਣ ਵਾਲੇ ਲੱਕੜੀ ਦੇ ਤਖਤੇ ਦੀਆਂ ਸਿਗਰਟ ਵਰਗੀਆਂ ਪੱਚਰਾਂ ਪੁੱਟ-ਪੁੱਟ ਕੇ ਚੂਸਦਾ ਰਿਹਾ। ਸਾਰਾ ਦਿਨ ਮੇਰਾ ਜੀ ਮਚਲਦਾ ਰਹਿੰਦਾ ਤੇ ਸਰੀਰ ਟੁੱਟਿਆ ਟੁੱਟਿਆ ਰਹਿੰਦਾ। ਮੈਨੂੰ ਸਮਝ ਹੀ ਨਹੀਂ ਸੀ ਪੈਂਦੀ ਕਿ ਆਖਿਰ ਇਹ ਲੋਕ ਮੈਨੂੰ ਸਿਗਰਟ ਪੀਣ ਕਿਉਂ ਨਹੀਂ ਸਨ ਦਿੰਦੇ। ਮੇਰੇ ਸਿਗਰਟ ਪੀਣ ਨਾਲ ਇਹਨਾਂ ਦਾ ਕੀ ਢਿੱਡ ਦੁਖਦਾ ਹੈ। ਪਰ ਬਾਅਦ 'ਚ ਮੈਨੂੰ ਸਭ ਕੁਝ ਸਮਝ ਆ ਗਈ ਕਿ ਇਹ ਵੀ ਸਜ਼ਾ ਦੇਣ ਦਾ ਇੱਕ ਢੰਗ ਸੀ। ਫਿਰ ਹੌਲੀ-ਹੌਲੀ ਮੇਰੀ ਸਿਗਰਟ ਪੀਣ ਦੀ ਤਲਬ ਖਤਮ ਹੋ ਚੁੱਕੀ ਸੀ ਤੇ ਮੈਨੂੰ ਇਹ ਸਜ਼ਾ ਮਹਿਸੂਸ ਨਹੀਂ ਸੀ ਹੁੰਦੀ। ਅਜਿਹੀਆਂ ਛੋਟੀਆਂ-ਮੋਟੀਆਂ ਗੱਲਾਂ ਤੋਂ ਇਲਾਵਾ ਮੈਨੂੰ ਹੋਰ ਕੋਈ ਖਾਸ ਦੁੱਖ ਨਹੀਂ ਸੀ। ਹਾਂ, ਬਸ ਸਮਾਂ ਕੱਟਿਆ ਨਹੀਂ ਸੀ ਜਾਂਦਾ। ਫਿਰ ਇਹ ਸਮੱਸਿਆ ਵੀ ਹੱਲ ਹੋ ਗਈ। ਮੈਂ ਹੁਣ ਪੁਰਾਣੀਆਂ ਗੱਲਾਂ ਸੋਚਦਾ ਰਹਿੰਦਾ ਤੇ ਆਪਣੀ ਯਾਦ ਸ਼ਕਤੀ ਤੇ ਜ਼ੋਰ ਪਾਉਂਦਾ ਰਹਿੰਦਾ। ਕਦੇ-ਕਦੇ ਮੈਂ ਆਪਣੀਆਂ ਅੱਖਾਂ ਅੱਗੇ ਆਪਣੇ ਫਲੈਟ ਦੇ ਸੌਣ ਵਾਲੇ ਕਮਰੇ ਦੀ ਕਲਪਨਾ ਕਰਦਾ। ਕਮਰੇ ਤੋਂ ਇੱਕ ਕੋਨੇ ਤੋਂ ਸ਼ੁਰੂ ਕਰਕੇ ਆਪਣਾ ਧਿਆਨ ਪੂਰੇ ਕਮਰੇ 'ਚ ਫੇਰਦਾ ਰਹਿੰਦਾ। ਕਮਰੇ ਅੰਦਰ ਪਈਆਂ ਚੀਜ਼ਾਂ ਬਾਰੇ ਕਲਪਨਾ ਕਰਦਾ ਰਹਿੰਦਾ। ਕਦੇ-ਕਦੇ ਤਾਂ 1-2 ਮਿੰਟ ਅੰਦਰ ਹੀ ਪੂਰਾ ਕਮਰਾ ਕਲਪਨਾ 'ਚ ਗਾਹ ਮਾਰਦਾ ਤੇ ਕਦੇ-ਕਦੇ ਜ਼ਿਆਦਾ ਸਮਾਂ ਲਾ ਦਿੰਦਾ। ਖਾਸ ਕਰਕੇ ਜਦੋਂ ਕਮਰੇ ਅੰਦਰ ਟਿਕਾ ਕੇ ਰੱਖੇ ਫਰਨੀਚਰ ਦੀ ਹਰ ਵੰਨਗੀ ਬਾਰੇ ਸੋਚਦਾ। ਫਿਰ ਉਹਨਾਂ ਦੀ ਕੁਆਲਿਟੀ, ਰੰਗ, ਗਿਣਤੀ ਆਦਿ ਬਾਰੇ ਧਿਆਨ ਲਾਉਂਦਾ ਤੇ ਆਖਿਰ ਆਪਣੇ ਦਿਮਾਗ ਅੰਦਰ ਕਮਰੇ ਦੇ ਪੂਰੇ ਸਮਾਨ ਦੀ ਸੂਚੀ ਤਿਆਰ ਕਰਦਾ ਰਹਿੰਦਾ। ਫਿਰ ਹੌਲੀ-ਹੌਲੀ ਮੈਂ ਮਹਿਸੂਸ ਕੀਤਾ ਕਿ ਸੂਚੀ ਹਰ ਰੋਜ਼ ਮੈਨੂੰ ਭੁੱਲ ਜਾਂਦੀ। ਕਦੇ-ਕਦੇ ਕੋਈ ਨਵਾਂ ਸਮਾਨ ਵੀ ਧਿਆਨ 'ਚ ਆ ਜਾਂਦਾ। ਫਿਰ ਮੈਨੂੰ ਲੱਗਿਆ ਕਿ ਇਹ ਸੂਚੀ ਬੜੀ ਲੰਮੀ ਚੌੜੀ ਬਣ ਸਕਦੀ ਹੈ, ਜਿਸ ਨੂੰ ਯਾਦ ਰੱਖਣਾ ਔਖਾ ਹੈ। ਫਿਰ ਮੈਂ ਸਿੱਟਾ ਕੱਢਿਆ ਕਿ ਜੇਕਰ ਆਦਮੀ ਨੂੰ ਸਿਰਫ ਇੱਕ ਦਿਨ ਦੁਨੀਆ 'ਚ ਆਜ਼ਾਦ ਛੱਡ ਦਿੱਤਾ ਜਾਏ ਤਾਂ ਇੰਨਾ ਤਜਰਬਾ ਹਾਸਲ ਕਰ ਲੈਂਦਾ ਹੈ ਕਿ ਜ਼ਿੰਦਗੀ ਭਰ ਜੇਲ੍ਹ ਅੰਦਰ ਉਸ ਤਜਰਬੇ ਦੀ ਕਲਪਨਾ ਕਰਕੇ ਸਮਾਂ ਕੱਟ ਸਕਦਾ ਹੈ। ਇੰਨੀਆਂ ਚੀਜ਼ਾਂ ਉਹ ਦੇਖ ਲਏਗਾ ਜਿਨ੍ਹਾਂ ਦੀ 100 ਸਾਲ ਤੱਕ ਵੀ ਕਲਪਨਾ ਕਰਦਾ ਰਹੇ ਤਾਂ ਵੀ ਉਹ ਅੱਕੇਗਾ ਨਹੀਂ। ਫਿਰ ਹੋਰ ਜੇਲ੍ਹ ਅੰਦਰ ਸਮਾਂ ਕੱਟਣ ਲਈ ਕਰਨਾ ਵੀ ਕੀ ਹੁੰਦਾ ਹੈ। ਸੋਚ ਵਿਚਾਰ ਕਰਦਿਆਂ ਸੌਣ ਦਾ ਸਮਾਂ ਹੋ ਗਿਆ। ਪਹਿਲਾਂ ਤਾਂ ਮੈਨੂੰ ਰਾਤ ਨੂੰ ਵੀ ਨੀਂਦ ਨਹੀਂ ਸੀ ਆਉਂਦੀ ਤੇ ਨਾ ਮੈਂ ਦਿਨ ਨੂੰ ਸੌਂਦਾ ਸੀ, ਪਰ ਹੌਲੀ-ਹੌਲੀ ਰਾਤ ਨੂੰ ਗੂੜੀ ਨੀਂਦ ਆਉਣ ਲੱਗੀ ਤੇ ਕਦੇ-ਕਦੇ ਦਿਨ ਨੂੰ ਵੀ ਠੌਂਕਾ ਲਾ ਲੈਂਦਾ ਸੀ। ਪਿੱਛੇ ਜੇ ਤਾਂ 24 ਘੰਟਿਆਂ 'ਚ ਮੈਂ 16-17 ਘੰਟੇ ਸੌਂਦਾ ਰਿਹਾ। ਫਿਰ ਬਚਦੇ 8 ਘੰਟੇ ਖਾਣ ਪੀਣ, ਪਖਾਨਾ ਜਾਣ, ਸੋਚਾਂ ਵਿਚਾਰਾਂ ਦੇ ਹੋਰ ਕੰਮਾਂ ਕਾਰਾਂ 'ਚ ਨਿਕਲ ਜਾਂਦੇ। ਇਹ ਤੋਂ ਇਲਾਵਾ ਚੈਕੋਸਲੋਵਾਕੀਆ ਦੇ ਇੱਕ ਆਦਮੀ ਦੀ ਉਹ ਕਹਾਣੀ ਅਨੇਕਾਂ ਵਾਰੀ ਪੜ੍ਹ ਕੇ ਸਮਾਂ ਗੁਜ਼ਾਰਿਆ, ਜਿਹੜੀ ਕਿਸੇ ਪੁਰਾਣੇ ਅਖਬਾਰ ਦੀ ਰੱਦੀ 'ਚ ਮੈਨੂੰ ਮਿਲੀ ਸੀ। ਹੋਇਆ ਇੰਜ ਕਿ ਜਦੋਂ ਇੱਕ ਦਿਨ ਮੈਂ ਸੌਣ ਵਾਲੀ ਚਟਾਈ ਝਾੜ ਰਿਹਾ ਸੀ ਅਤੇ ਉਹਦੇ ਹੇਠ ਪਿਆ ਰੱਦੀ ਅਖਬਾਰ ਦਾ ਇੱਕ ਟੁਕੜਾ ਮੇਰੇ ਹੱਥ ਲੱਗਿਆ। ਕਾਗਜ਼ ਇੰਨਾ ਪੁਰਾਣਾ ਸੀ ਕਿ ਪੀਲਾ ਪੈ ਕੇ ਛਲਨੀ ਹੋ ਗਿਆ ਸੀ, ਪਰ ਛਪੇ ਅੱਖਰ ਹੂ-ਬਹੂ ਪੜ੍ਹੇ ਜਾ ਸਕਦੇ ਸਨ। ਇਹ ਜੁਰਮ ਦੀ ਕਹਾਣੀ ਸੀ ਜਿਹਦਾ ਸ਼ੁਰੂ ਵਾਲਾ ਹਿੱਸਾ ਗਾਇਬ ਸੀ, ਪਰ ਸਮਝ ਆ ਜਾਂਦਾ ਸੀ ਕਿ ਚੈਕੋਸਲੋਵਾਕੀਆ ਦੇ ਕਿਸੇ ਪਿੰਡ ਦਾ ਕਿੱਸਾ ਹੈ। ਵਿੱਚ ਲਿਖਿਆ ਸੀ ਕਿ ਇਸ ਪਿੰਡ ਦਾ ਕੋਈ ਵਾਸੀ ਪੈਸੇ ਕਮਾਉਣ ਕਿਸੇ ਹੋਰ ਦੇਸ਼ ਗਿਆ। ਲਗਭਗ 25 ਸਾਲ ਬਾਅਦ ਕਾਫੀ ਪੈਸਾ ਧੇਲਾ ਕਮਾ ਕੇ ਪਤਨੀ ਤੇ ਬੱਚਿਆਂ ਸਮੇਤ ਵਾਪਸ ਪਿੰਡ ਪਰਤਿਆ। ਇੱਧਰ ਉਹਦੀ ਮਾਂ ਤੇ ਭੈਣ ਪਿੰਡ 'ਚ ਹੀ ਆਪਣਾ ਛੋਟਾ ਜਿਹਾ ਹੋਟਲ ਚਲਾਉਂਦੀਆਂ ਸਨ। ਉਸ ਵਿਅਕਤੀ ਨੇ ਆਪਣੀ ਮਾਂ ਤੇ ਭੈਣ ਨੂੰ ਹੈਰਾਨੀਜਨਕ ਤਰੀਕੇ ਨਾਲ ਖੁਸ਼ ਕਰਨ ਲਈ ਆਪਣੀ ਪਤਨੀ ਤੇ ਬੱਚਿਆਂ ਨੂੰ ਨੇੜੇ ਦੀ ਸਰਾਂ 'ਚ ਠਹਿਰਾ ਦਿੱਤਾ ਤੇ ਖੁਦ ਕਿਸੇ ਫਰਜ਼ੀ ਨਾਂ ਹੇਠਾਂ ਆਪਣੀ ਮਾਂ ਦੇ ਹੋਟਲ 'ਚ ਕਮਰਾ ਬੁੱਕ ਕਰਾ ਲਿਆ। ਮਾਂ ਤੇ ਭੈਣ ਉਹਨੂੰ ਪਛਾਣ ਨਾ ਸਕੀਆਂ। ਰਾਤ ਨੂੰ ਖਾਣਾ ਖਾਣ ਵੇਲੇ ਉਸ ਵਿਅਕਤੀ ਨੇ ਆਪਣੇ ਕਮਾਏ ਪੈਸਿਆਂ ਦੀ ਥੈਲੀ ਉਹਨਾਂ ਨੂੰ ਦਿਖਾ ਦਿੱਤੀ। ਫਿਰ ਉਹਨਾਂ ਨਾਮੁਰਾਦ ਔਰਤਾਂ ਨੇ ਉਹਦਾ ਹਥੌੜਾ ਮਾਰ ਕੇ ਕਤਲ ਕਰ ਦਿੱਤਾ ਤੇ ਜਦੋਂ ਆਪਣੇ ਕਮਰੇ 'ਚ ਸੌਂ ਰਿਹਾ ਸੀ, ਫਿਰ ਉਹਦੀ ਲਾਸ਼ ਨੇੜੇ ਵਗਦੇ ਦਰਿਆ 'ਚ ਰੋੜ ਦਿੱਤੀ ਤੇ ਸਾਰਾ ਧਨ ਆਪਣੇ ਕਬਜ਼ੇ 'ਚ ਕਰ ਲਿਆ। ਦੂਜੇ ਦਿਨ ਜਦੋਂ ਸਵੇਰ ਨੂੰ ਉਹਦੀ ਪਤਨੀ ਹੋਟਲ 'ਚ ਆਈ ਤਾਂ ਸਾਰਾ ਭੇਦ ਖੁੱਲ੍ਹ ਗਿਆ।
ਨਤੀਜਾ ਇਹ ਹੋਇਆ ਕਿ ਮਾਂ ਨੇ ਇੱਕ ਦਰਖਤ ਨਾਲ ਫਾਹਾ ਲੈ ਲਿਆ, ਭੈਣ ਨੇ ਖੂਹ 'ਚ ਛਾਲ ਮਾਰ ਕੇ ਜਾਨ ਦੇ ਦਿੱਤੀ। ਇਹ ਸੀ ਉਹਨਾਂ ਦੀ ਕਹਾਣੀ। ਇਸ ਕਹਾਣੀ ਨੂੰ ਮੈਂ 1000 ਵਾਰ ਪੜ੍ਹਿਆ ਹੋਵੇਗਾ। ਇੱਕ ਨਜ਼ਰੀਏ ਤੋਂ ਦੇਖਦਾ ਸੀ ਤਾਂ ਕਹਾਣੀ ਮਨ ਘੜਤ ਜਾਪਦੀ, ਦੂਜੇ ਪਾਸੇ ਕਦੇ-ਕਦੇ ਪੂਰੀ ਤਰ੍ਹਾਂ ਸੱਚੀ ਜਾਪਦੀ। ਮੈਂ ਤਾਂ ਆਖਰ ਇਹ ਨਤੀਜਾ ਕੱਢਿਆ ਕਿ ਉਸ ਆਦਮੀ ਨੇ ਖੁਦ ਹੀ ਆਪਣੇ ਪੈਰੀਂ ਕੁਹਾੜਾ ਮਾਰਨ ਵਾਲਾ ਕੰਮ ਕੀਤਾ। ਅਜਿਹਾ ਪੁੱਠਾ ਪੰਗਾ ਉਹਨੇ ਲਿਆ ਹੀ ਕਿਉਂ? ਮੇਰੇ ਕਹਿਣ ਦਾ ਅਰਥ ਹੈ ਕਿ ਕਈ ਵਾਰੀ ਲੰਮੀ ਨੀਂਦ ਲੈ ਕੇ, ਕਦੇ ਪੁਰਾਣੀਆਂ ਗੱਲਾਂ ਚੇਤੇ ਕਰਕੇ, ਕਦੇ ਅਖਬਾਰ ਦੀ ਇਹ ਕਹਾਣੀ ਪੜ੍ਹ ਕੇ ਮੇਰਾ ਸਮਾਂ ਸੌਖਾ ਲੰਘ ਜਾਂਦਾ ਸੀ। ਦਿਨ ਕਦੋਂ ਚੜ੍ਹਦਾ, ਰਾਤ ਕਦੋਂ ਪੈ ਜਾਂਦੀ, ਮੈਨੂੰ ਪਤਾ ਹੀ ਨਹੀਂ ਲੱਗਦਾ ਸੀ। ਮੈਂ ਕਿਤੇ ਪੜ੍ਹਿਆ ਸੀ, ਜੇਲ੍ਹ ਅੰਦਰ ਕੈਦੀਆਂ ਨੂੰ ਸਮੇਂ ਦਾ ਪੱਕਾ ਪਤਾ ਨਹੀਂ ਹੁੰਦਾ, ਪਰ ਇਹ ਗੱਲ ਮੈਨੂੰ ਸਮਝ ਨਹੀਂ ਸੀ ਪੈਂਦੀ। ਮੇਰੀ ਸਮਝ ਤਾਂ ਇਹ ਵੀ ਨਹੀਂ ਆਉਂਦਾ ਸੀ ਕਿ ਦਿਨ ਇੱਕੋ ਵੇਲੇ ਕਦੇ ਲੰਬਾ ਕਦੇ ਛੋਟਾ ਕਿਵੇਂ ਹੋ ਸਕਦਾ। ਅੱਛਾ, ਮੰਨ ਲਓ ਆਦਮੀ ਨੂੰ ਦਿਨ ਦਾ ਇੱਕ ਪਲ ਔਖਾ ਹੋ ਕੇ ਕੱਟਣਾ ਪਵੇ ਤਾਂ ਸ਼ਾਇਦ ਇਹਨੂੰ ਆਮ ਦਿਨ ਵੀ ਕਾਫੀ ਲੰਬਾ ਮਹਿਸੂਸ ਹੋਏਗਾ। ਨਾਲ ਹੀ ਇੰਜ ਵੀ ਨਹੀਂ ਹੋ ਸਕਦਾ ਕਿ ਦਿਨ ਇੰਨਾ ਛੋਟਾ ਹੋ ਜਾਏ ਕਿ ਕਦੋਂ ਲੰਘ ਗਿਆ ਪਤਾ ਹੀ ਨਾ ਚੱਲੇ। ਫਿਰ ਵੀ ਮੈਂ ਇਸ ਤਰ੍ਹਾਂ ਕਦੇ ਦਿਨਾਂ ਦੀ ਲੰਬਾਈ ਤੇ ਛੋਟੇਪਨ ਬਾਰੇ ਕਦੇ ਨਿੱਠ ਕੇ ਨਹੀਂ ਸੋਚਿਆ। ਇੱਕ ਦਿਨ ਸਵੇਰੇ ਜਦੋਂ ਜੇਲਰ ਨੇ ਮੈਨੂੰ ਦੱਸਿਆ ਕਿ ਮੈਨੂੰ ਜੇਲ੍ਹ 'ਚ ਆਇਆ 6 ਮਹੀਨੇ ਹੋ ਚੁੱਕੇ ਹਨ ਤਾਂ ਮੈਂ ਉਹਦੀ ਗੱਲ ਦਾ ਯਕੀਨ ਕਰ ਲਿਆ, ਪਰ ਉਹਦੀ ਇਹ ਗੱਲ ਮੈਨੂੰ ਕੋਈ ਖਾਸ ਪ੍ਰਭਾਵਿਤ ਨਾ ਕਰ ਸਕੀ। ਮੇਰੇ ਲਈ ਤਾਂ ਇਹ 6 ਮਹੀਨੇ ਇੱਕ ਦਿਨ ਦੇ ਬਰਾਬਰ ਸੀ। ਜਦੋਂ ਤੋਂ ਮੈਂ ਕੋਠੜੀ 'ਚ ਆਇਆ ਉਦੋਂ ਤੋਂ ਹੁਣ ਤੱਕ ਇੱਕੋ ਦਿਨ ਜਾਪਦਾ ਹੈ, ਇੱਕੋ ਕੰਮ ਜੋ ਮੈਂ ਲਗਾਤਾਰ ਉਦੋਂ ਤੋਂ ਕਰਦਾ ਆ ਰਿਹਾ। ਫਿਰ ਜੇਲਰ ਚਲਾ ਗਿਆ। ਮੈਂ ਪਾਣੀ ਪੀਣ ਵਾਲਾ ਲੋਹੇ ਦਾ ਮੱਗ ਖੂਬ ਮਾਂਜ ਕੇ ਲਿਸ਼ਕਾ ਦਿੱਤਾ ਤੇ ਉਸ 'ਚ ਆਪਣੀ ਸ਼ਕਲ ਵੇਖਣ ਲੱਗਾ। ਮੈਨੂੰ ਆਪਣਾ ਚਿਹਰਾ ਡੂੰਘਾ ਗੰਭੀਰ ਜਾਪਿਆ। ਮੈਂ ਥੋੜਾ ਮੁਸਕਰਾਉਣ ਦੀ ਕੋਸ਼ਿਸ਼ ਕੀਤੀ, ਪਰ ਫਿਰ ਵੀ ਚਿਹਰਾ ਭਿਆਨਕ ਹੀ ਲੱਗਿਆ। ਫਿਰ ਮੈਂ ਮੱਗੇ ਨੂੰ ਤਿਰਛਾ ਕਰਕੇ ਵੱਖ-ਵੱਖ ਕੋਨਾਂ ਤੋਂ ਚਿਹਰਾ ਤੱਕਿਆ, ਪਰ ਇਹ ਮੈਨੂੰ ਮਨਹੂਸ ਤੇ ਉਦਾਸ ਹੀ ਜਾਪਿਆ। ਸੂਰਜ ਡੁੱਬ ਰਿਹਾ ਸੀ। ਮੈਂ ਇਸ ਸਮੇਂ ਨੂੰ ਕੋਈ ਨਾਮ ਨਹੀਂ ਦਿੰਦਾ ਤੇ ਦਿਨ ਦੇ ਇਸ ਵੇਲੇ ਮੈਂ ਚੁੱਪ ਹੀ ਰਹਿੰਦਾ। ਜੇਲ੍ਹ ਦੀ ਹਰ ਕੋਠੜੀ, ਹਰ ਕਮਰਾ ਸੰਝ ਵੇਲੇ ਗਹਿਰੀ ਉਦਾਸੀ ਦੇ ਆਲਮ 'ਚ ਡੁੱਬਿਆ ਹੁੰਦਾ ਹੈ। ਚਾਰੇ ਪਾਸੇ ਭਿਆਨਕ ਸੰਨਾਟਾ ਪਸਰਿਆ ਰਹਿੰਦਾ ਹੈ। ਮੈਂ ਕਮਰੇ ਦੇ ਉਸ ਝਰੋਖੇ 'ਚ ਜਾ ਖੜਾ ਹੋਇਆ ਤੇ ਸੂਰਜ ਦੀਆਂ ਡੁੱਬਦੀਆਂ ਕਿਰਨਾਂ ਦੇ ਚਾਨਣ ਨੂੰ ਤੱਕਣ ਲੱਗਾ। ਮੈਨੂੰ ਜਾਪਿਆ ਮੇਰਾ ਚਿਹਰਾ ਅਜੇ ਵੀ ਉਸੇ ਗੰਭੀਰ ਉਦਾਸੀ ਦੀ ਮੁਦਰਾ 'ਚ ਹੈ। ਮੈਂ ਕੋਈ ਖਾਸ ਹੈਰਾਨ ਨਾ ਹੋਇਆ, ਕਿਉਂਕਿ ਹੁਣ ਮੈਂ ਸੱਚਮੁੱਚ ਹੀ ਗੰਭੀਰ ਸੀ। ਠੀਕ ਉਸੇ ਵੇਲੇ ਅਚਾਨਕ ਮੇਰੇ ਕੰਨਾਂ 'ਚ ਇੱਕ ਆਵਾਜ਼ ਗੂੰਜੀ। ਕੋਈ ਲਗਾਤਾਰ ਬੋਲ ਰਿਹਾ ਸੀ। ਇਹ ਮੇਰੀ ਆਪਣੀ ਆਵਾਜ਼ ਸੀ, ਜਿਹੜੀ ਮੈਂ ਕਈ ਮਹੀਨਿਆਂ ਤੋਂ ਸੁਣੀ ਨਹੀਂ ਸੀ। ਹੁਣ ਮੈਨੂੰ ਚੇਤੇ ਆਇਆ ਕਿ ਆਵਾਜ਼ ਤਾਂ ਪਿਛਲੇ ਕਈ ਦਿਨਾਂ ਤੋਂ ਮੇਰੇ ਕੰਨਾਂ 'ਚ ਗੂੰਜਦੀ ਰਹੀ ਹੈ। ਇਹਨੂੰ ਮੈਂ ਝੱਟ ਪਛਾਣ ਗਿਆ ਸੀ। ਮੈਂ ਥੋੜਾ ਸੋਚਿਆ ਕਿ ਇਹਦਾ ਮਤਲਬ ਤਾਂ ਇਹ ਹੋਇਆ ਕਿ ਇਹਨਾਂ ਦਿਨਾਂ ਦੌਰਾਨ ਮੈਂ ਆਪਣੇ ਆਪ ਨਾਲ ਹੀ ਗੱਲਾਂ ਕਰਦਾ ਰਿਹਾ। ਪਰ ਇਹ ਤਾਂ ਅਖੀਰ ਹੋਣਾ ਹੀ ਸੀ ਤੇ ਮੈਂ ਆਪਣੇ ਆਪ ਨੂੰ ਇਸ ਤੋਂ ਬਚਾ ਨਾ ਸਕਿਆ। ਜੋ ਚੀਜ਼ ਵਾਪਰਨੀ ਹੈ ਉਹਨੂੰ ਕੌਣ ਰੋਕ ਸਕਦਾ? ਨਾਲੇ ਕੈਦਖਾਨੇ ਦੇ ਦਿਨ ਕਿੰਨੇ ਉਦਾਸੀ ਭਰੇ ਹੁੰਦੇ ਹਨ ਤੇ ਸਮਾਂ ਕਿੰਨਾ ਮਨਹੂਸ ਹੁੰਦਾ ਹੈ, ਦੂਸਰਾ ਬੰਦਾ ਇਸ ਗੱਲ ਦੀ ਕਲਪਨਾ ਵੀ ਨਹੀਂ ਕਰ ਸਕਦਾ। ਅੰਗ ਤੀਸਰਾ। ਕੁੱਲ ਮਿਲਾ ਕੇ ਸਮਾਂ ਵੀ ਖਿੱਚ ਘੜੀਸ ਕੇ ਲੰਘ ਗਿਆ। ਫਿਰ ਪਤਾ ਹੀ ਨਾ ਲੱਗਾ ਕਦੋਂ ਗਰਮੀਆਂ ਦਾ ਇਹ ਮੌਸਮ ਖਤਮ ਹੋ ਗਿਆ। ਮੁੜ ਕੇ ਦੁਬਾਰਾ ਗਰਮੀਆਂ ਦੀ ਰੁੱਤ ਆ ਗਈ। ਰੁੱਤ ਦੇ ਬਦਲਦਿਆਂ ਮੈਨੂੰ ਜਾਪਿਆ ਨਵੇਂ ਗਰਮ ਦਿਨਾਂ ਦੌਰਾਨ ਮੇਰੀ ਕਿਸਮਤ ਦਾ ਕੋਈ ਨਾ ਕੋਈ ਬੰਦ ਦਰਵਾਜ਼ਾ ਜ਼ਰੂਰ ਖੁੱਲ੍ਹੇਗਾ। ਮੇਰੇ ਮੁਕੱਦਮੇ ਦੀ ਸੁਣਵਾਈ ਅਦਾਲਤ ਦੇ ਆਖਰੀ ਸੈਸ਼ਨ ਦੌਰਾਨ ਹੋਣੀ ਸੀ। ਫਿਰ ਇਹ ਸੈਸ਼ਨ ਜੂਨ ਦੇ ਕਿਸੇ ਹਫ਼ਤੇ ਖਤਮ ਹੋ ਜਾਣਾ ਸੀ। ਜਿਸ ਦਿਨ ਮੁਕੱਦਮੇ ਦੀ ਸੁਣਵਾਈ ਸੀ ਉਸ ਦਿਨ ਕੜਕਵੀਂ ਧੁੱਪ ਪੈ ਰਹੀ ਸੀ। ਮੈਨੂੰ ਵਕੀਲ ਨੇ ਦੱਸਿਆ ਕਿ ਮੁਕੱਦਮੇ ਦਾ ਫੈਸਲਾ 2-3 ਦਿਨਾਂ 'ਚ ਹੋ ਜਾਏਗਾ। ਉਹ ਬੋਲੇ, ਅੱਛਾ ਸੁਣ, ਅਦਾਲਤ ਜਲਦੀ ਤੋਂ ਜਲਦੀ ਤੇਰਾ ਮੁਕੱਦਮਾ ਨਿਪਟਾ ਦੇਗੀ, ਕਿਉਂਕਿ ਇਸ ਸੈਸ਼ਨ ਦੇ ਮੁਕੱਦਮਿਆਂ 'ਚ ਇਹ ਕੋਈ ਖਾਸ ਮਹੱਤਵਪੂਰਨ ਕੇਸ ਨਹੀਂ ਹੈ ਜਿਹਨੂੰ ਜ਼ਿਆਦਾ ਸਮਾਂ ਦਿੱਤਾ ਜਾਏ। ਤੇਰੇ ਤੋਂ ਬਾਅਦ ਅਦਾਲਤ ਕੋਲ ਜ਼ਿਆਦਾ ਸਮਾਂ ਲੈਣ ਵਾਲਾ ਇੱਕ ਹੋਰ ਮੁਕੱਦਮਾ ਹੈ, ਜਿਸ ਅਧੀਨ ਆਪਣੇ ਪਿਤਾ ਦਾ ਖੂਨ ਕਰਨ ਵਾਲੇ ਇੱਕ ਨੌਜਵਾਨ ਦੇ ਕੇਸ ਦੀ ਸੁਣਵਾਈ ਹੋਣੀ ਹੈ। ਸੁਣਵਾਈ ਵਾਲੇ ਦਿਨ ਮੈਨੂੰ ਕੈਦੀਆਂ ਵਾਲੀ ਗੱਡੀ 'ਚ ਬਿਠਾ ਕੇ ਅਦਾਲਤ 'ਚ ਪੇਸ਼ ਕੀਤਾ ਗਿਆ। 2 ਸਿਪਾਹੀ ਮੈਨੂੰ ਫੜ ਕੇ ਛੋਟੇ ਜਿਹੇ ਕਮਰੇ 'ਚ ਲੈ ਆਏ। ਕਮਰੇ ਅੰਦਰ ਘੁੱਪ ਹਨੇਰਾ ਸੀ, ਚਾਰੇ ਪਾਸੇ ਬਦਬੂ ਫੈਲੀ ਸੀ। ਅਸੀਂ ਇੱਕ ਦਰਵਾਜ਼ੇ ਕੋਲ ਬੈਂਚ 'ਤੇ ਬੈਠ ਗਏ। ਦਰਵਾਜ਼ਾ ਖੁੱਲ੍ਹਣ ਭਿੜਨ ਦੀ ਚੀਂ ਕੁਰਸੀਆਂ ਦੇ ਖਿਸਕਾਉਣ ਦੀ ਆਵਾਜ਼ ਲਗਾਤਾਰ ਆ ਰਹੀ ਸੀ। ਮੈਨੂੰ ਅਜਿਹੀਆਂ ਰਲੀਆਂ ਮਿਲੀਆਂ ਆਵਾਜ਼ਾਂ ਤੋਂ ਲੱਗਦਾ ਸੀ ਜਿਵੇਂ ਕਿਸੇ ਨਾਚ ਗਾਣੇ ਦੇ ਪ੍ਰੋਗਰਾਮ ਦੀ ਤਿਆਰੀ ਹੋ ਰਹੀ ਸੀ। ਇੱਕ ਸਿਪਾਹੀ ਨੇ ਦੱਸਿਆ ਕਿ ਅਜੇ ਜੱਜ ਸਾਹਿਬ ਆਏ ਨਹੀਂ। ਉਹਨੇ ਮੈਨੂੰ ਇੱਕ ਸਿਗਰਟ ਵੀ ਪੇਸ਼ ਕੀਤੀ, ਪਰ ਮੈਂ ਇਨਕਾਰ ਕਰ ਦਿੱਤਾ। ਥੋੜ੍ਹੀ ਦੇਰ ਬਾਅਦ ਸਿਪਾਹੀ ਨੇ ਮੈਨੂੰ ਪੁੱਛਿਆ ਕਿ ਕਿਤੇ ਮੈਂ ਘਬਰਾ ਤਾਂ ਨਹੀਂ ਰਿਹਾ। ਮੈਂ ਬੋਲਿਆ, ਬਿਲਕੁਲ ਨਹੀਂ, ਸਗੋਂ ਮੈਂ ਤਾਂ ਉਤਾਵਲਾਂ ਕਿ ਮੁਕੱਦਮੇ ਦੀ ਆਖਰੀ ਕਾਰਵਾਈ ਦੇਖਾਂ। ਮੈਨੂੰ ਅਜਿਹਾ ਕੋਈ ਤਜਰਬਾ ਨਹੀਂ ਹੈ। ਹਾਂ, ਹੋ ਸਕਦਾ ਤੂੰ ਉਤਾਵਲਾ ਹੋਵੇਂ, ਪਰ ਤੇਰਾ ਜੀ ਅਗਲੇ 2-3 ਘੰਟਿਆਂ 'ਚ ਭਰ ਜਾਏਗਾ, ਸਿਪਾਹੀ ਨੇ ਕਿਹਾ। ਕੁਝ ਦੇਰ ਬਾਅਦ ਘੰਟੀ ਵੱਜੀ। ਸਿਪਾਹੀਆਂ ਨੇ ਮੇਰੀਆਂ ਹੱਥਕੜੀਆਂ ਖੋਲ੍ਹੀਆਂ, ਫਿਰ ਦਰਵਾਜ਼ਾ ਖੋਲ੍ਹ ਕੇ ਮੈਨੂੰ ਮੁਜਰਮਾਂ ਵਾਲੇ ਕਟਹਿਰੇ ਵੱਲ ਲੈ ਗਏ।
ਅਦਾਲਤ ਭੀੜ ਨਾਲ ਖਚਾਖਚ ਭਰੀ ਪਈ ਸੀ। ਅਦਾਲਤ ਵਾਲੇ ਕਮਰੇ ਦੀਆਂ ਤਾਕੀਆਂ ਉੱਪਰ ਪਰਦੇ ਲਟਕ ਰਹੇ ਸਨ, ਜਿਨ੍ਹਾਂ 'ਚੋਂ ਸੂਰਜ ਦਾ ਚਾਨਣ ਛਣ ਕੇ ਕਮਰੇ 'ਚ ਆ ਰਿਹਾ ਸੀ। ਕਮਰੇ ਅੰਦਰ ਗਰਮੀ ਕਾਰਨ ਹੁਮਸ ਭਰੀ ਪਈ ਸੀ। ਖਿੜਕੀਆਂ ਬਿਲਕੁਲ ਬੰਦ ਸਨ। ਮੈਂ ਕਟਹਿਰੇ ਅੰਦਰ ਪਈ ਕੁਰਸੀ ਤੇ ਬੈਠ ਗਿਆ ਤੇ ਦੋਵੇਂ ਸਿਪਾਹੀ ਸਿੱਧੇ ਤਣ ਕੇ ਮੇਰੇ ਆਲੇ ਦੁਆਲੇ ਖੜੇ ਹੋ ਗਏ। ਫਿਰ ਮੈਂ ਸਾਹਮਣੇ ਕਤਾਰਾਂ 'ਚ ਬੈਠੇ ਲੋਕਾਂ ਵੱਲ ਨਿਗਾਹ ਮਾਰੀ। ਉਹਨਾਂ ਵਿੱਚੋਂ ਕੁਝ ਮੇਰੇ ਵੱਲ ਟਿਕਟਿਕੀ ਲਗਾ ਕੇ ਵੇਖ ਰਹੇ ਸਨ। ਉਹ ਸ਼ਾਇਦ ਜਿਊਰੀ ਦੇ ਮੈਂਬਰ ਸਨ। ਪਤਾ ਨਹੀਂ ਕਿਉਂ ਮੈਂ ਉਹਨਾਂ ਨੂੰ ਵੱਖਰੇ ਵੱਖਰੇ ਵਜੂਦ ਵਾਲੇ ਮਨੁੱਖਾਂ ਵਜੋਂ ਨਹੀਂ ਸੀ ਦੇਖ ਰਿਹਾ। ਮੇਰੀ ਹਾਲਤ ਉਸ ਆਦਮੀ ਵਰਗੀ ਹੋ ਗਈ ਸੀ ਜਿਹੜਾ ਕਿਸੇ ਬੱਸ 'ਚ ਚੜ੍ਹਨ ਪਿੱਛੋਂ ਮਹਿਸੂਸ ਕਰਦਾ ਹੈ ਕਿ ਪਹਿਲਾਂ ਬੈਠੇ ਸਾਰੇ ਮੁਸਾਫਰ ਉਹਦੇ ਪਹਿਰਾਵੇ, ਕੱਦ ਕਾਠ, ਚਿਹਰੇ ਮੂਹਰੇ ਨੂੰ ਧਿਆਨ ਨਾਲ ਵੇਖ ਰਹੇ ਹਨ ਤਾਂ ਜੋ ਕਿਸੇ ਹਾਸੇ ਮਜ਼ਾਕ ਜਾਂ ਵਿਅੰਗ ਕਰਨ ਵਾਲੀ ਗੱਲ ਲੱਭ ਸਕੇ। ਮੈਂ ਜਾਣਦਾ ਸੀ ਕਿ ਇੱਥੇ ਇਹ ਉਦਾਹਰਨ ਬੇਤੁਕੀ ਹੈ, ਕਿਉਂਕਿ ਸਾਰੇ ਮੇਰੇ ਵੱਲ ਵੇਖ ਕੇ ਕੋਈ ਹਾਸੇ ਮਜ਼ਾਕ ਵਾਲੀ ਗੱਲ ਨਹੀਂ ਲੱਭ ਰਹੇ, ਸਗੋਂ ਮੇਰੇ ਚਿਹਰੇ ਤੋਂ ਅਪਰਾਧੀਆਂ ਵਾਲੀ ਮਾਨਸਿਕਤਾ ਦੇ ਲੱਛਣ ਲੱਭਣ ਦਾ ਯਤਨ ਕਰ ਰਹੇ ਹਨ। ਫਿਰ ਵੀ ਬੱਸ ਦੇ ਯਾਤਰੀ ਤੇ ਜਿਊਰੀ ਦੇ ਮੈਂਬਰਾਂ ਵਿਚਕਾਰ ਕੋਈ ਬਹੁਤਾ ਫਰਕ ਨਹੀਂ ਸੀ ਲੱਗ ਰਿਹਾ। ਕਮਰੇ ਅੰਦਰਲੀ ਭੀੜ ਤੇ ਹੁਮਸ ਕਾਰਨ ਮੇਰਾ ਸਿਰ ਚਕਰਾ ਰਿਹਾ ਸੀ। ਮੈਂ ਸਾਰੀ ਭੀੜ ਵੱਲ ਗੌਰ ਨਾਲ ਵੇਖਿਆ। ਇੱਕ ਵੀ ਜਾਣ ਪਛਾਣ ਵਾਲਾ ਵਿਅਕਤੀ ਨਾ ਦਿਸਿਆ। ਪਹਿਲਾਂ ਤਾਂ ਪਤਾ ਨਹੀਂ ਸੀ ਲੱਗ ਰਿਹਾ ਕਿ ਇੰਨੇ ਸਾਰੇ ਲੋਕ ਮੇਰੇ ਮੁਕੱਦਮੇ ਦੀ ਕਾਰਵਾਈ ਦੇਖਣ ਆਏ ਹਨ। ਸਧਾਰਨ ਜ਼ਿੰਦਗੀ 'ਚ ਕਦੇ ਮੇਰੇ ਅੰਦਰ ਕਿਸੇ ਨੇ ਖਾਸ ਦਿਲਚਸਪੀ ਨਹੀਂ ਸੀ ਲਈ, ਪਰ ਹੁਣ ਇੱਕਦਮ ਸਾਰਿਆਂ ਦੇ ਧਿਆਨ ਦਾ ਕੇਂਦਰ ਬਣਨਾ ਮੈਨੂੰ ਬੜਾ ਅਜੀਬ ਜਿਹਾ ਲੱਗ ਰਿਹਾ ਸੀ। ਮੈਂ ਕੋਲ ਖੜੇ ਸਿਪਾਹੀ ਨੂੰ ਕਿਹਾ ਕਿ ਇੱਥੇ ਇੰਨੀ ਭੀੜ ਕਿਉਂ ਹੈ। ਉਹਨੇ ਦੱਸਿਆ, ਅਖਬਾਰਾਂ ਵਾਲਿਆਂ ਨੇ ਮੇਰੇ ਮੁਕੱਦਮੇ ਨੂੰ ਖੂਬ ਮਸਾਲਾ ਲਾ ਛਾਪਿਆ, ਇਸੇ ਕਾਰਨ ਇੰਨੀ ਭੀੜ ਜਮ੍ਹਾਂ ਹੈ। ਇਹ ਦੱਸਣ ਪਿੱਛੋਂ ਉਹਨੇ ਮੇਰਾ ਧਿਆਨ ਜਿਊਰੀ ਮੈਂਬਰਾਂ ਦੇ ਕੋਲ ਬੈਠੇ ਲੋਕਾਂ ਵੱਲ ਦਬਾ ਕੇ ਕਿਹਾ, ਉਹ ਵੇਖ ਸਾਹਮਣੇ ਮੇਜ਼ ਕੋਲ ਬੈਠੇ ਸਾਰੇ ਆਦਮੀ ਵੱਖ-ਵੱਖ ਅਖਬਾਰਾਂ ਦੇ ਪੱਤਰਕਾਰ ਹਨ। ਉਹਨਾਂ ਵਿੱਚ ਇੱਕ ਮੇਰਾ ਪੁਰਾਣਾ ਦੋਸਤ ਵੀ ਬੈਠਾ ਹੈ। ਥੋੜੀ ਦੇਰ ਪਿੱਛੋਂ ਸਿਪਾਹੀ ਦਾ ਪੱਤਰਕਾਰ ਦੋਸਤ ਇੱਕਦਮ ਸਾਡੇ ਵੱਲ ਆਇਆ। ਸਿਪਾਹੀ ਨੂੰ ਗਰਮਜੋਸ਼ੀ ਨਾਲ ਮਿਲਿਆ। ਉਹ ਅਧਖੜ ਉਮਰ ਦਾ ਗੰਭੀਰ ਦਿਸਣ ਵਾਲਾ ਆਦਮੀ ਸੀ। ਉਹਦਾ ਵਿਹਾਰ ਬੜਾ ਸਲੀਕੇ ਵਾਲਾ ਸੀ। ਫਿਰ ਮੈਂ ਕਮਰੇ ਵੱਲ ਦੇਖਿਆ। ਸਾਰੇ ਆਦਮੀ ਇੱਕ ਦੂਜੇ ਨੂੰ ਨਮਸਕਾਰ ਕਰ ਰਹੇ ਸਨ। ਛੋਟੇ-ਛੋਟੇ ਗਰੁੱਪ ਬਣਾ ਕੇ ਖੂਬ ਗੱਪਾਂ ਮਾਰ ਰਹੇ ਸਨ। ਇੰਜ ਜਾਪਦਾ ਸੀ ਪੂਰੀ ਅਦਾਲਤ ਕਿਸੇ ਕਲੱਬ ਦਾ ਰੂਪ ਧਾਰਨ ਕਰ ਗਈ ਹੋਵੇ, ਜਿੱਥੇ ਹਰ ਆਦਮੀ ਆਪਣੀ ਮਰਜ਼ੀ ਅਨੁਸਾਰ ਠੱਠਾ ਕਰ ਸਕਦਾ ਹੈ। ਸ਼ਾਇਦ ਇਹੀ ਕਾਰਨ ਸੀ ਕਿ ਮੈਨੂੰ ਆਪਣਾ ਆਪ ਉਸ ਮਹਿਮਾਨ ਵਰਗਾ ਜਾਪਦਾ ਸੀ ਜਿਹੜਾ ਬਿਨਾਂ ਸੱਦਾ ਪੱਤਰ ਦੇ ਕਿਸੇ ਦੇ ਘਰ ਚਲਾ ਗਿਆ ਹੋਵੇ। ਖੈਰ, ਉਸ ਅਧਖੜ ਉਮਰ ਦੇ ਪੱਤਰਕਾਰ ਨੇ ਮੇਰੇ ਨਾਲ ਖੁੱਲ੍ਹ ਕੇ ਗੱਲ ਕੀਤੀ। ਕਹਿਣ ਲੱਗਾ, ਮੈਨੂੰ ਪੂਰੀ ਉਮੀਦ ਹੈ ਕਿ ਤੂੰ ਬਰੀ ਹੋ ਜਾਏਗਾ। ਮੈਂ ਉਹਦਾ ਸ਼ੁਕਰੀਆ ਅਦਾ ਕੀਤਾ ਤਾਂ ਮੁਸਕਰਾ ਕੇ ਬੋਲਿਆ, ਅਸੀਂ ਤੇਰੇ ਮੁਕੱਦਮੇ ਬਾਰੇ ਅਖਬਾਰ 'ਚ ਲਗਾਤਾਰ ਕੁਝ ਨਾ ਕੁਝ ਛਾਪਦੇ ਰਹੇ ਹਾਂ। ਉਂਝ ਵੀ ਗਰਮੀਆਂ ਦੇ ਦਿਨਾਂ 'ਚ ਖਬਰਾਂ ਦੀ ਕੁਝ ਤੰਗੀ ਜਿਹੀ ਰਹਿੰਦੀ ਹੈ। ਤੇਰੇ ਮੁਕੱਦਮੇ ਦੇ ਨਾਲ ਅਸੀਂ ਤੇਰੇ ਤੋਂ ਬਾਅਦ ਸੁਣਵਾਈ ਅਧੀਨ ਚੱਲਦਾ ਮੁਕੱਦਮਾ ਵੀ ਛਾਪਾਂਗੇ, ਜਿਹੜਾ ਪੁੱਤਰ ਵੱਲੋਂ ਪਿਤਾ ਦੇ ਕਤਲ ਨਾਲ ਜੁੜਿਆ ਹੈ। ਫਿਰ ਕੁਝ ਦੇਰ ਚੁੱਪ ਰਹਿਣ ਪਿੱਛੋਂ ਉਹਨੇ ਪੱਤਰਕਾਰਾਂ ਦੀ ਮੇਜ਼ ਵੱਲ ਮੇਰਾ ਧਿਆਨ ਦਿਵਾਉਂਦਿਆਂ ਕਿਹਾ, ਉਹ ਸਾਹਮਣੇ ਜਿਹੜਾ ਨੌਜਵਾਨ ਬੈਠਾ ਹੈ ਉਹ ਪੈਰਿਸ ਦੀ ਇੱਕ ਅਖਬਾਰ ਦਾ ਪੱਤਰ ਪ੍ਰੇਰਕ ਹੈ। ਇਹਨੂੰ ਭੇਜਿਆ ਤਾਂ ਪਿਤਾ ਕਤਲ ਵਾਲੇ ਮੁਕੱਦਮੇ ਦੀ ਕਾਰਵਾਈ ਨੋਟ ਕਰਨ ਲਈ ਸੀ, ਪਰ ਜਦੋਂ ਤੇਰੇ ਮੁਕੱਦਮੇ ਦਾ ਪਤਾ ਲੱਗਾ ਤਾਂ ਇਹਨੇ ਇਹਦੀ ਵੀ ਪੂਰੀ ਖਬਰ ਬਣਾ ਕੇ ਅਖਬਾਰ ਨੂੰ ਭੇਜਣ ਦਾ ਫੈਸਲਾ ਕਰ ਲਿਆ। ਉਹ ਆਦਮੀ ਦੇਖਣ ਨੂੰ ਗੋਲ ਮਟੋਲ ਤੇ ਕਾਲੇ ਰੰਗ ਦਾ ਸੀ, ਜਿਹਨੇ ਮੋਟੀਆਂ-ਮੋਟੀਆਂ ਐਨਕਾਂ ਚੜਾ ਰੱਖੀਆਂ ਸੀ। ਗੱਲ ਮੇਰੀ ਜ਼ਬਾਨ 'ਚ ਹੀ ਅਟਕ ਗਈ ਕਿ ਮੈਂ ਕਹਾਂ ਕਿ ਉਹਦੀ ਬੜੀ ਮਿਹਰਬਾਨੀ ਹੋਏਗੀ। ਫਿਰ ਇੱਕਦਮ ਖਿਆਲ ਆਇਆ ਕਿ ਬੜੀ ਬੇਤੁਕੀ ਜੀ ਗੱਲ ਲੱਗੇਗੀ। ਥੋੜੀ ਦੇਰ ਰੁਕਣ ਪਿੱਛੋਂ ਉਹ ਗਰਮਜੋਸ਼ੀ ਨਾਲ ਮਿਲ ਕੇ ਵਾਪਸ ਚਲਾ ਗਿਆ। ਫਿਰ ਥੋੜੀ ਦੇਰ ਕੁਝ ਨਹੀਂ ਵਾਪਰਿਆ। ਕੁਝ ਸਮੇਂ ਪਿੱਛੋਂ ਆਪਣੇ ਸਾਥੀ ਵਕੀਲਾਂ ਨਾਲ ਕਾਲਾ ਪਹਿਰਾਵਾ ਪਹਿਨੀ ਮੇਰਾ ਵਕੀਲ ਤੇਜ਼ੀ ਨਾਲ ਕਮਰੇ ਅੰਦਰ ਦਾਖਲ ਹੋ ਗਿਆ। ਉਹ ਸਿੱਧਾ ਪੱਤਰਕਾਰਾਂ ਕੋਲ ਗਿਆ, ਉਹਨਾਂ ਨਾਲ ਦੁਆ ਸਲਾਮ ਕੀਤੀ। ਉਹ ਸਾਰੇ ਬੜੇ ਬੇਫਿਕਰ ਜਾਪਦੇ ਸਨ ਤੇ ਖੁੱਲ੍ਹ ਕੇ ਹਾਸਾ ਠੱਠਾ ਕਰਦੇ ਸਨ। ਇੰਨੀ ਦੇਰ ਨੂੰ ਇੱਕ ਹੋਰ ਘੰਟੀ ਵੱਜਣ ਦੀ ਆਵਾਜ਼ ਆਈ ਤੇ ਸਭ ਲੋਕਾਂ ਨੇ ਆਪਣੀਆਂ ਥਾਵਾਂ ਮੱਲ ਲਈਆਂ। ਮੇਰਾ ਵਕੀਲ ਮੇਰੇ ਕੋਲ ਆਇਆ ਤੇ ਹੱਥ ਮਿਲਾ ਕੇ ਕਹਿਣ ਲੱਗਾ, ਤੈਨੂੰ ਜੋ ਵੀ ਸਵਾਲ ਪੁੱਛੇ ਜਾਣ ਉਹਨਾਂ ਦਾ ਉੱਤਰ ਸੰਖੇਪ ਸ਼ਬਦਾਂ 'ਚ ਦੇਣਾ ਤੇ ਆਪਣੇ ਵੱਲੋਂ ਕੁਝ ਹੋਰ ਨਹੀਂ ਆਖਣਾ। ਬਸ ਮੇਰੇ ਤੇ ਯਕੀਨ ਰੱਖ, ਤੂੰ ਜ਼ਰੂਰ ਹੀ ਬਰੀ ਹੋ ਜਾਏਗਾ। ਮੇਰੇ ਖੱਬੇ ਪਾਸੇ ਕੁਰਸੀ ਖਿਸਕਣ ਦੀ ਆਵਾਜ਼ ਆਈ ਤੇ ਜਿਸ ਉੱਪਰ ਐਨਕਾਂ ਲਾਈ ਇੱਕ ਲੰਮਾ ਪਤਲਾ ਜਿਹਾ ਵਿਅਕਤੀ ਆਪਣੇ ਲਾਲ ਚੋਗੇ ਦੀਆਂ ਵੱਟਾਂ ਠੀਕ ਕਰਦਾ ਬੈਠਿਆ। ਮੈਂ ਸਮਝ ਗਿਆ ਸਰਕਾਰੀ ਵਕੀਲ ਹੈ। ਇੰਨੇ ਚਿਰ ਨੂੰ ਅਰਦਲੀ ਬੋਲਿਆ, ਮਾਨਯੋਗ ਜੱਜ ਸਾਹਿਬਾਨ ਤਸ਼ਰੀਫ ਲਿਆ ਰਹੇ ਹਨ। ਠੀਕ ਉਸੇ ਸਮੇਂ ਉੱਪਰ ਛੱਤ ਨਾਲ ਲੱਗੇ 2 ਪੱਖੇ ਤੇਜ਼ੀ ਨਾਲ ਚੱਲ ਪਏ। ਫਿਰ 3 ਜੱਜ ਅਦਾਲਤ ਅੰਦਰ ਪ੍ਰਵੇਸ਼ ਹੋਏ, ਜਿਨ੍ਹਾਂ ਵਿੱਚੋਂ 2 ਨੇ ਕਾਲੇ ਤੇ ਇੱਕ ਨੇ ਲਾਲ ਸੂਹਾ ਚੋਗਾ ਪਾਇਆ ਸੀ। ਫਿਰ ਤਿੰਨੋਂ ਤੇਜ਼ ਕਦਮੀ ਚੱਲਦੇ ਫਰਸ਼ ਤੋਂ ਉੱਚੇ ਬਣੇ ਥੜੇ ਕੋਲ ਦੇ ਬੈਂਚ ਵਿੱਚ ਪਿੱਛੇ ਬੈਠ ਗਏ। ਲਾਲ ਕੱਪੜਿਆਂ ਵਾਲਾ ਵਿਚਕਾਰਲੀ ਉੱਚੀ ਕੁਰਸੀ ਤੇ ਬੈਠ ਗਿਆ ਤੇ ਦੂਜੇ ਦੋਵੇਂ ਕੋਲ ਬੈਠ ਗਏ। ਵਿਚਕਾਰਲੇ ਜੱਜ ਸਾਹਿਬ ਨੇ ਆਪਣੀ ਸਰਕਾਰੀ ਟੋਪੀ ਲਾ ਕੇ ਮੇਜ਼ ਤੇ ਰੱਖ ਦਿੱਤੀ
रुमाल नाल मत्थे दा पसीना पूंझ के फरमाया, मुकदमे की कार्रवाई शुरू की जाए। ਇਹ ਸੁਣਦੇ ਹੀ ਪੱਤਰਕਾਰਾਂ ਨੇ ਆਪਣੇ ਪੈਨ ਕਾਗਜ਼ ਕੱਢ ਲਏ। ਉਹਨਾਂ ਸਾਰਿਆਂ ਦੇ ਚਿਹਰੇ ਇੱਕ ਵਿਅੰਗ ਭਰੀ ਲਾਪਰਵਾਹੀ ਬਖੇਰ ਰਹੇ ਸਨ, ਪਰ ਉਹਨਾਂ ਵਿੱਚੋਂ ਭੂਰੇ ਰੰਗ ਦਾ ਸੂਟ, ਨੀਲੀ ਟਾਈ ਪਹਿਨੇ ਬੈਠਾ ਇੱਕ ਨੌਜਵਾਨ ਪੱਤਰਕਾਰ ਮੇਰੇ ਵੱਲ ਟਿਕ-ਟਿਕੀ ਦੇ ਲਾਈ ਦੇਖੀ ਜਾ ਰਿਹਾ ਸੀ। ਉਹਦੀ ਉਮਰ ਬਾਕੀ ਪੱਤਰਕਾਰਾਂ ਨਾਲੋਂ ਕਾਫੀ ਘੱਟ ਲੱਗਦੀ ਸੀ। ਉਹਦਾ ਚਿਹਰਾ ਮੋਹਰਾ ਬੜਾ ਸਧਾਰਨ ਸੀ। ਉਹਦੇ ਚਿਹਰੇ ਉੱਪਰਲੀ ਆਕਰਸ਼ਣ ਚੀਜ਼ ਉਹਦੀਆਂ ਸ਼ਾਂਤ ਡੋਲ ਨੀਲੇ ਰੰਗ ਦੀਆਂ ਅੱਖਾਂ ਸਨ। ਬਾਕੀ ਉਹਦਾ ਚਿਹਰਾ ਕੋਈ ਖਾਸ ਪ੍ਰਭਾਵ ਨਹੀਂ ਸੀ ਛੱਡ ਰਿਹਾ। ਕੁਝ ਪਲ ਮੇਰੇ ਮਨ 'ਚ ਇੱਕ ਬਾਕੀ ਅਜੀਬ ਜਿਹੀ ਕਲਪਨਾ ਆਈ। ਮੈਨੂੰ ਲੱਗਿਆ ਉਹਦੀਆਂ ਅੱਖਾਂ ਮੇਰੀਆਂ ਹੀ ਸਨ, ਜਿਨ੍ਹਾਂ ਨਾਲ ਮੈਂ ਆਪਣੇ ਆਪ ਨੂੰ ਹੀ ਨਿਹਾਰ ਰਿਹਾ ਸੀ। ਅਦਾਲਤੀ ਕਾਰਵਾਈ ਬਾਰੇ ਕੋਈ ਇਲਮ ਨਾ ਹੋਣ ਕਰਕੇ ਮੈਨੂੰ ਸ਼ੁਰੂ 'ਚ ਹੀ ਪਤਾ ਨਾ ਲੱਗਾ ਕਿ ਵਕੀਲ ਸਾਹਿਬ ਤੇ ਜੱਜ ਸਾਹਿਬਾਨ ਦੀ ਚਰਚਾ ਛੇੜੀ ਬੈਠੇ ਹੈ। ਮੈਨੂੰ ਇਸ ਬਾਰੇ ਵੀ ਪਤਾ ਨਾ ਲੱਗਾ ਕਿ ਜਿਊਰੀ ਨੇ ਆਪਸ 'ਚ ਕਿਹੜਾ ਕੰਮ ਜਾਂ ਜ਼ਿੰਮੇਵਾਰੀ ਵੰਡੀ ਸੀ, ਤੇ ਫਿਰ ਵੱਡੇ ਜੱਜ ਸਾਹਿਬਾਨ ਨੇ ਸਰਕਾਰੀ ਵਕੀਲ ਤੇ ਜਿਊਰੀ ਦੇ ਮੈਂਬਰਾਂ ਨਾਲ ਕੀ ਗਿਟਮਿਟ ਕੀਤੀ। ਮੈਨੂੰ ਸਿਰਫ ਇਹੀ ਪਤਾ ਰਿਹਾ ਕਿ ਜਦ ਮੇਰਾ ਵਕੀਲ ਕੁਝ ਬੋਲਦਾ, ਜਿਊਰੀ ਮੈਂਬਰ ਜੱਜਾਂ ਵੱਲ ਦੇਖਣ ਲੱਗ ਜਾਂਦੇ। ਫਿਰ ਇੱਕ ਸਾਹ 'ਚ ਦੋਸ਼ ਪੱਤਰ ਪੜ੍ਹਿਆ ਗਿਆ। ਇਸ 'ਚ ਕੁਝ ਅਜਿਹੀਆਂ ਥਾਵਾਂ ਤੇ ਵਿਅਕਤੀਆਂ ਦੇ ਨਾਮ ਬੋਲੇ ਗਏ ਜਿਨ੍ਹਾਂ ਤੋਂ ਮੈਂ ਜਾਣੂ ਸੀ, ਪਰ ਫਿਰ ਵੱਡੇ ਜੱਜ ਨੇ ਮੇਰੇ ਵਕੀਲ ਨੂੰ ਕੁਝ ਸਵਾਲ ਪੁੱਛੇ ਜਿਹੜੀ ਮੇਰੀ ਸਮਝ ਤੋਂ ਬਾਹਰ ਸੀ। ਇਹ ਤੋਂ ਬਾਅਦ ਜੱਜ ਸਾਹਿਬਾਨ ਦੇ ਹੁਕਮ ਨਾਲ ਗਵਾਹਾਂ ਦੀ ਸੂਚੀ ਪੜ੍ਹ ਕੇ ਸੁਣਾਈ ਗਈ। ਅਦਾਲਤ ਦੇ ਮੁਨਸ਼ੀ ਨੇ ਜਦੋਂ ਇਹ ਨਾਮ ਪੜ੍ਹੇ ਤਾਂ ਕੁਝ ਨਾਮ ਅਜਿਹੇ ਸਨ ਜਿਨ੍ਹਾਂ ਨੂੰ ਸੁਣ ਕੇ ਮੇਰਾ ਸਿਰ ਚੱਕਰ ਆ ਗਿਆ। ਹੁਣ ਤੱਕ ਸਾਹਮਣੇ ਬੈਠੇ ਲੋਕਾਂ ਦੀ ਭੀੜ ਦੇ ਚਿਹਰੇ ਮੇਰੇ ਲਈ ਅਣਜਾਣ ਸਨ, ਪਰ ਹੁਣ ਕਈ ਜਾਣੇ ਪਛਾਣੀਆਂ ਸ਼ਕਲਾਂ ਸੂਰਤਾਂ ਉੱਭਰਨ ਲੱਗੀਆਂ। ਜਿਵੇਂ ਮੁਨਸ਼ੀ ਦੀ ਸੂਚੀ ਪੜ੍ਹਦਿਆਂ ਰੇਮੰਡ ਮੈਸਨ, ਸਲਮਾਨੋ ਆਸ਼ਰਮ ਦਾ ਚੌਕੀਦਾਰ, ਬੁੱਢਾ ਪੀਰਾ ਤੇ ਮੈਰੀ ਨਾਲ ਖੜੇ ਹੁੰਦੇ ਗਏ। ਜਦੋਂ ਮੈਂ ਮੈਰੀ ਤੇ ਨਜ਼ਰ ਮਾਰੀ ਤਾਂ ਉਹਨੇ ਹੱਥ ਹਿਲਾ ਕੇ ਮੈਨੂੰ ਇਸ਼ਾਰਾ ਕੀਤਾ। ਮੈਰੀ ਉੱਠ ਕੇ ਨਾਲ ਵਾਲੇ ਕਮਰੇ ਵੱਲ ਚਲੀ ਗਈ, ਕਿਉਂਕਿ ਜਿਨ੍ਹਾਂ ਲੋਕਾਂ ਦੇ ਨਾਮ ਗਵਾਹਾਂ ਦੀ ਸੂਚੀ 'ਚ ਸਨ ਉਹਨਾਂ ਨੂੰ ਪਿਛਲੇ ਦਰਵਾਜ਼ੇ ਰਸਤੇ ਦੂਜੇ ਕਮਰੇ 'ਚ ਭੇਜ ਦਿੱਤਾ ਗਿਆ। ਆਖਰੀ ਨਾਮ ਸੇਲੇਸਤੇ ਦਾ ਬੋਲਿਆ ਗਿਆ। ਉਹ ਉੱਠਿਆ ਤਾਂ ਉਹਦੇ ਬਿਲਕੁਲ ਕੋਲ ਉਹੀ ਗਿੱਠੀ ਜੀ ਅਜੀਬ ਕਿਸਮ ਦੀ ਔਰਤ ਬੈਠੀ ਦਿਸੀ, ਜਿਹਨੇ ਹੋਟਲ 'ਚ ਮੇਰੇ ਵਾਲੀ ਮੇਜ਼ ਤੇ ਬੈਠ ਕੇ ਖਾਣਾ ਖਾਧਾ ਸੀ। ਉਹਦੀ ਉਹੀ ਮਰਦਾਨਾ ਜੈਕਟ, ਚੁਸਤ ਦਰੁਸਤ ਅੰਦਾਜ਼। ਫਿਰ ਮੈਂ ਦੇਖਿਆ ਉਹ ਮੈਨੂੰ ਟਿਕੀ ਲਾ ਕੇ ਤੱਕ ਰਹੀ ਸੀ। ਮੈਨੂੰ ਉਹਦੀ ਅਦਾਲਤ ਵਿੱਚ ਹਾਜ਼ਰ ਹੋਣ ਉੱਤੇ ਬੜੀ ਹੈਰਾਨੀ ਹੋਈ। ਜੱਜ ਸਾਹਿਬ ਫਿਰ ਬੋਲਣ ਲੱਗੇ ਸਨ। ਮੁਕੱਦਮੇ ਦੀ ਅਸਲ ਕਾਰਵਾਈ ਹੁਣ ਸ਼ੁਰੂ ਹੋਏਗੀ। ਮੈਨੂੰ ਉਮੀਦ ਹੈ ਕਿ ਇੱਥੇ ਹਾਜ਼ਰ ਸਾਰੇ ਸੱਜਣ ਤੇ ਬੀਬੀਆਂ ਆਪਣੇ ਜਜ਼ਬਾਤ ਕਾਬੂ 'ਚ ਰੱਖਣਗੇ। ਅਸੀਂ ਸਾਰੇ ਜੱਜ ਸਾਹਿਬਾਨ ਦਾ ਸਮੁੱਚੀ ਕਾਰਵਾਈ ਆਪਣੀ ਦੇਖ ਰੇਖ ਹੇਠ ਚਲਾ ਰਹੇ ਹਾਂ। ਇੱਕ ਤਰ੍ਹਾਂ ਨਾਲ ਅਸੀਂ ਤਾਂ ਫੈਸਲਾ ਦੇਣ ਵਾਲਿਆਂ ਦੀ ਭੂਮਿਕਾ ਅਦਾ ਕਰ ਰਹੇ ਹਾਂ। ਇਸ ਲਈ ਸਾਡੇ ਮੁਕੱਦਮੇ ਪ੍ਰਤੀ ਸੋਚ ਨਿਰਪੱਖਤਾ ਵਾਲੀ ਹੈ। ਜੋ ਵੀ ਫੈਸਲਾ ਜਿਊਰੀ ਦੇ ਮੈਂਬਰ ਸਾਹਿਬਾਨ ਕਰਨਗੇ, ਅਸੀਂ ਉਹਨੂੰ ਆਧਾਰ ਬਣਾ ਕੇ ਕੀਤਾ ਇਨਸਾਫ ਜਨਤਾ ਦੀ ਕਚਹਿਰੀ ਅੱਗੇ ਰੱਖਾਂਗੇ। ਸਾਡੀ ਗੁਜ਼ਾਰਿਸ਼ ਹੈ ਕਿ ਫੈਸਲਾ ਸੁਣਨ ਤੋਂ ਬਾਅਦ ਸਾਰੇ ਲੋਕ ਬਿਨਾਂ ਕਿਸੇ ਪ੍ਰਕਾਰ ਦਾ ਸ਼ੋਰ ਸ਼ਰਾਬਾ ਸ਼ਾਂਤੀਪੂਰਨ ਢੰਗ ਨਾਲ ਬਾਹਰ ਨਿਕਲ ਸਕਣ। ਕਮਰੇ ਅੰਦਰ ਕਹਿਰਾਂ ਦੀ ਗਰਮੀ ਪੈ ਰਹੀ ਸੀ। ਅਦਾਲਤ ਵਿੱਚ ਬੈਠੇ ਕੁਝ ਲੋਕ ਹੱਥਾਂ 'ਚ ਫੜੀਆਂ ਅਖਬਾਰਾਂ ਨੂੰ ਪੱਖੀ ਵਾਂਗ ਚੱਲ ਰਹੇ ਸਨ। ਤੈਅ ਕੀਤੀਆਂ ਅਖਬਾਰਾਂ ਦੀ ਖੜ ਕਮਰੇ 'ਚ ਗੂੰਜਦੀ ਰਹੀ। ਬਿਜਲੀ ਦੇ ਪੱਖੇ ਬੇਸ਼ੱਕ ਚੱਲ ਪਏ ਸਨ, ਪਰ ਜੱਜ ਸਾਹਿਬਾਨ ਵੀ ਗਰਮੀ ਨਾਲ ਬੇਹਾਲ ਹੋਏ ਦਿਸਦੇ ਸਨ। ਵੱਡੇ ਜੱਜ ਨੇ ਇਸ਼ਾਰਾ ਕੀਤਾ ਤਾਂ ਇੱਕ ਨੌਕਰ ਮੁੰਜ ਦੀਆਂ ਬੜੀਆਂ 3 ਪੱਖੀਆਂ ਲੈ ਆਇਆ ਤਾਂ ਜੱਜ ਸਾਹਿਬਾਨ ਉਹਨਾਂ ਨਾਲ ਹਵਾ ਚੱਲਣ ਲੱਗੇ। ਫਿਰ ਮੇਰੇ ਵੱਲ ਸਵਾਲ ਜਵਾਬ ਸ਼ੁਰੂ ਹੋਏ। ਵੱਡੇ ਜੱਜ ਸਾਹਿਬ ਨੇ ਬੜੇ ਸ਼ਾਂਤ ਤਰੀਕੇ ਨਾਲ ਤੇ ਪੂਰਾ ਮੇਰੇ ਪ੍ਰਤੀ ਆਪਣੱਤ ਦਿਖਾਉਂਦਿਆਂ ਮੇਰੇ ਕੋਲੋਂ ਪ੍ਰਸ਼ਨ ਪੁੱਛੇ। ਪਹਿਲਾਂ ਵਾਂਗ ਹੀ ਮੇਰਾ ਨਾਮ, ਪਤਾ, ਮਾਤਾ ਪਿਤਾ, ਰਹਾਇਸ਼ ਦੇ ਬਾਰੇ ਪੁੱਛਿਆ ਗਿਆ। ਅਜਿਹੇ ਸਵਾਲਾਂ ਦਾ ਸਾਹਮਣਾ ਮੈਂ ਸੈਂਕੜੇ ਵਾਰ ਕਰ ਚੁੱਕਾ। ਮੇਰਾ ਮਨ ਇਹਨਾਂ ਰਸਮੀ ਸਵਾਲਾਂ ਤੋਂ ਅੱਕਿਆ ਪਿਆ ਸੀ। ਫਿਰ ਮੈਂ ਸੋਚਿਆ ਕਿ ਜੱਜ ਸਾਹਿਬਾਨ ਵੱਲੋਂ ਮੇਰੇ ਕੋਲੋਂ ਇਹ ਸਵਾਲ ਪੁੱਛਣੇ ਅਤਿਅੰਤ ਜ਼ਰੂਰੀ ਹਨ, ਕਿਉਂਕਿ ਮੁਲਜ਼ਮ ਦੀ ਪੂਰੀ ਸ਼ਨਾਖਤ ਕਰਨਾ ਪੂਰੇ ਮੁਕੱਦਮੇ ਦੀ ਚੂਲ ਹੁੰਦਾ ਤੇ ਕਿਸੇ ਨਿਰਦੋਸ਼ ਉੱਪਰ ਬਿਨਾਂ ਕੁਝ ਪੁੱਛਿਆਂ ਗਿੱਛਿਆਂ ਮੁਕੱਦਮਾ ਚਲਾ ਦੇਣਾ ਅਦਾਲਤ ਦੀ ਚੂਲੀ ਭਰ ਪਾਣੀ 'ਚ ਡੁੱਬ ਮਰਨ ਵਾਲੀ ਗੱਲ ਹੁੰਦੀ ਹੈ। ਧੰਨਵਾਦ। ਫਿਰ ਜੱਜ ਸਾਹਿਬਾਨ ਨੇ ਮੇਰੇ ਸਾਰੇ ਕਾਰਨਾਮਿਆਂ ਦੀ ਕੁੰਡਲੀ ਫਰੋਲ ਦਿੱਤੀ। ਕਈ ਵਾਰੀ ਬੋਲਦੇ ਰੁਕ ਜਾਂਦੇ, ਫਿਰ ਮੈਨੂੰ ਪੁੱਛਦੇ, ਕਿਉਂ, ਕੀ ਖਿਆਲ ਹੈ, ਠੀਕ ਹੈ ਨਾ? ਮੇਰਾ ਜਵਾਬ ਤਕਰੀਬਨ ਇਹੀ ਹੁੰਦਾ, ਜੀ ਹਾਂ ਜਨਾਬ। ਵਕੀਲ ਨੇ ਮੈਨੂੰ ਨਿਰਦੇਸ਼ ਵੀ ਇਹੀ ਦਿੱਤਾ ਸੀ ਕਿ ਮੈਂ ਉੱਤਰ ਬੜੇ ਸਪਸ਼ਟ ਤੇ ਸੰਖੇਪ ਦੇਵਾਂ। ਜੱਜ ਸਾਹਿਬ ਨਿੱਕੀ ਗੱਲ ਨੂੰ ਪੀ ਕੇ ਬੋਲ ਰਹੇ ਸਨ, ਇਸ ਲਈ ਕਾਫੀ ਸਮਾਂ ਇਸੇ ਵਿੱਚ ਗੁਜ਼ਰ ਗਿਆ। ਇਸ ਸਮੇਂ ਦੌਰਾਨ ਸਾਰੇ ਪੱਤਰਕਾਰਾਂ ਦੀਆਂ ਕਲਮਾਂ ਚੱਲਦੀਆਂ ਰਹੀਆਂ। ਫਿਰ ਮੈਨੂੰ ਉਹ ਨੌਜਵਾਨ ਪੱਤਰਕਾਰ ਯਾਦ ਆਇਆ ਜਿਹਦੀਆਂ ਨਜ਼ਰਾਂ ਮੇਰੇ ਤੇ ਟਿਕੀਆਂ ਰਹੀਆਂ।
ਫਿਰ ਉਹ ਮੋਟੀ ਅਜੀਬ ਕਿਸਮ ਦੀ ਤੀਵੀਂ ਯਾਦ ਆਈ ਜਿਹੜੀ ਮੈਨੂੰ ਲਗਾਤਾਰ ਘੂਰਦੀ ਰਹੀ ਸੀ। ਮੈਂ ਦੇਖਿਆ ਕਿ ਜਿਊਰੀ ਦੇ ਮੈਂਬਰ ਲਾਲ ਕੱਪੜਿਆਂ ਵਾਲੇ ਜੱਜ ਸਾਹਿਬ ਨੂੰ ਲਗਾਤਾਰ ਦੇਖੀ ਜਾ ਰਹੇ ਸਨ। ਮੇਰੇ ਮਨ 'ਚੋਂ ਯਾਦ ਆ ਗਈ ਜਿਹਦੀਆਂ ਸੀਟਾਂ ਸਵਾਰੀਆਂ ਦੀਆਂ ਕਤਾਰਾਂ ਨਾਲ ਭਰੀਆਂ ਸਨ। ਫਿਰ ਜੱਜ ਸਾਹਿਬ ਹਲਕਾ ਜਿਹਾ ਖੰਘੇ ਤੇ ਆਪਣੇ ਸਾਹਮਣੇ ਰੱਖੀ ਫਾਈਲ ਦੇ ਕੁਝ ਪੰਨਿਆਂ ਨੂੰ ਪਲਟਾਇਆ। ਫਿਰ ਗੰਭੀਰ ਹੋ ਕੇ ਬੋਲੇ, ਹੁਣ ਮੈਂ ਤੇਰੇ ਕੋਲ ਉਹ ਗੱਲਾਂ ਪੁੱਛਣੀਆਂ ਚਾਹੁੰਦਾ ਜਿਹੜੀਆਂ ਸਿੱਧੇ ਤੌਰ ਤੇ ਭਾਵੇਂ ਇਸ ਮੁਕੱਦਮੇ ਨਾਲ ਸੰਬੰਧਿਤ ਨਾ ਜਾਪਦੀਆਂ ਹੋਣ, ਪਰ ਅਸਲ 'ਚ ਉਹਨਾਂ ਦਾ ਇਸ ਮੁਕੱਦਮੇ ਨਾਲ ਡੂੰਘਾ ਸੰਬੰਧ ਹੈ। ਮੇਰੇ ਦਿਮਾਗ ਦੀ ਚੱਕਰੀ ਘੁੰਮੀ। ਮੈਂ ਸੋਚਿਆ ਇਹ ਜ਼ਰੂਰ ਮੇਰੀ ਮਾਂ ਬਾਰੇ ਸਵਾਲ ਪੁੱਛੇਗਾ। ਨਾਲ ਹੀ ਸੋਚਿਆ ਜੇਕਰ ਇਹ ਮੇਰੀ ਮਾਂ ਬਾਰੇ ਘੜੀ ਮੁੜੀ ਪੁੱਛੀ ਗਿਆ ਤਾਂ ਕਿਤੇ ਮੇਰਾ ਦਿਮਾਗ ਦਾ ਪਾਰਾ ਨਾ ਚੜ ਜਾਏ। ਉਹਦਾ ਪਹਿਲਾ ਸਵਾਲ ਹੀ ਇਹ ਸੀ ਕਿ ਮੈਂ ਆਪਣੀ ਮਾਂ ਨੂੰ ਬਿਰਧ ਆਸ਼ਰਮ ਕਿਉਂ ਭੇਜਿਆ ਸੀ। ਮੈਂ ਦੱਸਿਆ ਕਿ ਮੇਰੇ ਕੋਲ ਇੰਨੇ ਪੈਸੇ ਨਹੀਂ ਸਨ ਕਿ ਮੈਂ ਉਹਨਾਂ ਦੀ ਘਰ 'ਚ ਦੇਖਭਾਲ ਕਰਦਾ, ਸਿੱਧੀ ਗੱਲ ਹੈ। ਫਿਰ ਜੱਜ ਸਾਹਿਬਾਨ ਨੇ ਪੁੱਛਿਆ ਕਿ ਆਪਣੀ ਮਾਂ ਨੂੰ ਬਿਰਧ ਆਸ਼ਰਮ ਭੇਜ ਕੇ ਉਹਨੂੰ ਵਿਛੋੜੇ ਦਾ ਦੁੱਖ ਨਹੀਂ ਹੋਇਆ। ਮੈਂ ਆਪਣੀ ਗੱਲ ਖੋਲ ਕੇ ਰੱਖੀ ਕਿ ਅਸੀਂ ਦੋਵੇਂ ਮਾਂ ਪੁੱਤ ਕਿਸੇ ਤੀਸਰੇ ਵਿਅਕਤੀ ਦੀ ਮਦਦ ਨਹੀਂ ਸੀ ਚਾਹੁੰਦੇ, ਨਾ ਹੀ ਅਸੀਂ ਇੱਕ ਦੂਜੇ ਤੇ ਨਿਰਭਰ ਸੀ। ਇਸ ਲਈ ਅਸੀਂ ਦੋਹਾਂ ਨੇ ਵਿਛੋੜਾ ਬਰਦਾਸ਼ਤ ਕਰਨਾ ਸਹਿਮਤੀ ਨਾਲ ਮੰਨ ਲਿਆ। ਫਿਰ ਜੱਜ ਸਾਹਿਬ ਬੋਲੇ, ਇਸ ਸੰਬੰਧ 'ਚ ਮੈਂ ਹੋਰ ਕੁਝ ਵੀ ਨਹੀਂ ਪੁੱਛਣਾ ਚਾਹੁੰਦਾ। ਫਿਰ ਉਹਨਾਂ ਸਰਕਾਰੀ ਵਕੀਲ ਨੂੰ ਪੁੱਛਿਆ ਕਿ ਮੁਕੱਦਮੇ ਦੇ ਇਸ ਪੜਾਅ ਉੱਤੇ ਤੁਸੀਂ ਮੁਜਰਮ ਤੋਂ ਕੁਝ ਪੁੱਛਣਾ ਹੋਵੇ ਤਾਂ ਪੁੱਛ ਲਓ। ਸਰਕਾਰੀ ਵਕੀਲ ਦੀ ਅੱਧੀ ਪਿੱਠ ਮੇਰੇ ਵੱਲ ਸੀ। ਉਹਨਾਂ ਮੈਨੂੰ ਬਿਨਾਂ ਵੇਖੇ ਕਿਹਾ, ਅਦਾਲਤ ਦੀ ਆਗਿਆ ਲੈ ਕੇ ਮੈਂ ਪੁੱਛਣਾ ਚਾਹੁੰਦਾ ਕਿ ਕੀ ਮੁਜਰਮ ਅਰਬੀ ਬੰਦੇ ਨੂੰ ਖਤਮ ਕਰਨ ਦੇ ਇਰਾਦੇ ਨਾਲ ਹੀ ਦੁਬਾਰਾ ਸਮੁੰਦਰੀ ਕਿਨਾਰੇ ਤੇ ਗਿਆ ਸੀ। ਇਹਦੇ ਉੱਤਰ 'ਚ ਮੈਂ ਕਿਹਾ ਨਹੀਂ। ਸਰਕਾਰੀ ਵਕੀਲ ਨੇ ਝਟਪਟ ਦੂਜਾ ਸਵਾਲ ਪੁੱਛਿਆ, ਤਾਂ ਫਿਰ ਮੁਜਰਮ ਉਸੇ ਥਾਂ ਉੱਤੇ ਪਿਸਤੌਲ ਲੈ ਕੇ ਦੁਬਾਰਾ ਕਿਉਂ ਗਿਆ ਸੀ। ਮੈਂ ਜਵਾਬ 'ਚ ਕਿਹਾ ਕਿ ਇਹ ਤਾਂ ਐਵੇਂ ਕੁਦਰਤੀ ਇਤਫਾਕ ਜਿਹਾ ਬਣ ਗਿਆ। ਠੀਕ ਹੈ, ਬਸ ਕਰ, ਇੰਨਾ ਹੀ ਕਾਫੀ ਹੈ। ਸਰਕਾਰੀ ਵਕੀਲ ਥੋੜਾ ਔਖਾ ਹੋ ਕੇ ਬੋਲਿਆ ਤੇ ਗੱਲ ਖਤਮ ਕਰ ਦਿੱਤੀ। ਇਸ ਤੋਂ ਬਾਅਦ ਕੀ ਵਾਪਰਿਆ ਮੈਨੂੰ ਕੁਝ ਪਤਾ ਨਾ ਲੱਗਾ। ਸਿਰਫ ਇੰਨਾ ਪਤਾ ਕਿ ਕੁਝ ਦੇਰ ਸਰਕਾਰੀ ਵਕੀਲ, ਮੇਰੇ ਵਕੀਲ ਤੇ ਜੱਜ ਸਾਹਿਬਾਨ ਵਿਚਕਾਰ ਕੋਈ ਗਿਟਮਿਟ ਹੋਈ। ਵੱਡੇ ਜੱਜ ਨੇ ਐਲਾਨ ਕੀਤਾ ਕਿ ਕੇਸ ਦੀਆਂ ਸਾਰੀਆਂ ਗਵਾਹੀਆਂ ਦੁਪਹਿਰ ਤੋਂ ਬਾਅਦ ਹੋਣਗੀਆਂ। ਤਦ ਤੱਕ ਲਈ ਅਦਾਲਤ ਮੁਲਤਵੀ ਕੀਤੀ ਜਾਂਦੀ ਹੈ। ਇਸ ਤੋਂ ਪਹਿਲਾਂ ਕਿ ਮੈਂ ਕੁਝ ਸਮਝ ਸਕਦਾ, ਸਿਪਾਹੀਆਂ ਨੇ ਛੇਤੀ ਮੈਨੂੰ ਅਦਾਲਤ ਦੇ ਕਮਰੇ 'ਚੋਂ ਕੱਢ ਬਾਹਰ ਖੜੀ ਬੰਦ ਗੱਡੀ 'ਚ ਬਿਠਾ ਦਿੱਤਾ ਤੇ ਮੁੜ ਜੇਲ੍ਹ 'ਚ ਲੈ ਆਏ। ਫਿਰ ਮੈਂ ਇੱਥੇ ਦੁਪਹਿਰ ਦਾ ਖਾਣਾ ਖਾਧਾ। ਅੱਜ ਮੈਂ ਬਿਲਕੁਲ ਥੱਕ ਚੁੱਕਾ ਸੀ। ਅਜੇ ਆਪਣੀ ਮਾਨਸਿਕ ਤੇ ਸਰੀਰਕ ਥਕਾਵਟ ਬਾਰੇ ਸੋਚ ਹੀ ਰਿਹਾ ਸੀ ਕਿ ਸਿਪਾਹੀ ਮੈਨੂੰ ਮੁੜ ਕੇ ਲੈ ਗਏ। ਫਿਰ ਉਹੀ ਅਦਾਲਤ ਦਾ ਕਮਰਾ, ਸਾਹਮਣੇ ਉਹੀ ਚਿਹਰੇ, ਫਿਰ ਉਹੀ ਸਭ ਕੁਝ ਸ਼ੁਰੂ ਹੋ ਗਿਆ। ਹੁਣ ਗਰਮੀ ਪਹਿਲਾਂ ਤੋਂ ਵੀ ਜ਼ਿਆਦਾ ਹੋ ਗਈ ਤੇ ਅਦਾਲਤ ਅੰਦਰ ਹਾਜ਼ਰ ਹਰ ਵਿਅਕਤੀ ਕੋਲ ਹੱਥ ਪੱਖੀ ਸੀ, ਬੇਸ਼ੱਕ ਉਹ ਜਿਊਰੀ ਮੈਂਬਰ ਸੀ, ਵਕੀਲ ਜਾਂ ਪੱਤਰਕਾਰ ਸੀ। ਉਹੀ ਪੱਤਰਕਾਰ, ਨੌਜਵਾਨ ਤੇ ਬਦਸੂਰਤ ਔਰਤ ਦੋਵੇਂ ਆਪਣੀ ਥਾਂ ਬੈਠੇ ਸਨ ਤੇ ਲਗਾਤਾਰ ਮੇਰੇ ਵੱਲ ਇੱਕ ਟੱਕ ਦੇਖੀ ਜਾ ਰਹੇ ਸਨ। ਮੈਂ ਚਿਹਰੇ ਤੋਂ ਮੁੜਕਾ ਪੂੰਝਿਆ। ਗਰਮੀ ਕਾਰਨ ਮੈਨੂੰ ਆਪਣੀ ਸੁੱਧ ਬੁੱਧ ਭੁੱਲ ਗਈ ਜਾਪਦੀ ਸੀ। ਹੁਣ ਸਰਕਾਰੀ ਗਵਾਹਾਂ ਦੇ ਬਿਆਨ ਸ਼ੁਰੂ ਹੋਏ। ਸਭ ਤੋਂ ਪਹਿਲਾਂ ਬਿਰਧ ਆਸ਼ਰਮ ਦੇ ਵਾਰਡਨ ਨੂੰ ਆਵਾਜ਼ ਲਾਈ ਗਈ। ਉਹ ਅੰਦਰ ਆ ਕੇ ਕਟਹਿਰੇ 'ਚ ਖੜ ਗਿਆ। ਵਾਰਡਨ ਨੂੰ ਪੁੱਛਿਆ ਗਿਆ ਕਿ ਕੀ ਮੇਰੀ ਮਾਂ ਨੂੰ ਮੇਰੇ ਸੁਭਾਅ ਜਾਂ ਵਿਹਾਰ ਤੋਂ ਕੋਈ ਸ਼ਿਕਾਇਤ ਸੀ। ਉਹਨੇ ਕਿਹਾ, ਜੀ ਹਾਂ, ਪਰ ਇਹ ਕੋਈ ਵੱਡੀ ਗੱਲ ਨਹੀਂ ਹੈ ਕਿਉਂਕਿ ਇੱਥੇ ਰਹਿਣ ਵਾਲੇ ਲਗਭਗ ਹਰ ਵਿਅਕਤੀ ਨੂੰ ਆਪਣੇ ਸਕੇ ਸੰਬੰਧੀਆਂ ਤੋਂ ਸ਼ਿਕਾਇਤ ਰਹਿੰਦੀ ਹੈ। ਜੱਜ ਸਾਹਿਬ ਨੇ ਥੋੜਾ ਵਿਸਤਾਰ 'ਚ ਜਾਣਨਾ ਚਾਹਿਆ ਕਿ ਕੀ ਆਸ਼ਰਮ 'ਚ ਭੇਜੇ ਜਾਣ ਕਰਕੇ ਮੁਜਰਮ ਦੀ ਮਾਂ ਉਸ ਨਾਲ ਖਫਾ ਸੀ। ਜੀ ਹਾਂ, ਵਾਰਡਨ ਬੋਲਿਆ, ਪਰ ਹੁਣ ਵਾਰਡਨ ਨੇ ਆਪਣੀ ਗੱਲ ਨੂੰ ਜ਼ਿਆਦਾ ਖੋਲ ਕੇ ਬਿਆਨ ਨਹੀਂ ਕੀਤਾ। ਇੱਕ ਹੋਰ ਸਵਾਲ ਦੇ ਜਵਾਬ 'ਚ ਵਾਰਡਨ ਨੇ ਆਖਿਆ, ਆਪਣੀ ਮਾਂ ਦੇ ਅੰਤਿਮ ਸੰਸਕਾਰ ਵਾਲੇ ਦਿਨ ਮੁਜਰਮ ਨੇ ਜਿੰਨਾ ਸਬਰ ਤੇ ਸ਼ਾਂਤੀ ਦਿਖਾਈ, ਉਸ ਤੋਂ ਮੈਂ ਡਾਢਾ ਹੈਰਾਨ ਹੋਇਆ ਸੀ। ਵਾਰਡਨ ਨੂੰ ਦੁਬਾਰਾ ਪੁੱਛਿਆ ਗਿਆ, ਸਬਰ ਤੇ ਸ਼ਾਂਤੀ ਦਿਖਾਉਣ ਤੋਂ ਉਹਦਾ ਕੀ ਭਾਵ ਹੈ। ਇਹ ਸੁਣ ਕੇ ਵਾਰਡਨ ਕੁਝ ਦੇਰ ਸਿਰ ਝੁਕਾਈ ਖੜਾ ਰਿਹਾ। ਉਹਦੀ ਨਿਗਾਹ ਆਪਣੇ ਬੂਟਾਂ ਤੇ ਜੰਮੀ ਰਹੀ। ਫਿਰ ਬੋਲਿਆ, ਮੇਰਾ ਮਤਲਬ ਹੈ ਇਹਨੇ ਨਾ ਤਾਂ ਆਪਣੀ ਮਾਂ ਦੇ ਮ੍ਰਿਤਕ ਸਰੀਰ ਨੂੰ ਆਖਰੀ ਵਾਰ ਦੇਖਣ ਦੀ ਇੱਛਾ ਪ੍ਰਗਟ ਕੀਤੀ, ਨਾ ਹੀ ਇਹਦੀਆਂ ਅੱਖਾਂ 'ਚੋਂ ਹੰਝੂਆਂ ਦੀ ਕੋਈ ਬੂੰਦ ਡੁੱਲੀ। ਮਾਂ ਨੂੰ ਦਫਨਾਉਣ ਤੋਂ ਪਿੱਛੇ ਕਬਰ ਕੋਲ 2 ਮਿੰਟ ਵੀ ਖੜਾ ਨਹੀਂ ਹੋਇਆ, ਇੱਕਦਮ ਵਾਪਸ ਮੁੜ ਆਇਆ। ਇੱਕ ਹੋਰ ਗੱਲ ਸੀ ਜਿਹਨੇ ਮੈਨੂੰ ਹੈਰਾਨੀ 'ਚ ਪਾ ਦਿੱਤਾ ਕਿ ਇਸ ਸ਼ਖਸ ਨੂੰ ਆਪਣੀ ਮਾਂ ਦੀ ਉਮਰ ਦਾ ਹੀ ਪਤਾ ਨਹੀਂ ਕਿ ਕਿੰਨੀ ਹੈ। ਕੁਝ ਦੇਰ ਅਦਾਲਤ ਵਿੱਚ ਚੁੱਪ ਛਾਈ ਰਹੀ। ਥੋੜੀ ਦੇਰ ਸੋਚ ਕੇ ਜੱਜ ਨੇ ਵਾਰਡਨ ਨੂੰ ਪੁੱਛਿਆ, ਤੂੰ ਜੋ ਵੀ ਗੱਲਾਂ ਅਦਾਲਤ ਨੂੰ ਦੱਸੀਆਂ ਹਨ, ਇਹ ਸਭ ਉਸ ਸਾਹਮਣੇ ਕਟਹਿਰੇ 'ਚ ਖੜੇ ਵਿਅਕਤੀ ਬਾਰੇ ਹੀ ਹਨ ਨਾ? ਇੰਜ ਜਾਪਿਆ ਜਿਵੇਂ ਵਾਰਡਨ ਇਹ ਸਵਾਲ ਸੁਣ ਕੇ ਝੁੰਝਲਾ ਗਿਆ। ਫਿਰ ਜੱਜ ਬੋਲਿਆ, ਘਬਰਾਓ ਨਾ, ਇੱਕ ਰਸਮੀ ਜਿਹਾ ਸਵਾਲ ਹੈ, ਕਾਨੂੰਨ ਮੁਤਾਬਕ ਮੇਰੇ ਲਈ ਪੁੱਛਣਾ ਬਹੁਤ ਜ਼ਰੂਰੀ ਹੈ। ਇਸ ਤੋਂ ਬਾਅਦ ਸਰਕਾਰੀ ਵਕੀਲ ਨੂੰ ਪੁੱਛਿਆ ਗਿਆ ਕਿ ਕੀ ਉਹ ਕੋਈ ਸਵਾਲ ਉਕਤ ਗਵਾਹ ਨੂੰ ਪੁੱਛਣਾ ਚਾਹੁੰਦਾ ਹੈ। ਸਰਕਾਰੀ ਵਕੀਲ ਬੜੀ ਦ੍ਰਿੜਤਾ ਨਾਲ ਬੋਲਿਆ, ਜੀ ਨਹੀਂ ਮੀਲੋਰਡ, ਮੈਂ ਜੋ ਪੁੱਛਣਾ ਸੀ ਉਹ ਪੁੱਛ ਚੁੱਕਾ। ਇਹ ਕਹਿ ਕੇ ਸਰਕਾਰੀ ਵਕੀਲ ਨੇ ਮੇਰੇ ਵੱਲ ਅਜੀਬ ਜਿਹਾ ਜੇਤੂ ਅੰਦਾਜ਼ 'ਚ ਦੇਖਿਆ ਕਿ ਮੇਰਾ ਜੀ ਕੀਤਾ ਹੁਣੇ ਫੁੱਟ ਕੇ ਰੋਣ ਲੱਗ ਜਾਵਾਂ। ਮੈਨੂੰ ਪਤਾ ਸੀ ਕਿ ਮੇਰੀ ਇਹ ਇੱਛਾ ਡਰਪੋਕਾਂ ਵਾਲੀ ਹੈ, ਪਰ ਮੈਨੂੰ ਇਸ ਗੱਲ ਦਾ ਦੁੱਖ ਭਰਿਆ ਅਹਿਸਾਸ ਹੋ ਗਿਆ ਕਿ ਲੋਕ ਮੈਨੂੰ ਕਿੰਨੀ ਨਫ਼ਰਤ ਨਾਲ ਦੇਖਦੇ ਹਨ।
ਇਸ ਤੋਂ ਬਾਅਦ ਜੱਜ ਨੇ ਜਿਊਰੀ ਦੇ ਮੈਂਬਰਾਂ ਤੇ ਮੇਰੇ ਵਕੀਲ ਨੂੰ ਪੁੱਛਿਆ ਕਿ ਉਹਨਾਂ ਨੇ ਆਸ਼ਰਮ ਦੇ ਵਾਰਡਨ ਤੋਂ ਕੁਝ ਪੁੱਛਣਾ ਹੋਵੇ ਤਾਂ ਪੁੱਛ ਸਕਦੇ ਹਨ। ਜਦੋਂ ਉਹਨਾਂ ਨੇ ਇਨਕਾਰ ਕਰ ਦਿੱਤਾ ਤਾਂ ਜੱਜ ਨੇ ਵਾਰਡਨ ਨੂੰ ਤਸ਼ਰੀਫ ਲੈ ਜਾਣ ਲਈ ਕਿਹਾ। ਹੁਣ ਆਸ਼ਰਮ ਦੇ ਚੌਕੀਦਾਰ ਦੇ ਬਿਆਨ ਲਏ ਜਾਣੇ ਸਨ। ਚੌਕੀਦਾਰ ਨੂੰ ਕਟਹਿਰੇ 'ਚ ਬੁਲਾਇਆ ਗਿਆ। ਉਹਨੇ ਆਉਂਦਿਆਂ ਇੱਕ ਨਿਗਾਹ ਮੇਰੇ ਵੱਲ ਘੁਮਾਈ, ਫਿਰ ਦੂਜੇ ਪਾਸੇ ਮੂੰਹ ਘੁਮਾ ਲਿਆ। ਸਵਾਲਾਂ ਦਾ ਜਵਾਬ ਦਿੰਦੇ ਹੋਏ ਉਹਨੇ ਵੀ ਇਹੀ ਗੱਲ ਦੱਸੀ ਕਿ ਮੈਂ ਆਪਣੀ ਮਾਂ ਦੇ ਮ੍ਰਿਤਕ ਸਰੀਰ ਦੇ ਆਖਰੀ ਦਰਸ਼ਨ ਵੀ ਨਾ ਕੀਤੇ, ਸਗੋਂ ਲਾਸ਼ ਕੋਲ ਬੈਠ ਕੇ ਸਿਗਰਟਾਂ ਫੂਕੀਆਂ ਤੇ ਕੌਫੀ ਪੀਤੀ। ਮੈਨੂੰ ਜਾਪਿਆ ਉਹਦੇ ਬਿਆਨ ਨਾਲ ਅਦਾਲਤ ਅੰਦਰ ਜੁੜੀ ਭੀੜ ਗੁੱਸੇ ਤੇ ਨਫ਼ਰਤ ਨਾਲ ਭਰ ਗਈ ਹੋਵੇ ਤੇ ਮੈਨੂੰ ਪਹਿਲੀ ਵਾਰ ਆਪਣੇ ਦੋਸ਼ੀ ਹੋਣ ਦਾ ਅਹਿਸਾਸ ਹੋਇਆ ਹੋਵੇ। ਮੇਰਾ ਸਿਗਰਟਾਂ ਪੀਣਾ, ਕੌਫੀ ਪੀਣਾ ਵਾਲੇ ਬਿਆਨ ਨੂੰ ਅਦਾਲਤ ਦੇ ਹੁਕਮ ਅਨੁਸਾਰ ਚੌਕੀਦਾਰ ਨੇ ਮੁੜ ਦੁਹਰਾਇਆ। ਸਰਕਾਰੀ ਵਕੀਲ ਨੇ ਮੈਨੂੰ ਇੰਜ ਵੇਖਿਆ ਜਿਵੇਂ ਕੱਚਾ ਹੀ ਖਾ ਜਾਣਾ ਹੋਵੇ। ਫਿਰ ਮੇਰੇ ਵਕੀਲ ਦੀ ਵਾਰੀ ਆਈ। ਉਹਨੇ ਚੌਕੀਦਾਰ ਨੂੰ ਸਵਾਲ ਕੀਤਾ, ਕੀ ਤੂੰ ਮੇਰੇ ਮੁਵੱਕਲ ਨਾਲ ਲਾਸ਼ ਦੇ ਕੋਲ ਬੈਠ ਕੇ ਸਿਗਰਟ ਪੀਤੀ ਸੀ? ਪਰ ਸਰਕਾਰੀ ਵਕੀਲ ਨੇ ਉਸ ਸਵਾਲ ਉੱਤੇ ਸਖਤ ਇਤਰਾਜ਼ ਕੀਤਾ। ਉਹ ਚੀਕ ਕੇ ਬੋਲਿਆ, ਮੀ ਲਾਰਡ, ਮੈਨੂੰ ਦੱਸਿਆ ਜਾਵੇ ਇਸ ਅਦਾਲਤ ਵਿੱਚ ਮੁਜਰਮ ਕੌਣ ਹੈ? ਕਟਹਿਰੇ 'ਚ ਖੜਾ ਇਹ ਆਦਮੀ ਜਾਂ ਇਹ ਚੌਕੀਦਾਰ? ਯੋਰ ਆਨਰ, ਬਚਾਅ ਪੱਖ ਦੇ ਮੇਰੇ ਮਿੱਤਰ ਵਕੀਲ ਸਾਹਿਬਾਨ ਜਾਣਦੇ ਹਨ ਕਿ ਦੋਸ਼ੀ ਖਿਲਾਫ ਬੜੇ ਠੋਸ ਸਬੂਤ ਕਾਇਮ ਹਨ। ਉਹ ਕਿਸੇ ਸਰਕਾਰੀ ਗਵਾਹ ਉੱਪਰ ਚਿੱਕੜ ਉਛਾਲ ਕੇ ਮਜ਼ਬੂਤ ਗਵਾਹੀ ਨੂੰ ਕਮਜ਼ੋਰ ਨਹੀਂ ਬਣਾ ਸਕਦੇ। ਅਦਾਲਤ ਨੇ ਸਰਕਾਰੀ ਵਕੀਲ ਦੇ ਇਸ ਇਤਰਾਜ਼ ਨੂੰ ਖਤਮ ਕਰਕੇ ਚੌਕੀਦਾਰ ਨੂੰ ਆਖਿਆ ਕਿ ਉਹ ਬਚਾਅ ਪੱਖ ਦੇ ਵਕੀਲ ਨੂੰ ਸਹੀ ਜਵਾਬ ਦੇਵੇ। ਬੁੱਢਾ ਚੌਕੀਦਾਰ ਕੁਝ ਚਿਰ ਤਾਂ ਬੌਂਦਲਿਆ ਰਿਹਾ, ਫਿਰ ਨਜ਼ਰਾਂ ਨੀਵੀਆਂ ਕਰਕੇ ਹੌਲੀ ਬੋਲਿਆ, ਜੀ ਹਾਂ, ਮੈਨੂੰ ਪਤਾ ਹੈ ਕਿ ਮੈਨੂੰ ਸਿਗਰਟ ਨਹੀਂ ਸੀ ਪੀਣੀ ਚਾਹੀਦੀ, ਪਰ ਜਦੋਂ ਇਹਨਾਂ ਨੇ ਮੈਨੂੰ ਸਿਗਰਟ ਪੇਸ਼ ਕੀਤੀ ਮੈਂ ਸ਼ਿਸ਼ਟਾਚਾਰ ਰੱਖਣ ਦੇ ਨਾਤੇ ਸਿਗਰਟ ਫੜ ਲਈ। ਜੱਜ ਸਾਹਿਬ ਮੈਨੂੰ ਸੰਬੋਧਿਤ ਹੋ ਕੇ ਬੋਲੇ, ਕੀ ਤੁਸੀਂ ਇਸ ਸੰਬੰਧ ਵਿੱਚ ਕੁਝ ਕਹਿਣਾ ਚਾਹੁੰਦੇ ਹੋ? ਮੈਂ ਜਵਾਬ ਦਿੱਤਾ, ਜੀ, ਮੈਂ ਕੀ ਕਹਿਣਾ ਹੈ, ਬਸ ਜੋ ਵੀ ਇਹ ਗਵਾਹੀ ਦੇ ਰਿਹਾ ਹੈ ਇਹ ਬਿਲਕੁਲ ਦਰੁਸਤ ਹੈ। ਇਹ ਸੱਚ ਹੈ ਕਿ ਮੈਂ ਹੀ ਇਹਨੂੰ ਸਿਗਰਟ ਪੀਣ ਦੀ ਸੁਲਾਹ ਮਾਰੀ ਸੀ। ਚੌਕੀਦਾਰ ਮੇਰੀ ਗੱਲ ਸੁਣ ਕੇ ਮੇਰੇ ਵੱਲ ਇੰਜ ਝਾਕਿਆ ਜਿਵੇਂ ਉਹ ਹੈਰਾਨ ਹੋਵੇ ਤੇ ਮੇਰੇ ਪ੍ਰਤੀ ਧੰਨਵਾਦੀ ਵੀ। ਫਿਰ ਕੁਝ ਦੇਰ ਮੂੰਹ 'ਚ ਬੁੜਬੁੜ ਕਰਦਾ ਰਿਹਾ, ਫਿਰ ਖੁਦ ਹੀ ਬੋਲ ਪਿਆ, ਮੁਲਜ਼ਮ ਨੂੰ ਕੌਫੀ ਦੀ ਪੇਸ਼ਕਸ਼ ਮੈਂ ਹੀ ਕੀਤੀ ਸੀ, ਇਹਨਾਂ ਦੀ ਆਪਣੀ ਕੋਈ ਇੱਛਾ ਨਹੀਂ ਸੀ। ਇਹ ਸੁਣ ਕੇ ਮੇਰਾ ਵਕੀਲ ਖੁਸ਼ੀ ਨਾਲ ਉਛਲਿਆ, ਫਿਰ ਬੋਲਿਆ, ਅਦਾਲਤ ਚੌਕੀਦਾਰ ਦੇ ਇਸ ਬਿਆਨ ਨੂੰ ਧਿਆਨ 'ਚ ਰੱਖੇ। ਉਸੇ ਵੇਲੇ ਸਰਕਾਰੀ ਵਕੀਲ ਉੱਠ ਖੜਾ ਹੋਇਆ ਤੇ ਮੇਰੇ ਵਕੀਲ ਦੀ ਗੱਲ ਵਿੱਚ ਹੀ ਟੋਕ ਕੇ ਬੋਲਿਆ, ਮੇਰੇ ਵਿਦਵਾਨ ਦੋਸਤ ਨੇ ਠੀਕ ਆਖਿਆ, ਅਦਾਲਤ ਵਿੱਚ ਬਿਆਨ ਉੱਪਰ ਇਸ ਉੱਪਰ ਗੌਰ ਕਰੇਗੀ ਤੇ ਇਹ ਨਤੀਜਾ ਜ਼ਰੂਰ ਕੱਢੇਗੀ ਕਿ ਜਾਣਬੁੱਝ ਕੇ ਜਾਂ ਭੁੱਲ ਭੁਲੇਖੇ ਜੇਕਰ ਕੋਈ ਤੀਸਰਾ ਆਦਮੀ ਮੁਜਰਮ ਨੂੰ ਕਾਫੀ ਦਾ ਪਿਆਲਾ ਪੇਸ਼ ਵੀ ਕਰ ਦਿੰਦਾ ਹੈ ਤਾਂ ਸ਼ਿਸ਼ਟਾਚਾਰ ਵਜੋਂ ਮਨਾ ਕੀਤਾ ਜਾ ਸਕਦਾ ਸੀ। ਮੁਜਰਮ ਨੂੰ ਇਸ ਗੱਲ ਦਾ ਵੀ ਖਿਆਲ ਨਹੀਂ ਆਇਆ ਕਿ ਉਸ ਔਰਤ ਦੀ ਲਾਸ਼ ਕੋਲ ਬੈਠ ਕੇ ਉਹ ਮਜ਼ੇ ਨਾਲ ਕੌਫੀ ਪੀ ਰਿਹਾ ਜਿਹਨੇ ਉਹਨੂੰ ਜਨਮ ਦਿੱਤਾ ਸੀ। ਇਸ ਤੋਂ ਬਾਅਦ ਚੌਕੀਦਾਰ ਵਾਪਸ ਆਪਣੀ ਜਗ੍ਹਾ ਤੇ ਚਲਾ ਗਿਆ। ਹੁਣ ਤੋਮਸ ਪੀਰੇ ਦੀ ਵਾਰੀ ਆਈ। ਇੱਕ ਅਰਦਲੀ ਉਹਨੂੰ ਸਹਾਰਾ ਦੇ ਕੇ ਕਟਹਿਰੇ ਤੱਕ ਲੈ ਆਇਆ। ਉਹਨੇ ਅਦਾਲਤ ਨੂੰ ਦੱਸਿਆ, ਮੁਲਜ਼ਮ ਦੀ ਮਾਂ ਮੇਰੀ ਡੂੰਘੀ ਮਿੱਤਰ ਸੀ, ਪਰ ਮੁਲਜ਼ਮ ਨੂੰ ਮੈਂ ਸਿਰਫ ਇੱਕੋ ਵਾਰ ਦੇਖਿਆ ਸੀ ਤੇ ਉਹ ਵੀ ਉਹਦੀ ਮਾਂ ਦੇ ਅੰਤਿਮ ਸੰਸਕਾਰ ਵੇਲੇ। ਪੀਰੇ ਨੂੰ ਪੁੱਛਿਆ ਗਿਆ, ਅੰਤਿਮ ਸੰਸਕਾਰ ਵਾਲੇ ਦਿਨ ਮੁਜਰਮ ਦਾ ਵਿਹਾਰ ਕਿਹੋ ਜਿਹਾ ਸੀ? ਪੀਰੇ ਬੋਲੇ, ਅਸਲ 'ਚ ਉਸ ਦਿਨ ਮੈਨੂੰ ਜ਼ਿਆਦਾ ਹੋਸ਼ ਹਵਾਸ ਨਹੀਂ ਸੀ। ਮੇਰੇ ਮਨ ਨੂੰ ਆਪਣੀ ਮਿੱਤਰ ਔਰਤ ਦੀ ਮੌਤ ਦਾ ਗਹਿਰਾ ਸਦਮਾ ਲੱਗਾ ਸੀ। ਇਹਨਾਂ ਦੇ ਵਿਹਾਰ ਵੱਲ ਮੇਰਾ ਕੋਈ ਖਾਸ ਧਿਆਨ ਨਹੀਂ ਗਿਆ। ਸਰਕਾਰੀ ਵਕੀਲ ਨੇ ਪੀਰੇ ਨੂੰ ਪੁੱਛਿਆ, ਤੁਸੀਂ ਅਦਾਲਤ ਨੂੰ ਇੰਨਾ ਤਾਂ ਦੱਸ ਸਕਦੇ ਹੋ ਕਿ ਉਸ ਦਿਨ ਮੁਜਰਮ ਰੋਂਦਾ ਕੁਰਲਾਉਂਦਾ ਸੀ ਜਾਂ ਨਹੀਂ? ਜਦੋਂ ਪੀਰੇ ਨੇ ਕਿਹਾ ਕਿ ਮੈਂ ਇਹਨੂੰ ਰੋਂਦਾ ਕੁਰਲਾਉਂਦਾ ਨਹੀਂ ਦੇਖਿਆ ਤਾਂ ਸਰਕਾਰੀ ਵਕੀਲ ਉੱਚੀ ਆਵਾਜ਼ 'ਚ ਬੋਲਿਆ, ਮੈਨੂੰ ਯਕੀਨ ਹੈ ਕਿ ਮਾਨਯੋਗ ਜੱਜ ਸਾਹਿਬਾਨ ਤੇ ਜਿਊਰੀ ਮੈਂਬਰ ਇਸ ਬਿਆਨ ਉੱਪਰ ਖਾਸ ਧਿਆਨ ਦੇਣਗੇ। ਉਸੇ ਵੇਲੇ ਮੇਰੇ ਵਕੀਲ ਸਾਹਿਬ ਪੀਰੇ ਨੂੰ ਬੋਲੇ, ਤੁਸੀਂ ਸੋਚ ਸਮਝ ਕੇ ਜਵਾਬ ਦਿਓ। ਕੀ ਤੁਸੀਂ ਸਹੁੰ ਖਾ ਕੇ ਕਹਿ ਸਕਦੇ ਹੋ ਕਿ ਇਸ ਸ਼ਖਸ ਨੇ ਉਸ ਦਿਨ ਇੱਕ ਹੰਝੂ ਵੀ ਨਹੀਂ ਘੇਰਿਆ? ਮੈਨੂੰ ਜਾਪਿਆ ਕਿ ਮੇਰਾ ਵਕੀਲ ਉਹਨੂੰ ਖਾਮਖਾ ਧਮਕਾ ਰਿਹਾ। ਪੀਰੇ ਨੇ ਜਵਾਬ ਦਿੱਤਾ, ਨਹੀਂ। ਅਦਾਲਤ 'ਚ ਬੈਠੇ ਕੁਝ ਲੋਕ ਹੇੜ-ਹੇੜ ਕਰਕੇ ਹੱਸ ਪਏ। ਮੇਰੇ ਵਕੀਲ ਨੇ ਝਟਕੇ ਨਾਲ ਆਪਣੇ ਕਾਲੇ ਗਾਊਨ ਦੀਆਂ ਲੜੀਆਂ ਖਿੱਚੀਆਂ ਤੇ ਭੱਦਾ ਜਿਹਾ ਮੂੰਹ ਬਣਾ ਕੇ ਬੋਲਿਆ, ਇਹ ਕੋਈ ਤਰੀਕਾ ਹੈ ਮੁਕੱਦਮਾ ਚਲਾਉਣ ਦਾ? ਤੱਥਾਂ ਦੀ ਸਹੀ ਪਰਖ ਪੜਤਾਲ ਨਹੀਂ ਹੋ ਰਹੀ। ਸਰਕਾਰੀ ਵਕੀਲ ਉੱਪਰ ਇਸ ਗੱਲ ਦਾ ਰੱਤੀ ਭਰ ਵੀ ਅਸਰ ਨਾ ਹੋਇਆ ਤੇ ਉਹ ਵੇਸਲਾ ਜਿਹਾ ਹੋ ਕੇ ਪੈਨਸਲ ਦੀ ਨੋਕ ਨੂੰ ਇੱਕ ਫਾਈਲ ਤੇ ਟਿਕਾਉਣ ਲੱਗਾ ਰਿਹਾ। ਪੀਰੇ ਸਰਕਾਰੀ ਧਿਰ ਵੱਲੋਂ ਪੇਸ਼ ਆਖਰੀ ਗਵਾਹ ਸੀ। ਇਸੇ ਦੌਰਾਨ ਮੇਰੇ ਵਕੀਲ ਸਾਹਿਬ ਨੇ ਮੇਰੇ ਕੋਲ ਆ ਕੇ ਦੱਸਿਆ ਕਿ ਹੁਣ ਤੱਕ ਮੁਕੱਦਮੇ ਦੀ ਸੁਣਵਾਈ ਮੇਰੇ ਹੱਕ 'ਚ ਹੀ ਜਾ ਰਹੀ ਹੈ। ਹੁਣ ਸਫਾਈ ਧਿਰ ਦੇ ਗਵਾਹਾਂ ਦੀ ਵਾਰੀ ਸੀ। ਸਭ ਤੋਂ ਪਹਿਲਾਂ ਸੇਲੇ ਸੱਤੇ ਨੂੰ ਸੱਦਿਆ ਗਿਆ। ਇਸ ਸਮੇਂ ਉਹਨੇ ਸੋਹਣੇ ਕੱਪੜੇ ਪਾਏ ਸਨ। ਇੱਕ ਵਾਰੀ ਐਤਵਾਰ ਨੂੰ ਇਹੀ ਸੂਟ ਪਾਈ ਸੇਲੇ ਸੱਤੇ ਮੇਰੇ ਨਾਲ ਘੋੜਿਆਂ ਦੀ ਦੌੜ ਦੇਖਣ ਗਿਆ ਸੀ, ਪਰ ਹੁਣ ਦੇਖ ਕੇ ਲੱਗਿਆ ਕਿ ਸੂਟ ਦਾ ਕਾਲਰ ਠੀਕ ਸੈੱਟ ਨਹੀਂ ਸੀ ਕੀਤਾ ਹੋਇਆ। ਸੇਲੇ ਸੱਤੇ ਕਦੇ ਮੇਰੇ ਵੱਲ ਧਿਆਨ ਨਾਲ ਵੇਖਦਾ, ਫਿਰ ਜਵਾਬ ਦਿੰਦਿਆਂ ਆਪਣਾ ਸਿਰ ਤੇ ਟਿਕਾਇਆ ਹੈਟ ਘੜੀ ਮੁੜੀ ਛੂ ਰਿਹਾ ਸੀ। ਸੇਲੇ ਸੱਤੇ ਨੂੰ ਪਹਿਲਾ ਸਵਾਲ ਸੀ ਕਿ ਕੀ ਮੈਂ ਉਹਦੇ ਗਾਹਕਾਂ ਵਿੱਚੋਂ ਇੱਕ ਹਾਂ?
ਸੇਲੇ ਸੱਤੇ ਬੋਲਿਆ, ਕੇਵਲ ਗਾਹਕ ਹੀ ਨਹੀਂ, ਇਹ ਮੇਰਾ ਖਾਸ ਯਾਰ ਵੀ ਹੈ। ਫਿਰ ਉਹਨੂੰ ਮੇਰੇ ਚਾਲ ਚੱਲਣ ਬਾਰੇ ਪੁੱਛਿਆ ਗਿਆ ਤਾਂ ਬੋਲਿਆ, ਉਹ ਨੇਕ ਦਿਲ ਤੇ ਖਾਮੋਸ਼ ਤਬੀਅਤ ਆਦਮੀ ਹੈ। ਉਸ ਤੋਂ ਪੁੱਛਿਆ ਗਿਆ, ਖਾਮੋਸ਼ ਤਬੀਅਤ ਤੋਂ ਤੁਹਾਡਾ ਕੀ ਭਾਵ ਹੈ, ਜ਼ਰਾ ਖੋਲ ਕੇ ਦੱਸੋ। ਇਹਦੇ ਜਵਾਬ 'ਚ ਸੇਲੇ ਸੱਤੇ ਬੋਲਿਆ, ਇਹਨੂੰ ਖੋਲਣ ਵਾਲੀ ਕਿਹੜੀ ਗੱਲ ਹੈ? ਖਾਮੋਸ਼ ਤਬੀਅਤ ਦਾ ਅਰਥ ਸਭ ਨੂੰ ਪਤਾ ਹੈ। ਕੀ ਤੂੰ ਕਹਿਣਾ ਚਾਹੁੰਦਾ ਕਿ ਮੁਜਰਿਮ ਹਰ ਵੇਲੇ ਗੁੰਮਸੁੰਮ ਤੇ ਘੁੰਨਵੱਟਾ ਜਿਹਾ ਬਣਿਆ ਰਹਿੰਦਾ? ਜੀ ਨਹੀਂ, ਸੇਲੇ ਸੱਤੇ ਬੋਲਿਆ, ਘੁੰਨਵੱਟਾ ਨਹੀਂ ਕਹਿ ਸਕਦੇ, ਪਰ ਹਾਂ, ਬਾਕੀ ਲੋਕਾਂ ਵਾਂਗ ਨਿੱਕੀ ਨਿੱਕੀ ਗੱਲ ਤੇ ਬੱਕ ਨਹੀਂ ਕਰਦਾ, ਜਿਵੇਂ ਕਈਆਂ ਨੂੰ ਆਦਤ ਹੁੰਦੀ ਹੈ। ਹੁਣ ਸਰਕਾਰੀ ਵਕੀਲ ਨੂੰ ਪੁੱਛਿਆ ਕਿ ਤੇਰੇ ਹੋਟਲ ਦਾ ਬਿੱਲ ਇਹ ਸ਼ਖਸ ਨਿਯਮਿਤ ਰੂਪ 'ਚ ਚੁਕਾਉਂਦਾ ਰਿਹਾ ਸੀ ਜਾਂ ਹੀਲ ਹੁੱਜਤ ਕਰਦਾ ਸੀ? ਇਸ ਤੇ ਸੇਲੇ ਸੱਤੇ ਹੱਸਿਆ, ਕਹਿਣ ਲੱਗਾ, ਜੀ ਉਸ ਵੇਲੇ ਬਿੱਲ ਦਾ ਇੱਕ ਪੈਸਾ ਦੇ ਦਿੰਦਾ ਹੈ, ਪਰ ਸਾਡੀ ਯਾਰੀ ਦੋਸਤੀ 'ਚ ਬਿੱਲ ਕਦੇ ਅੜਕਾ ਨਹੀਂ ਬਣਿਆ। ਫਿਰ ਅਗਲੇ ਸਵਾਲ 'ਚ ਪੁੱਛਿਆ ਗਿਆ ਕਿ ਮੁਜਰਮ ਵੱਲੋਂ ਕੀਤੇ ਇਸ ਜੁਰਮ ਸੰਬੰਧੀ ਉਹਦਾ ਕੀ ਖਿਆਲ ਹੈ। ਇਹ ਪ੍ਰਸ਼ਨ ਸੁਣ ਸੇਲੇ ਸੱਤੇ ਨੇ ਆਪਣੇ ਦੋਵੇਂ ਹੱਥ ਕਟਹਿਰੇ ਦੇ ਡੰਡੇ ਤੇ ਟਿਕਾ ਲਏ ਤੇ ਸਿੱਧਾ ਤਣ ਕੇ ਖੜਾ ਹੋ ਗਿਆ। ਇੰਜ ਲੱਗਾ ਜਿਵੇਂ ਕੋਈ ਲੰਬਾ ਚੌੜਾ ਭਾਸ਼ਣ ਦੇਣ ਜਾ ਰਿਹਾ ਹੋਵੇ। ਉਹ ਬੋਲਿਆ, ਮੇਰੇ ਖਿਆਲ ਅਨੁਸਾਰ ਇਹ ਕੇਵਲ ਇੱਕ ਸੰਜੋਗ ਸੀ, ਜਾਂ ਆਖ ਸਕਦੇ ਹਾਂ ਕਿਸਮਤ ਦਾ ਗੇੜ ਪੁੱਠਾ ਚੱਲ ਪਿਆ, ਹੋਣੀ ਹੋ ਕੇ ਰਹਿੰਦੀ ਹੈ। ਇਸ ਅੱਗੇ ਮਨੁੱਖ ਦੀ ਪੇਸ਼ ਨਹੀਂ ਜਾਂਦੀ ਤੇ ਆਦਮੀ ਆਪਣੀ ਸੁੱਧ ਬੁੱਧ ਗਵਾ ਲੈਂਦਾ ਹੈ। ਸੇਲੇ ਸੱਤੇ ਤਾਂ ਅਜੇ ਹੋਰ ਬੋਲਣਾ ਚਾਹੁੰਦਾ ਸੀ, ਜੱਜ ਸਾਹਿਬਾਨ ਨੇ ਵਿੱਚੋਂ ਟੋਕ ਕੇ ਕਿਹਾ, ਤੁਸੀਂ ਠੀਕ ਕਹਿ ਰਹੇ ਹੋ, ਅੱਛਾ ਬਸ ਕਰੋ, ਧੰਨਵਾਦ। ਇੱਕ ਵਾਰ ਤਾਂ ਇੰਜ ਲੱਗਿਆ ਜਿਵੇਂ ਸੇਲੇ ਸੱਤੇ ਭੜਕ ਗਿਆ ਹੋਵੇ। ਕਹਿਣ ਲੱਗਾ ਕਿ ਅਜੇ ਮੇਰੀ ਗੱਲ ਹੀ ਨਹੀਂ ਮੁੱਕੀ, ਉਹਨੂੰ ਖੁੱਲ੍ਹ ਕੇ ਬੋਲਣ ਦਾ ਮੌਕਾ ਦਿੱਤਾ ਜਾਵੇ। ਜੱਜ ਸਾਹਿਬ ਉਹਦੀ ਗੱਲ ਮੰਨ ਗਿਆ, ਪਰ ਨਾਲ ਹੀ ਕਹਿਤਾ ਕਿ ਉਹ ਸੰਜਮ ਤੋਂ ਕੰਮ ਲਵੇ। ਸੇਲੇ ਸੱਤੇ ਦੁਬਾਰਾ ਬੋਲਿਆ, ਪਰ ਘੜੀ ਮੁੜੀ ਉਹਦੀ ਸੂਈ ਇੱਕੋ ਗੱਲ ਤੇ ਅਟਕੀ ਰਹੀ। ਦੇਖੋ, ਇਹ ਤਾਂ ਮਹਿਜ਼ ਇੱਕ ਇਤਫਾਕ ਦੀ ਗੱਲ ਸੀ। ਹੋ ਸਕਦਾ ਹੈ ਸਿਰਫ ਇਤਫਾਕ ਦੀ ਗੱਲ ਹੋਵੇ। ਜੱਜ ਸਾਹਿਬ ਬੋਲੇ, ਪਰ ਅਸੀਂ ਇੱਥੇ ਤਾਂ ਹੀ ਜੁੜ ਕੇ ਬੈਠੇ ਹਾਂ ਕਿ ਅਜਿਹਾ ਇਤਫਾਕ ਉੱਪਰ ਕਾਨੂੰਨੀ ਨਿਗਾਹ ਰੱਖੀਏ, ਕੋਈ ਫੈਸਲਾ ਦੇਈਏ। ਹੁਣ ਤੁਸੀਂ ਜਾ ਸਕਦੇ ਹੋ। ਸੇਲੇ ਸੱਤੇ ਨੇ ਕਟਹਿਰੇ ਤੋਂ ਬਾਹਰ ਨਿਕਲਣ ਲੱਗਿਆ ਮੇਰੇ ਵੱਲ ਦੇਖਿਆ। ਉਹਦੀਆਂ ਅੱਖਾਂ 'ਚ ਹੰਝੂ ਸਨ, ਬੁੱਲ੍ਹ ਕੰਬ ਰਹੇ ਸਨ। ਮੈਨੂੰ ਲੱਗਿਆ ਜਿਵੇਂ ਉਹ ਕਹਿਣਾ ਚਾਹੁੰਦਾ ਹੋਵੇ, ਯਾਰ ਮੈਂ ਤੇਰੇ ਲਈ ਜੋ ਕਰ ਸਕਦਾ ਸੀ ਕੀਤਾ, ਪਰ ਮੈਨੂੰ ਅਫਸੋਸ ਹੈ ਸ਼ਾਇਦ ਤੈਨੂੰ ਇਹਦਾ ਕੋਈ ਫਾਇਦਾ ਨਾ ਹੋਵੇ। ਮੈਂ ਉਸੇ ਥਾਂ ਡੋਲ ਖੜਾ ਰਿਹਾ। ਮੇਰਾ ਦਿਲ ਕੀਤਾ ਧੰਨਵਾਦ ਵਜੋਂ ਮੈਂ ਸੇਲੇ ਸੱਤੇ ਦਾ ਮੂੰਹ ਚੁੰਮ ਲਵਾਂ। ਜੱਜ ਨੇ ਦੁਬਾਰਾ ਸੇਲੇ ਸੱਤੇ ਨੂੰ ਆਪਣੀ ਜਗ੍ਹਾ ਬੈਠ ਜਾਣ ਦਾ ਹੁਕਮ ਸੁਣਾਇਆ। ਸੇਲੇ ਸੱਤੇ ਮੁੜ ਭੀੜ 'ਚ ਆਪਣੀ ਜਗ੍ਹਾ ਤੇ ਜਾ ਬੈਠਾ। ਉਹ ਮੁਕੱਦਮੇ ਦੀ ਬਾਕੀ ਸਾਰੀ ਕਾਰਵਾਈ ਬੜੇ ਧਿਆਨ ਨਾਲ ਸੁਣਦਾ ਰਿਹਾ। ਇਸੇ ਦੌਰਾਨ ਉਹਦੀਆਂ ਕੂਹਣੀਆਂ ਗੋਡਿਆਂ ਤੇ ਟਿਕੀਆਂ ਸਨ ਤੇ ਹੱਥਾਂ 'ਚ ਹੈਟ ਫੜੀ ਉਹ ਥੋੜਾ ਅੱਗੇ ਨੂੰ ਝੁੱਕ ਕੇ ਬੈਠਾ ਰਿਹਾ। ਹੁਣ ਮੈਰੀ ਦੀ ਵਾਰੀ ਸੀ। ਬੇਸ਼ੱਕ ਉਹ ਵਾਲ ਖੋਲ ਕੇ ਰੱਖਦੀ ਸੀ, ਸੋਹਣੀ ਲੱਗਦੀ ਸੀ, ਪਰ ਅੱਜ ਉਹਦੇ ਸਿਰ ਤੇ ਫੱਬਿਆ ਹੈਟ ਵੀ ਬੜਾ ਮਨਮੋਹਕ ਸੀ। ਜਿੱਥੇ ਮੈਂ ਬੈਠਾ ਸੀ ਉੱਥੇ ਉਹਦੀ ਛਾਤੀ ਦੇ ਸੁੰਦਰ ਉਭਾਰਾਂ ਨੂੰ ਚੰਗੀ ਤਰ੍ਹਾਂ ਵੇਖ ਸਕਦਾ ਸੀ। ਉਹਦਾ ਥੋੜਾ ਜਿਹਾ ਅੱਗੇ ਵਧਿਆ ਹੇਠਲਾ ਬੁੱਲ ਮੇਰੇ ਦਿਲ ਨੂੰ ਹਮੇਸ਼ਾ ਵਾਂਗ ਧੂਪ ਆ ਰਿਹਾ ਸੀ। ਉਹ ਮੈਨੂੰ ਥੋੜੀ ਘਬਰਾਈ ਜਾਪਦੀ ਸੀ। ਜੱਜ ਨੇ ਮੈਰੀ ਨੂੰ ਪੁੱਛਿਆ, ਉਹ ਮੈਨੂੰ ਕਦੋਂ ਤੋਂ ਜਾਣਦੀ? ਉਹਨੇ ਜਵਾਬ ਦਿੱਤਾ, ਉਸ ਸਮੇਂ ਤੋਂ ਜਦੋਂ ਅਸੀਂ ਇਕੱਠੇ ਦਫ਼ਤਰ 'ਚ ਕੰਮ ਕਰਦੇ ਸੀ। ਜੱਜ ਨੇ ਦੂਜਾ ਸਵਾਲ ਪੁੱਛਿਆ, ਤੁਹਾਡੇ ਆਪਸ 'ਚ ਸਬੰਧ ਕਿਸ ਤਰ੍ਹਾਂ ਦੇ ਹਨ? ਮੈਰੀ ਬੋਲੀ, ਅਸੀਂ ਇੱਕ ਦੂਜੇ ਦੇ ਅੱਛੇ ਦੋਸਤ ਹਾਂ। ਇੱਕ ਹੋਰ ਸਵਾਲ ਦੇ ਜਵਾਬ 'ਚ ਮੈਰੀ ਨੇ ਸਵੀਕਾਰ ਕੀਤਾ, ਉਹਨੇ ਮੇਰੇ ਨਾਲ ਵਿਆਹ ਕਰਾਉਣ ਦਾ ਵਾਅਦਾ ਕੀਤਾ। ਸਰਕਾਰੀ ਵਕੀਲ ਜੋ ਹੁਣ ਤੱਕ ਕਿਸੇ ਕਾਗਜ਼ ਨੂੰ ਵੇਖ ਰਿਹਾ ਸੀ, ਇੱਕਦਮ ਤਿੱਖੀ ਆਵਾਜ਼ 'ਚ ਬੋਲਿਆ, ਤੁਹਾਡੇ ਆਪਸ ਵਿਚਲੇ ਸਰੀਰਕ ਸਬੰਧ ਕਦੋਂ ਤੋਂ ਬਣਨੇ ਸ਼ੁਰੂ ਹੋਏ? ਜਵਾਬ 'ਚ ਮੈਰੀ ਨੇ ਤਾਰੀਖ ਵੀ ਦੱਸ ਦਿੱਤੀ ਤਾਂ ਸਰਕਾਰੀ ਵਕੀਲ ਲਾਪਰਵਾਹੀ ਜੀ ਦਿਖਾਉਂਦਾ ਬੋਲਿਆ, ਭਾਵ ਇਹ ਕਿ ਮੁਜਰਮ ਦੀ ਮਾਂ ਦੇ ਅੰਤਿਮ ਸੰਸਕਾਰ ਤੋਂ ਬਿਲਕੁਲ ਅਗਲੇ ਹੀ ਦਿਨ। ਫਿਰ ਵਕੀਲ ਨੇ ਮੈਰੀ ਦੇ ਜਵਾਬ ਨੂੰ ਬਿਨਾਂ ਉਡੀਕੇ ਤੁਰੰਤ ਹੀ ਵਿਅੰਗ ਭਰੇ ਅੰਦਾਜ਼ 'ਚ ਕਿਹਾ, ਵਿਸ਼ਾ ਬੜਾ ਨਾਜ਼ੁਕ ਹੈ, ਇਸ ਤੋਂ ਮੈਂ ਪੂਰੀ ਤਰ੍ਹਾਂ ਜਾਣੂ ਹਾਂ। ਇਹ ਵੀ ਦਿਲੋਂ ਮਹਿਸੂਸ ਕਰਦਾ ਕਿ ਕਟਹਿਰੇ 'ਚ ਖੜੀ ਇਸ ਮੁਟਿਆਰ ਦੀਆਂ ਭਾਵਨਾਵਾਂ ਕੀ ਹੋਣਗੀਆਂ, ਪਰ ਹੁਣ ਉਹ ਥੋੜਾ ਤਲਖੀ 'ਚ ਆ ਗਿਆ। ਪਰ ਕੀ ਕਰਾਂ, ਮੇਰਾ ਫਰਜ਼ ਇਹਨਾਂ ਕੋਮਲ ਭਾਵਨਾਵਾਂ ਤੋਂ ਕਾਫੀ ਉੱਪਰ ਹੈ। ਅਦਾਲਤ ਦਾ ਧਿਆਨ ਇਹਨਾਂ ਨੁਕਤਿਆਂ ਵੱਲ ਦਿਵਾਉਣ ਤੋਂ ਬਾਅਦ ਸਰਕਾਰੀ ਵਕੀਲ ਨੇ ਮੈਰੀ ਨੂੰ ਉਹ ਸਾਰੇ ਵੇਰਵੇ ਦੇਣ ਲਈ ਕਿਹਾ ਜਦੋਂ ਮੈਂ ਤੇ ਉਹ ਪਹਿਲੀ ਵਾਰ ਹਮਬਿਸਤਰ ਹੋਏ ਸੀ। ਪਹਿਲਾਂ ਤਾਂ ਮੈਰੀ ਅਜਿਹੇ ਸਵਾਲ ਦਾ ਜਵਾਬ ਦੇਣ ਤੋਂ ਨਾ ਨੁੱਕਰ ਕਰਦੀ ਰਹੀ, ਪਰ ਸਰਕਾਰੀ ਵਕੀਲ ਮੁੜ-ਮੁੜ ਪੁੱਛਦਾ ਰਿਹਾ। ਆਖਿਰ ਉਹਨੇ ਦੱਸ ਦਿੱਤਾ ਕਿ ਕਿਵੇਂ ਸਾਡੀ ਪਹਿਲੀ ਮੁਲਾਕਾਤ ਹੋਈ। ਫਿਰ ਅਸੀਂ ਸਮੁੰਦਰੀ ਕਿਨਾਰੇ ਤੇ ਇਕੱਠੇ ਨਹਾਉਂਦੇ ਰਹੇ, ਸਿਨੇਮਾ ਵੇਖਣ ਗਏ, ਫਿਰ ਇੰਜ ਇਕੱਠੇ ਇੱਕ ਕਮਰੇ 'ਚ ਲੰਮਾ ਸਮਾਂ ਗੁਜ਼ਾਰਿਆ। ਹੁਣ ਸਰਕਾਰੀ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਮੈਰੀ ਨੇ ਜੋ ਵੀ ਬਿਆਨ ਮੈਜਿਸਟਰੇਟ ਦੇ ਸਾਹਮਣੇ ਦਿੱਤੇ ਸਨ, ਉਹਨਾਂ ਦੇ ਆਧਾਰ ਤੇ ਉਹਨੇ ਉਹਨਾਂ ਤਰੀਕਾਂ ਦੇ ਸਿਨੇਮਾ ਪ੍ਰੋਗਰਾਮਾਂ ਬਾਰੇ ਜਾਣਕਾਰੀ ਹਾਸਲ ਕੀਤੀ ਕਿ ਕਿਹੜੇ-ਕਿਹੜੇ ਸਿਨੇਮਾ ਘਰ 'ਚ ਕਿਹੜੀ ਫਿਲਮ ਲੱਗੀ ਸੀ। ਫਿਰ ਵਕੀਲ ਨੇ ਮੈਰੀ ਨੂੰ ਉਸ ਫਿਲਮ ਦਾ ਨਾਮ ਦੱਸਣ ਲਈ ਕਿਹਾ ਜਿਹੜੀ ਅਸੀਂ ਦੋਵੇਂ ਵੇਖਣ ਗਏ ਸੀ। ਬੜੀ ਦੱਬਵੀਂ ਜਿਹੀ ਆਵਾਜ਼ 'ਚ ਮੈਰੀ ਬੋਲੀ, ਇਹ ਇੱਕ ਕਾਮੇਡੀ ਫਿਲਮ ਸੀ ਜਿਸ 'ਚ ਫਰਨਾਦੇਲ ਨਾਂ ਦੇ ਕਲਾਕਾਰ ਦੀ ਅਹਿਮ ਭੂਮਿਕਾ ਸੀ। ਜਿਉਂ ਹੀ ਮੈਰੀ ਨੇ ਆਪਣੀ ਗੱਲ ਮੁਕਾਈ, ਅਦਾਲਤ ਵਿੱਚ ਇੰਨੀ ਚੁੱਪ ਛਾ ਗਈ ਕਿ ਲੋਕਾਂ ਦੇ ਸਾਹਾਂ ਦੀ ਆਵਾਜ਼ ਵੀ ਸੁਣੀ ਜਾ ਸਕੀ। ਹੁਣ ਸਰਕਾਰੀ ਵਕੀਲ ਕਾਫੀ ਗੰਭੀਰ ਦਿਸਦਾ ਸੀ। ਉਹ ਸਿੱਧਾ ਆਕੜ ਕੇ ਖੜਾ ਸੀ।
ਫਿਰ ਇੱਕ ਨਜ਼ਰ ਮੇਰੇ ਵੱਲ ਝਾਕਿਆ ਤੇ ਬੜਾ ਭਾਵੁਕ ਲਹਿਜੇ 'ਚ ਅਦਾਲਤ ਨੂੰ ਸੰਬੋਧਿਤ ਹੋ ਕੇ ਬੋਲਿਆ, ਸਤਿਕਾਰਯੋਗ ਜੱਜ ਸਾਹਿਬ ਤੇ ਜਿਊਰੀ ਮੈਂਬਰਾਨ ਸਾਹਿਬ, ਮੈਂ ਚਾਹੁੰਦਾ ਤੁਸੀਂ ਇਸ ਗੱਲ ਨੂੰ ਧਿਆਨ 'ਚ ਰੱਖੋ ਕਿ ਇਹ ਮੁਜਰਮ ਮਾਂ ਦੇ ਅੰਤਿਮ ਸੰਸਕਾਰ ਤੋਂ ਬਿਲਕੁਲ ਅਗਲੇ ਦਿਨ ਸਮੁੰਦਰੀ ਕੰਢੇ ਤੇ ਮौज ਮਸਤੀ ਕਰਨ ਜਾਂਦਾ, ਇੱਕ ਲੜਕੀ ਨਾਲ ਹਮ ਬਿਸਤਰ ਹੁੰਦਾ ਤੇ ਕਾਮੇਡੀ ਫਿਲਮ ਦੇਖਦਾ। ਬਸ ਮੈਂ ਨਹੀਂ ਕਹਿਣਾ। ਅਦਾਲਤ ਅੰਦਰ ਡੂੰਘੀ ਚੁੱਪ ਪਸਰੀ ਹੋਈ ਸੀ। ਅਚਾਨਕ ਮੈਰੀ ਨੇ ਰੋਣਾ ਸ਼ੁਰੂ ਕਰਤਾ। ਸਰਕਾਰੀ ਵਕੀਲ ਵੱਲ ਇਸ਼ਾਰਾ ਕਰਕੇ ਬੋਲੀ, ਇਹਨਾਂ ਨੇ ਮੇਰੇ ਕੋਲੋਂ ਸਾਰਾ ਕੁਝ ਝੂਠ ਅਖਵਾਇਆ। ਮੇਰੇ ਬਿਆਨ ਨੂੰ ਤੋੜ ਮਰੋੜ ਕੇ ਲਿਖਿਆ ਗਿਆ। ਇਹਨਾਂ ਨੇ ਮੈਨੂੰ ਡਰਾ ਧਮਕਾ ਕੇ ਦਬਾਅ 'ਚ ਰੱਖਿਆ। ਮੈਂ ਮਿਊਰ ਸਾਲਟ ਦੀ ਰਗ ਰਗ ਤੋਂ ਵਾਕਫ ਹਾਂ। ਉਹ ਕਦੇ ਕਿਸੇ ਦਾ ਮਾੜਾ ਨਹੀਂ ਸੋਚਦਾ, ਨਾ ਕੋਈ ਗਲਤ ਕੰਮ ਕਰਦਾ। ਵੱਡੇ ਜੱਜ ਨੇ ਇਸ਼ਾਰਾ ਕੀਤਾ। ਇਹ ਕਰਦਲੀ ਮੈਰੀ ਨੂੰ ਉੱਥੋਂ ਪਰਾਂ ਲੈ ਗਿਆ। ਮੁਕੱਦਮੇ ਦੀ ਸੁਣਵਾਈ ਚੱਲਦੀ ਰਹੀ। ਹੁਣ ਸਫਾਈ ਧਿਰ ਦਾ ਅਗਲਾ ਗਵਾਹ ਮੈਸਨ ਸੀ, ਪਰ ਉਹਦੀ ਗਵਾਹੀ ਵੱਲ ਸ਼ਾਇਦ ਕਿਸੇ ਦਾ ਧਿਆਨ ਗਿਆ ਹੀ ਨਹੀਂ। ਉਹਨੇ ਅਦਾਲਤ ਨੂੰ ਦੱਸਿਆ ਕਿ ਮਿਊਰ ਸਾਲਟ ਇੱਕ ਇੱਜ਼ਤਦਾਰ ਨਾਗਰਿਕ ਹੈ ਤੇ ਭਲਾ ਵਿਅਕਤੀ ਹੈ। ਤੇ ਫਿਰ ਸਲਮਾਨੋ ਦੀ ਵਾਰੀ ਆਈ। ਉਹਨੇ ਦੱਸਿਆ ਕਿ ਮਿਊਰ ਸਾਲਟ ਨੇ ਹਮੇਸ਼ਾ ਉਹਦੇ ਪਾਲਤੂ ਕੁੱਤੇ ਪ੍ਰਤੀ ਦਇਆ ਦਿਖਾਈ ਹੈ। ਫਿਰ ਮੇਰੀ ਮਾਤਾ ਦੇ ਸਬੰਧ 'ਚ ਪੁੱਛੇ ਇੱਕ ਸਵਾਲ ਦੇ ਜਵਾਬ 'ਚ ਸਲਮਾਨੋ ਨੇ ਕਿਹਾ, ਮਿਊਰ ਸਾਲਟ ਤੇ ਉਹਦੀ ਮਾਂ ਵਿਚਕਾਰ ਉਮਰ ਦਾ ਕਾਫੀ ਅੰਤਰ ਸੀ। ਉਂਝ ਵੀ ਇਹਨਾਂ ਦਾ ਆਪਸ ਵਿੱਚ ਮਾਨਸਿਕ ਸਾਂਝ ਬਹੁਤ ਘੱਟ ਸੀ। ਮਿਊਰ ਸਾਲਟ ਨੇ ਆਪਣੀਆਂ ਘਰੇਲੂ ਹਾਲਤਾਂ ਦੇ ਮੱਦੇ-ਨਜ਼ਰ ਮਾਂ ਨੂੰ ਬਿਰਧ ਆਸ਼ਰਮ ਭੇਜ ਕੇ ਠੀਕ ਫੈਸਲਾ ਲਿਆ ਸੀ। ਮਿਊਰ ਸਾਲਟ ਕਈ ਵਾਰ ਖੁਦ ਕਹਿ ਵੀ ਦਿੰਦਾ ਸੀ, ਤੁਸੀਂ ਲੋਕ ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਿਉਂ ਨਹੀਂ ਕਰਦੇ? ਪਰ ਸਲਮਾਨੋ ਦੀ ਗੱਲ ਵੱਲ ਅਦਾਲਤ ਦਾ ਜ਼ਿਆਦਾ ਧਿਆਨ ਨਹੀਂ ਸੀ। ਜੱਜ ਸਾਹਿਬ ਨੇ ਕਹਿ ਹੀ ਦਿੱਤਾ, ਤੁਸੀਂ ਜਾ ਸਕਦੇ ਹੋ। ਹੁਣ ਸਫਾਈ ਧਿਰ ਦਾ ਆਖਰੀ ਗਵਾਹ ਰੇਮੰਡ ਕਟਹਿਰੇ 'ਚ ਆਇਆ। ਉਹਨੇ ਮੈਨੂੰ ਹੱਥ ਲਾ ਕੇ ਨਮਸਕਾਰ ਕੀਤੀ। ਫਿਰ ਰੇਮੰਡ ਇਸ ਗੱਲ ਤੇ ਜ਼ੋਰ ਦਿੰਦਾ ਕਿ ਮੇਰਾ ਦੋਸਤ ਨਿਰਦੋਸ਼ ਹੈ। ਇੰਨਾ ਭਾਵੁਕ ਹੋ ਗਿਆ ਕਿ ਆਪੇ ਤੋਂ ਬਾਹਰ ਹੋ ਗਿਆ। ਜੱਜ ਨੇ ਰੇਮੰਡ ਨੂੰ ਝਿੜਕ ਦਿੱਤਾ, ਤੂੰ ਇੱਥੇ ਗਵਾਹੀ ਦੇਣ ਆਇਆ, ਨਾ ਕਿ ਮੁਕੱਦਮੇ ਬਾਰੇ ਆਪਣੇ ਵਿਚਾਰ ਪੇਸ਼ ਕਰਨ। ਤੈਨੂੰ ਜੋ ਪੁੱਛਿਆ ਜਾਂਦਾ ਸਿਰਫ ਉਸੇ ਦਾ ਜਵਾਬ ਦੇਣ ਤੱਕ ਸੀਮਤ ਰਹਿ। ਰੇਮੰਡ ਨੂੰ ਪੁੱਛਿਆ ਗਿਆ ਕਿ ਜਿਸ ਵਿਅਕਤੀ ਦਾ ਕਤਲ ਹੋਇਆ ਸੀ ਉਸ ਨਾਲ ਉਹਦੇ ਕੀ ਸਬੰਧ ਸੀ। ਉਹਦੇ ਜਵਾਬ 'ਚ ਰੇਮੰਡ ਨੂੰ ਆਪਣੀ ਸਫਾਈ ਦੇਣ ਦਾ ਮੌਕਾ ਮਿਲ ਗਿਆ। ਉਹਨੇ ਦੱਸਿਆ ਕਿ ਉਸ ਕਤਲ ਹੋਏ ਵਿਅਕਤੀ ਦੀ ਮੇਰੇ ਨਾਲ ਨਿੱਜੀ ਲਾਗ ਡਾਟ ਸੀ, ਨਾ ਕਿ ਮਿਊਰ ਸਾਲਟ ਨਾਲ। ਮੈਂ ਹੀ ਉਹਦੀ ਭੈਣ ਨੂੰ ਮਾਰਿਆ ਕੁੱਟਿਆ ਸੀ, ਇਸ ਲਈ ਉਹਦੀ ਰੰਜਿਸ਼ ਮੇਰੇ ਨਾਲ ਹੀ ਹੋ ਸਕਦੀ ਹੈ, ਕਿਸੇ ਹੋਰ ਨਾਲ ਨਹੀਂ। ਜੱਜ ਨੇ ਸਵਾਲ ਪੁੱਛਿਆ, ਕੀ ਉਸ ਮ੍ਰਿਤਕ ਵਿਅਕਤੀ ਤੇ ਮੁਜਰਮ ਦੀ ਆਪਸੀ ਰੰਜਿਸ਼ ਦਾ ਕੋਈ ਆਧਾਰ ਨਹੀਂ ਸੀ? ਬਿਲਕੁਲ ਨਹੀਂ। ਉਸ ਦਿਨ ਸਮੁੰਦਰੀ ਕਿਨਾਰੇ ਉੱਤੇ ਉਹਦੀ ਮੌਜੂਦਗੀ ਸਿਰਫ ਇੱਕ ਇਤਫਾਕ ਸੀ, ਰੇਮੰਡ ਬੋਲਿਆ। ਇਸ ਤੇ ਵਕੀਲ ਤੁਰੰਤ ਬੋਲ ਉੱਠਿਆ, ਤਾਂ ਫਿਰ ਉਹ ਖਤ ਮੁਜਰਮ ਨੇ ਕਿਉਂ ਲਿਖਿਆ ਸੀ ਜਿਹੜਾ ਸਾਰੇ ਫਸਾਦ ਦੀ ਜੜ ਬਣਿਆ? ਇਹ ਵੀ ਮਹਿਜ਼ ਇਤਫਾਕ ਦੀ ਗੱਲ ਹੈ, ਰੇਮੰਡ ਦੁਬਾਰਾ ਬੋਲਿਆ। ਇਸ ਉੱਤੇ ਸਰਕਾਰੀ ਵਕੀਲ ਸੜ ਭੁੱਜ ਗਿਆ। ਬੋਲਿਆ, ਇੰਜ ਜਾਪਦਾ ਹੈ ਮੁਕੱਦਮੇ ਦੀਆਂ ਸਾਰੀਆਂ ਘਟਨਾਵਾਂ ਦੇ ਪਿੱਛੇ ਸੰਜੋਗ ਜਾਂ ਇਤਫਾਕ ਦਾ ਕਾਫੀ ਵੱਡਾ ਹੱਥ ਹੈ। ਅੱਛਾ, ਫਿਰ ਇਹ ਵੀ ਇੱਕ ਇਤਫਾਕ ਸੀ ਕਿ ਜਦੋਂ ਇਹ ਗਵਾਹ ਆਪਣੀ ਪ੍ਰੇਮਿਕਾ ਨੂੰ ਕੁੱਟ ਰਿਹਾ ਸੀ ਤਾਂ ਮੁਜਰਮ ਨੇ ਉਹਨੂੰ ਬਚਾਉਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ। ਤੇ ਫਿਰ ਸ਼ਾਇਦ ਇਹ ਵੀ ਇੱਕ ਇਤਫਾਕ ਸੀ ਕਿ ਮੁਜਰਮ ਨੇ ਉਕਤ ਗਵਾਹ ਦੀ ਝੂਠੀ ਹਮਾਇਤ ਕਰਦਿਆਂ ਥਾਣੇ ਜਾ ਕੇ ਝੂਠਾ ਬਿਆਨ ਦੇ ਦਿੱਤਾ ਸੀ। ਸਭ ਤੋਂ ਅਖੀਰ 'ਚ ਸਰਕਾਰੀ ਵਕੀਲ ਨੇ ਰੇਮੰਡ ਨੂੰ ਪੁੱਛਿਆ, ਇਹ ਦੱਸ ਤੇਰੀ ਕਮਾਈ ਦਾ ਸਾਧਨ ਕੀ ਹੈ? ਜਦੋਂ ਰੇਮੰਡ ਨੇ ਦੱਸਿਆ ਕਿ ਉਹ ਇੱਕ ਗੋਦਾਮ 'ਚ ਕੰਮ ਕਰਦਾ ਹੈ ਤਾਂ ਸਰਕਾਰੀ ਵਕੀਲ ਨੇ ਜਿਊਰੀ ਮੈਂਬਰਾਂ ਨੂੰ ਕਿਹਾ, ਯੋਰ ਆਨਰ, ਬੱਚਾ ਜਾਣਦਾ ਹੈ ਇਹ ਸ਼ਖਸ ਔਰਤਾਂ ਤੋਂ ਪੇਸ਼ਾ ਕਰਵਾਉਂਦਾ ਹੈ। ਕਟਹਿਰੇ 'ਚ ਖੜਾ ਮੁਜਰਮ ਇਸ ਗਵਾਹ ਦਾ ਜਿਗਰੀ ਯਾਰ ਹੈ, ਜਾਂ ਕਹਿ ਲਓ ਸੱਜੀ ਬਾਂਹ ਹੈ। ਵਕੀਲ ਅਨੁਸਾਰ ਮੁਜਰਮ ਦੀ ਆਪਣੀ ਦੋਸਤ ਨਾਲ ਸਾਂਝੇਦਾਰੀ ਹੈ। ਅਸਲੀਅਤ ਇਹ ਹੈ ਕਿ ਔਰਤਾਂ ਤੋਂ ਪੇਸ਼ਾ ਕਰਵਾਉਣ ਦਾ ਅਪਰਾਧ ਬੜਾ ਸੰਗੀਨ ਤੇ ਗੰਦਗੀ ਭਰਿਆ। ਬਾਕੀ ਇਸ ਮੁਜਰਮ ਦੀ ਸ਼ਖਸੀਅਤ ਨੇ ਇਸ ਜੁਰਮ 'ਚ ਸਿੱਧੇ ਤੌਰ ਤੇ ਭਾਈਵਾਲ ਬਣ ਕੇ ਇਹਨੂੰ ਹੋਰ ਵੀ ਨਫ਼ਰਤਪੂਰਨ ਤੇ ਨਿੰਦਣਯੋਗ ਬਣਾ ਦਿੱਤਾ ਹੈ। ਇਹ ਸੁਣ ਕੇ ਰੇਮੰਡ ਨੇ ਕੁਝ ਰੋਸ ਜ਼ਾਹਰ ਕੀਤਾ। ਮੇਰੇ ਵਕੀਲ ਨੇ ਵੀ ਉੱਠ ਕੇ ਇਤਰਾਜ਼ ਕੀਤਾ, ਪਰ ਜੱਜ ਸਾਹਿਬਾਨ ਨੇ ਇਤਰਾਜ਼ ਖਾਰਜ ਕਰਕੇ ਕਿਹਾ, ਸਰਕਾਰੀ ਵਕੀਲ ਨੂੰ ਆਪਣੀ ਗੱਲ ਪੂਰੀ ਕਰਨ ਦਿੱਤੀ ਜਾਵੇ। ਬਸ ਮੀ ਲਾਰਡ, ਮੇਰੀ ਗੱਲ ਤਕਰੀਬਨ ਖਤਮ ਹੀ ਹੈ। ਇਹ ਕਹਿ ਕੇ ਸਰਕਾਰੀ ਵਕੀਲ ਰੇਮੰਡ ਵੱਲ ਘੁੰਮਿਆ ਤੇ ਪੁੱਛਣ ਲੱਗਾ, ਕੀ ਮੁਜਰਮ ਤੁਹਾਡਾ ਦੋਸਤ ਹੈ? ਬਿਨਾਂ ਸ਼ੱਕ। ਦੋ ਟੁਕ ਲਫ਼ਜ਼ਾਂ 'ਚ ਕਹਾਂ ਤਾਂ ਅਸੀਂ ਆਪਸ 'ਚ ਘਿਓ ਸ਼ੱਕਰ ਹਾਂ, ਉਹਨੇ ਠੋਕਵਾਂ ਜਵਾਬ ਦਿੱਤਾ। ਫਿਰ ਇਹੀ ਸਵਾਲ ਸਰਕਾਰੀ ਵਕੀਲ ਨੇ ਮੈਨੂੰ ਪੁੱਛਿਆ। ਮੈਂ ਰੇਮੰਡ ਵੱਲ ਗੌਰ ਨਾਲ ਦੇਖਿਆ। ਉਹਨੂੰ ਵੀ ਸ਼ਾਇਦ ਮੇਰੇ ਜਵਾਬ ਦੀ ਉਡੀਕ ਸੀ। ਫਿਰ ਮੈਂ ਜਵਾਬ ਦਿੱਤਾ, ਜੀ ਹਾਂ। ਹੁਣ ਸਰਕਾਰੀ ਵਕੀਲ ਜਿਊਰੀ ਮੈਂਬਰਾਂ ਵੱਲ ਮੁੜਿਆ ਤੇ ਕਹਿਣ ਲੱਗਾ, ਜਿਊਰੀ ਮੈਂਬਰਾਂ ਸਾਹਿਬ, ਤੁਹਾਡੇ ਸਾਹਮਣੇ ਮੁਜਰਮਾਂ ਦੇ ਕਟਹਿਰੇ 'ਚ ਖੜਾ ਆਦਮੀ ਉਹ ਹੈ ਜਿਹੜਾ ਆਪਣੀ ਮਾਂ ਦੇ ਅੰਤਿਮ ਸੰਸਕਾਰ ਤੋਂ ਠੀਕ ਅਗਲੇ ਦਿਨ ਹੀ ਰੰਗਰੇਲੀਆਂ 'ਚ ਡੁੱਬ ਜਾਂਦਾ ਹੈ। ਇੰਨਾ ਹੀ ਨਹੀਂ, ਬਲਕਿ ਰੇਮੰਡ ਵਰਗੇ ਵੇਸਵਾਵਾਂ ਦੇ ਦਲਾਲਾਂ ਦਾ ਸਾਥ ਦਿੰਦਾ ਹੈ, ਕਿਸੇ ਨਿਰਦੋਸ਼ ਆਦਮੀ ਦਾ ਬੇਰਹਿਮੀ ਨਾਲ ਖੂਨ ਕਰ ਦਿੰਦਾ ਹੈ। ਮਾਣਯੋਗ ਮੈਂਬਰ ਸਾਹਿਬਾਨ, ਮੈਂ ਆਪ ਜੀ ਅੱਗੇ ਇਸ ਮੁਜਰਮ ਦੀਆਂ ਕਰਤੂਤਾਂ ਦਾ ਕੱਚਾ ਚਿੱਠਾ ਫੋਲਣ ਦੀ ਕੋਸ਼ਿਸ਼ ਕੀਤੀ ਹੈ। ਫਿਰ ਅਜੇ ਸਰਕਾਰੀ ਵਕੀਲ ਆਪਣੀ ਗੱਲ ਮੁਕਾ ਕੇ ਬੈਠਿਆ ਵੀ ਨਹੀਂ ਸੀ ਕਿ ਮੇਰੇ ਵਕੀਲ ਨੇ ਆਪਣੇ ਸਬਰ ਦਾ ਬੰਨ੍ਹ ਤੋੜਦਿਆਂ ਬੜੇ ਨਾਟਕੀ ਅੰਦਾਜ਼ 'ਚ ਆਪਣੀਆਂ ਬਾਹਾਂ ਛੱਤ ਵੱਲ ਉੱਚੀਆਂ ਕਰਦਿਆਂ ਕਿਹਾ, ਮੈਨੂੰ ਸਮਝ ਨਹੀਂ ਲੱਗ ਰਹੀ ਕਿ ਮੇਰੇ ਮੁਵੱਕਲ ਉੱਪਰ ਜੋ ਮੁਕੱਦਮਾ ਚੱਲ ਰਿਹਾ ਹੈ
ਇਹ ਉਹਦੀ ਮਾਂ ਦੇ ਅੰਤਿਮ ਸੰਸਕਾਰਾਂ ਨਾਲ ਸੰਬੰਧਿਤ ਹੈ ਜਾਂ ਕਿਸੇ ਬੰਦੇ ਦੀ ਹੱਤਿਆ ਨਾਲ ਜੁੜਿਆ? ਅਦਾਲਤ ਅੰਦਰ ਜੁੜੀ ਭੀੜ 'ਚ ਹਾਸਾ ਪੈ ਗਿਆ। ਸਰਕਾਰੀ ਵਕੀਲ ਦੁਬਾਰਾ ਉੱਠ ਖੜਾ ਹੋਇਆ ਤੇ ਆਪਣੇ ਗਾਊਨ ਦੀਆਂ ਡੋਰਾਂ ਨੂੰ ਲੱਕ ਦੁਆਲੇ ਲਪੇਟਦਾ ਬੋਲਿਆ, ਮੈਨੂੰ ਆਪਣੇ ਵਕੀਲ ਦੋਸਤ ਦੀ ਸਮਝ ਬੂਝ ਉੱਪਰ ਹੈਰਾਨੀ ਹੋ ਰਹੀ ਹੈ ਕਿ ਉਹ ਮੁਕੱਦਮੇ ਨਾਲ ਜੁੜੀਆਂ ਇਹਨਾਂ ਦੋਹਾਂ ਗੱਲਾਂ ਦੀ ਸਾਂਝ ਨੂੰ ਨਹੀਂ ਸਮਝ ਰਹੇ। ਮੈਂ ਤਾਂ ਦਾਅਵਾ ਕਰਦਾ ਕਿ ਇਹਨਾਂ ਦੋਹਾਂ ਗੱਲਾਂ ਪਿੱਛੇ ਇੱਕੋ ਮਾਨਸਿਕਤਾ ਕੰਮ ਕਰਦੀ ਹੈ। ਫਿਰ ਸਰਕਾਰੀ ਵਕੀਲ ਨੇ ਆਖਰੀ ਵਾਕਾਂ ਤੇ ਜ਼ਿਆਦਾ ਜ਼ੋਰ ਦਿੰਦਿਆਂ ਕੜਕਵੀਂ ਆਵਾਜ਼ 'ਚ ਕਿਹਾ, ਸਿੱਧੇ ਲਫ਼ਜ਼ਾਂ ਵਿੱਚ ਕਹਾ ਕਿ ਮੁਜਰਮ ਨੇ ਆਪਣੀ ਮਾਂ ਦੇ ਅੰਤਿਮ ਸੰਸਕਾਰ ਵੇਲੇ ਅਜਿਹਾ ਵਿਹਾਰ ਦਿਖਾਇਆ ਜਿੱਥੋਂ ਸਾਬਤ ਹੁੰਦਾ ਕਿ ਮੁਜਰਮ ਅੰਦਰ ਪਹਿਲਾਂ ਹੀ ਅਪਰਾਧੀਆਂ ਵਰਗੀ ਮਾਨਸਿਕਤਾ ਕਾਰਜਸ਼ੀਲ ਸੀ। ਇੰਜ ਜਾਪਿਆ ਵਕੀਲ ਦੇ ਇਹਨਾਂ ਸ਼ਬਦਾਂ ਦਾ ਜਿਊਰੀ ਦੇ ਮੈਂਬਰਾਂ ਤੇ ਹਾਜ਼ਰ ਭੀੜ ਤੇ ਡੂੰਘਾ ਅਸਰ ਪਿਆ। ਮੇਰੇ ਵਕੀਲ ਸਾਹਿਬ ਬੜੇ ਮਜਬੂਰ ਦਿਸਦੇ ਸਨ ਤੇ ਬੈਠੇ ਮੋਢੇ ਝਟਕਾ ਰਹੇ ਸਨ। ਉਹਨਾਂ ਆਪਣੇ ਮੱਥੇ ਦਾ ਪਸੀਨਾ ਪੂੰਝਿਆ। ਮੈਨੂੰ ਉਹ ਡਾਢੇ ਪਰੇਸ਼ਾਨ ਜਾਪ ਰਹੇ ਸਨ। ਮੈਨੂੰ ਲੱਗਿਆ ਮੁਕੱਦਮਾ ਮੇਰੇ ਵਿਰੁੱਧ ਜਾ ਰਿਹਾ। ਇਸ ਪਿੱਛੋਂ ਅਦਾਲਤ ਬਰਖਾਸਤ ਹੋ ਗਈ। ਕਚਹਿਰੀ ਤੋਂ ਨਿਕਲ ਕੇ ਮੈਨੂੰ ਜੇਲ੍ਹ ਦੀ ਗੱਡੀ 'ਚ ਬਿਠਾਇਆ ਗਿਆ। ਅਦਾਲਤ ਦੇ ਕਮਰੇ ਦੀ ਹੁਮਸ ਤੋਂ ਬਾਹਰ ਨਿਕਲਦਿਆਂ ਹੀ ਖੁੱਲ੍ਹੇ ਤੇ ਸੁਹਾਵਣੇ ਵਾਤਾਵਰਨ ਨੇ ਮਨ ਨੂੰ ਆਨੰਦਿਤ ਕਰ ਦਿੱਤਾ। ਹੁਣ ਸ਼ਾਮ ਹੋ ਚੁੱਕੀ ਸੀ। ਫਿਰ ਉਸ ਕੋਠੜੀ ਨੁਮਾ ਗੱਡੀ 'ਚ ਬੈਠ ਕੇ ਮੈਂ ਨੇੜਲੇ ਸ਼ਹਿਰੀ ਜੀਵਨ ਦੀਆਂ ਆਵਾਜ਼ਾਂ ਸੁਣੀਆਂ। ਸ਼ਾਮ ਦੇ ਸਮੇਂ ਦੀਆਂ ਉਹ ਆਵਾਜ਼ਾਂ ਪਛਾਣੀਆਂ ਜੋ ਮੇਰੇ ਤਨ ਮਨ ਨੂੰ ਹੁਲਾਰਾ ਦੇ ਜਾਂਦੀਆਂ ਸਨ। ਇਸ ਸ਼ਹਿਰ ਨਾਲ ਮੇਰੀ ਭਾਵੁਕ ਸਾਂਝ ਸੀ ਜਿਹਦੀਆਂ ਗਰਮ ਰੁੱਤ ਵਾਲੀਆਂ ਸ਼ਾਮਾਂ ਮੈਨੂੰ ਵਿਸ਼ੇਸ਼ ਖਿੱਚ ਪਾਉਂਦੀਆਂ ਸਨ। ਫਿਰ ਇਸ ਮਾਹੌਲ 'ਚ ਅਖਬਾਰਾਂ ਵੇਚ ਕੇ ਮੁੰਡਿਆਂ ਦੀਆਂ ਆਵਾਜ਼ਾਂ, ਪਾਰਕਾਂ ਵਿੱਚ ਪੰਛੀਆਂ ਦਾ ਚਹਿਕਣਾ, ਛਾਬੜੀਆਂ ਵਾਲਿਆਂ ਦੇ ਹੋਕੇ, ਮੋੜਾਂ ਤੇ ਮੁੜਦੀਆਂ ਤੇਜ਼ ਗੱਡੀਆਂ ਦੇ ਟਾਇਰਾਂ ਦੀ ਚਰਚਰਾਹਟ, ਬੰਦਰਗਾਹ ਤੇ ਹੌਲੀ-ਹੌਲੀ ਫੈਲਦਾ ਹਨੇਰਾ, ਇਹ ਸਾਰੀਆਂ ਆਵਾਜ਼ਾਂ ਮੇਰੇ ਥੱਕੇ ਹਾਰੇ ਦਿਲੋਂ ਦਿਮਾਗ 'ਚ ਗੂੰਜ ਰਹੀਆਂ ਸਨ। ਇਸ ਜਾਣੇ ਪਛਾਣੇ ਮਾਹੌਲ ਨੂੰ ਸੁਣਦਿਆਂ ਮੇਰਾ ਜੇਲ੍ਹ ਨੂੰ ਵਾਪਸ ਜਾਣਾ ਇੰਜ ਲੱਗ ਰਿਹਾ ਸੀ ਜਿਵੇਂ ਕੋਈ ਅੰਨਾ ਵਿਅਕਤੀ ਉਸ ਰਸਤੇ ਤੋਂ ਗੁਜ਼ਰ ਰਿਹਾ ਹੋਵੇ ਜਿਹਦੇ ਚੱਪੇ ਤੋਂ ਭਲੀ ਭਾਂਤ ਵਾਕਫ ਹੋਵੇ। ਇਹ ਸ਼ਾਮ ਦਾ ਉਹ ਸਮਾਂ ਹੁੰਦਾ ਹੈ ਜੋ ਮੇਰੀ ਜ਼ਿੰਦਗੀ 'ਚ ਸੁੱਖ ਤੇ ਸ਼ਾਂਤੀ ਦੇ ਝਰਨੇ ਵਗਾ ਦਿੰਦਾ ਸੀ। ਹੁਣ ਤਾਂ ਜਾਪਦਾ ਜਿਵੇਂ ਉਹਨਾਂ ਸਮਿਆਂ ਨੂੰ ਗੁਜ਼ਰਿਆ ਮੁੱਦਤਾਂ ਹੋ ਗਈਆਂ। ਉਹਨਾਂ ਸਮਿਆਂ ਦੀਆਂ ਰਾਤਾਂ ਮੈਨੂੰ ਡੂੰਘੀ ਤੇ ਸ਼ਾਂਤ ਨੀਂਦ ਦੀ ਗਲਵੱਕੜੀ 'ਚ ਲੈ ਲੈਂਦੀਆਂ। ਪਰ ਅੱਜ ਵੀ ਬੇਸ਼ੱਕ ਨੇੜਲਾ ਉਹੀ ਵਾਤਾਵਰਨ ਹੈ, ਪਰ ਕਿੰਨਾ ਫਰਕ ਹੈ ਹੁਣ ਤੇ ਉਦੋਂ ਦੇ ਸਮੇਂ ਦਾ। ਅੱਜ ਮੈਂ ਆਪਣੀ ਜੇਲ੍ਹ ਦੀ ਕੋਠੜੀ ਵਾਪਸ ਜਾ ਰਿਹਾ ਜਿੱਥੇ ਇੱਕ ਅਜਿਹੀ ਰਾਤ ਮੇਰੀ ਉਡੀਕ ਕਰ ਰਹੀ ਹੈ ਜਿਸ ਉੱਤੇ ਮੇਰੇ ਮਨਹੂਸ ਭਵਿੱਖ ਦਾ ਵਿਕਰਾਲ ਹਨੇਰਾ ਛਾਇਆ ਹੋਇਆ ਹੈ। ਇਸ ਤਰ੍ਹਾਂ ਮੈਨੂੰ ਇਹ ਤਜਰਬਾ ਹੋਇਆ ਕਿ ਸ਼ਾਮ ਦੇ ਕੁਸਮਸੇ ਚਾਨਣ ਨੂੰ ਉਲੰਘ ਕੇ ਜਾਣੇ ਪਛਾਣੇ ਰਾਹਾਂ ਤੇ ਤੁਰ ਆਦਮੀ ਸੁਪਨਿਆਂ ਭਰੀ ਨੀਂਦ ਦੀ ਗੋਦੀ 'ਚ ਵੀ ਜਾ ਸਕਦਾ ਹੈ, ਜੇਲ੍ਹ ਦੀ ਮਨਹੂਸ ਕਾਲ ਕੋਠੜੀ ਵਿੱਚ ਵੀ। ਧੰਨਵਾਦ।